शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल शो लैके तुहाडी सेवा दे विच हाज़र है। 9:10 होए ने ते 8 जून दा दिन है, वारा 2021 दा मंगलवार है। 26 जेठ नानक संमत 553 निघा हार्दिक स्वागत है जी। सब तो पहला दसा 91 हाईवे बिल्कुल बैकअप होया पिया एलेक्स फ्रेजर की थले 64 तक ਜਿਹੜਾ ਸਾਰਾ ਬੈਕਅਪ ਹੈ। ਐਕਸੀਡੈਂਟ ਹੋਇਆ ਰਿਚਮੰਡ ਵਾਲੇ ਪਾਸੇ ਬਦਲਮਾ ਰੂਟ ਜੇ ਕੋਈ ਲੈ ਸਕਦੇ ਹੋ, 2-3 ਰੂਟ ਨੇ। ਜੇ ਮਰੀਨ ਜਾਣਾ ਹੈ ਮਰੀਨ ਜਾ ਸਕਦੇ ਹੋ, ਟਨਲ ਰਾਹੀਂ ਜਾ ਸਕਦੇ ਹੋ, ਜਾਂ ਫਿਰ ਕੁਈਨਜ਼ ਬੋਰੋ ਦੇ ਵਿੱਚ ਦੀ ਪਾਣੀ ਦੇ ਕੰਢੇ ਜਿਹੜੀ ਰਿਵਰ ਰੋਡ ਜਾਂਦੀ ਹੈ ਨੰਬਰ 6 ਤੱਕ, ਉਹ ਵੀ ਇੱਕ ਰਸਤਾ ਹੈ ਟੈਕਸੀ ਵਾਲਿਆਂ ਲਈ। ਉਹ ਬੜਾ ਗਰਮ ਰਸਤਾ ਹੁੰਦਾ ਜਦ ਕਦੇ ਬੈਕਅਪ ਹੋਵੇ। ਸੋ ਇਹ ਜਿਹੜਾ ਅਸਲ ਇਨਫਰਾਸਟਰਕਚਰ ਜਿਹੜਾ ਸਾਡੇ ਸ਼ਹਿਰ ਦਾ ਨਾ, ਇਹ ਲੋਅਰ ਮੇਨਲੈਂਡ ਦਾ ਮਾੜਾ ਬਹੁਤ ਹੈ। ਇਹਨੂੰ ਕਹਿ ਤਾਂ ਦਿੰਦੇ ਨੇ ਗ੍ਰੇਟਰ ਵੈਨਕੂਵਰ। ਦੇਖਿਓ ਗ੍ਰੇਟਰ ਟੋਰਾਂਟੋ 'ਚ ਜਾ ਕੇ ਕਿ ਇਨਫਰਾਸਟਰਕਚਰ ਕੀ ਹੈ, ਸੜਕਾਂ ਕੀ ਨੇ, ਹਾਈਵੇ ਕੀ ਹੈ। ਇੱਥੇ ਤਾਂ ਇੱਕ ਜਗ੍ਹਾ ਰੁਕਿਆ ਨਹੀਂ। ਹੁਣ ਟਰੱਕ ਕਿੱਧਰ ਨੂੰ ਲੈ ਕੇ ਜਾਊਗਾ, ਟਰੱਕ ਕਿੱਧਰ ਨੂੰ ਜਾਣਗੇ, ਅਤੇ ਕੋਈ ਅਲਟਰਨੇਟਿਵ ਹੈ ਨਹੀਂ। ਪਰ ਚਲੋ ਜ਼ਿੰਦਗੀ ਦਾ ਰੰਗ ਹੈ। ਹੁਣ ਇਹ ਬੈਕਅਪ ਹੋਇਆ ਖਿਆਲ ਰੱਖਿਓ। ਸਟੂਡੀਓ ਤੋਂ ਬਾਹਰ ਨਿਗਾਹ ਮਾਰਦੇ ਹਾਂ ਤਾਂ ਨਾਲ ਜਿਹੜਾ ਪਹਾੜਾਂ 'ਤੇ ਬਰਫ਼ ਦੁਧੀਆ ਜਿਹੜੀ ਹੈ ਉਹ ਵੀ ਦਿਖ ਰਹੀ ਹੈ, ਅਤੇ ਟ੍ਰੈਫਿਕ ਦਾ ਖਿਆਲ ਰੱਖਿਓ। ਮੰਗਲਵਾਰ ਦਾ ਦਿਨ ਹੈ ਅੱਜ। ਦੇਸ਼ ਪੰਜਾਬ ਦੇ ਝਰੋਖੇ 'ਚੋਂ ਪੰਜਾਬ ਤੋਂ ਸਰਦਾਰ ਨਵਕਿਰਨ ਸਿੰਘ ਪੱਤੀ ਆਉਣਗੇ। ਉਸ ਤੋਂ ਬਾਅਦ ਰਾਜਨੀਤੀ ਵਾਲੇ ਪਾਸਿਓਂ ਮਹੀਨੇ 6 ਰਹਿ ਗਏ ਪੰਜਾਬ ਦੀਆਂ ਵੋਟਾਂ 'ਚ, ਅਤੇ ਮੈਂ ਇੱਕ ਕੜੀ ਸ਼ੁਰੂ ਕਰਨੀ ਹੈ ਦੇਸ਼ ਪੰਜਾਬ ਦੀ। ਇਸ ਕੜੀ ਦੇ ਵਿੱਚ ਪਦਮ ਸ਼੍ਰੀ ਸਰਦਾਰ ਪ੍ਰਗਟ ਸਿੰਘ MLA ਜਿਹੜੇ ਨੇ ਕਾਂਗਰਸ ਦੇ, ਉਹ ਅੱਜ ਦਾ ਪੰਜਾਬ ਇਸ ਸੈਗਮੈਂਟ ਦੇ ਥੱਲੇ ਮੇਰੇ ਨਾਲ ਸ਼ਾਮਲ ਹੋਇਆ ਕਰਨਗੇ। ਰਾਜਨੀਤਿਕ ਨੇਤਾ ਹੁੰਦੇ ਹੋਏ ਪਾਰਟੀਆਂ ਦੀਆਂ ਵੱਟਾਂ ਭੰਨ ਕੇ ਸੱਚ 'ਤੇ ਕਿਵੇਂ ਖੜਨਾ ਹੈ, ਅਤੇ ਇੱਕ ਅਸਲ ਸਪੋਰਟਸਮੈਨ ਕੀ ਕਰ ਸਕਦਾ ਹੈ, ਇਹ ਗੱਲ ਤਾਂ ਉਹਨਾਂ ਨੂੰ ਚੁਣਿਆ। ਪੰਜਾਬ ਦੇ ਹਾਲਾਤ, ਆਰਥਿਕਤਾ, ਬੇਰੁਜ਼ਗਾਰੀ, ਉੱਥੇ ਦੇ ਅਸਾਸੇ, ਉੱਥੇ ਦੀਆਂ ਕੁਦਰਤੀ ਬਖਸ਼ਿਸ਼ਾਂ ਕਿੱਥੇ ਖੜੀਆਂ ਨੇ, ਰਾਜਨੀਤੀ 'ਚ ਕੀ ਹੋ ਸਕਦਾ, ਕੀ ਸਜ਼ਾ ਹੈ ਇੱਕ ਪਾਰਟੀ ਦੇ ਵਿੱਚ ਸੱਚੀ ਗੱਲ ਕਰਨ ਦੀ। ਇਸ 'ਤੇ ਅੱਜ ਗੱਲਬਾਤ ਸ਼ੁਰੂ ਹੋਏਗੀ। ਪਹਿਲੀ ਸੈਗਮੈਂਟ ਵੇਖਾਂਗੇ, 4-5 ਸੈਗਮੈਂਟਸ ਤੱਕ ਫਿਰ ਜਿਹੜੀ ਗੱਲਬਾਤ ਉਹਨਾਂ ਨਾਲ ਹੁੰਦੀ ਰਹੇ। ਤੁਹਾਡੇ ਸਨਮੁਖ ਵੀ ਕਰਿਆ ਕਰਾਂਗਾ ਪਹਿਲੇ 2-3 ਸੈਗਮੈਂਟਸ ਦੇ ਵਿੱਚ ਗੱਲਬਾਤ ਕਰਕੇ, ਫਿਰ ਤੁਹਾਡੀ ਵਾਰੀ, ਤੁਸੀਂ ਸਵਾਲ ਸਿੱਧੇ ਪੁੱਛਿਆ ਕਰੋਗੇ, ਕਿਉਂਕਿ ਉਹਨਾਂ ਦੀ ਪਰਸਨੈਲਿਟੀ ਇਹੋ ਜਿਹੀ ਹੈ, ਉਹਨਾਂ ਦੀ ਸ਼ਖਸੀਅਤ ਇਹੋ ਜਿਹੀ ਹੈ। ਸੋ ਉਸ ਸ਼ਖਸੀਅਤ ਦੇ ਅਨੁਕੂਲ ਰਹਿੰਦਿਆਂ ਉਹਨਾਂ ਨੂੰ ਸਾਰੇ ਜਵਾਬ ਤੁਹਾਡੇ ਦੇਣੇ ਚਾਹੀਦੇ ਨੇ, ਉਹ ਦੇਣਗੇ ਵੀ। ਸੋ ਅੱਜ ਪਹਿਲੀ ਸੈਗਮੈਂਟ 10:10 ਤੋਂ ਹਰ ਮੰਗਲਵਾਰ 10:10 ਤੋਂ 11 ਵਜੇ ਤੱਕ ਅੱਜ ਦਾ ਪੰਜਾਬ ਇਹ ਸੈਗਮੈਂਟ ਸ਼ੁਰੂ ਹੋਏਗੀ ਅੱਜ। ਨਾਲ ਹੀ ਸਵਦੇਸ਼ੀ, ਇੰਡੀਜਨਸ ਕਹਿਣਾ ਪਲੀਜ਼, ਨੇਟਿਵ ਨਹੀਂ ਕਹਿਣਾ, ਇੰਡੀਅਨ ਨਹੀਂ ਕਹਿਣਾ, ਇਹ ਸ਼ਬਦ ਸਹੀ ਨਹੀਂ ਹੈ ਬਿਲਕੁਲ। ਇੰਡੀਜਨਸ ਸ਼ਬਦ ਆ ਜਿਹੜਾ, ਮੂਲ ਵਾਸੀ ਕਹਿ ਲਓ, ਦੇਸੀ ਕਹਿ ਲਓ। ਅਸਲ ਪੰਜਾਬੀ 'ਚ ਜੇ ਇੰਡੀਜਨਸ ਦਾ ਮਤਲਬ ਵੇਖੋ ਤਾਂ ਦੇਸੀ ਹੈ, ਹਿੰਦੀ 'ਚ ਸਵਦੇਸ਼ੀ ਹੈ। ਮੂਲ ਵਾਸੀ ਕਹਿ ਦਿਓ ਇੱਥੇ ਦੇ ਜਿਹੜੇ ਮੇਨ ਨੇ। ਨੇਟਿਵ ਸ਼ਬਦ ਜਿਹੜਾ ਇੰਡੀਅਨ ਸ਼ਬਦ ਹੈ, ਉਹ ਇਹ ਕਲੋਨੀ ਸਥਾਪਿਤ ਕਰਨ ਵਾਲਿਆਂ ਦਿੱਤਾ ਹੋਇਆ, ਉਹ ਨਹੀਂ ਗੱਲ ਕਰਨ ਵਾਲੀ। ਸੋ ਉਹਨਾਂ ਦੇ ਬਾਰੇ ਵੀਰਵਾਰ ਵੀ ਆਪਾਂ ਵੀਰਵਾਰ ਨੂੰ ਇੱਕ ਕੜੀ ਸ਼ੁਰੂ ਕਰ ਰਹੇ ਹਾਂ। ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ 'ਚ ਉਸਰੇ ਮਨਾਰਾਂ ਦੀ ਉਸਤਤ, ਕੀ ਸੋਭਾ ਕੀ ਸਜਦੇ ਕੀ ਸੋਹਲੇ ਕਸੀਦੇ, ਇਹ ਜੰਮਣਾ ਤੇ ਮਰਨਾ। ਬਹਾਰਾਂ ਦੀ ਉਸਤਤ, ਫੁੱਲਾਂ ਦੀ ਉਸਤਤ, ਫਕੀਰਾਂ ਦੀ ਉਸਤਤ, ਲਹੂਆਂ ਦੀ ਰੌਣਕ, ਸ਼ਰੀਰਾਂ ਦੀ ਉਸਤਤ, ਜੋ ਰੇਤੇ ਦੇ ਆਸ਼ਿਕ ਨਿਗਾਹਾਂ ਦੇ ਸੁੱਚੇ, ਉਹ ਨਲੂਏ ਜੇ ਸ਼ਾਹ ਸਵਾਰਾਂ ਦੀ ਉਸਤਤ। ਰੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ, ਖੇੜੇ ਦੀ ਬੈਠਕ 'ਚ ਦੁੱਖਾਂ ਦੀ ਉਸਤਤ। ਹਵਾਵਾਂ ਦੇ ਢੋਲਕ, ਜ਼ਮੀਨ ਦੇ ਵਿਛਾਉਣੇ ਕੇ ਰੁੱਤਾਂ ਦੇ ਲਹਿੰਗੇ, ਤਿਉਹਾਰਾਂ ਦੀ ਉਸਤਤ, ਉਜਾੜਾਂ ਦੀ ਉਸਤਤ, ਪਹਾੜਾਂ ਦੀ ਉਸਤਤ ਹੈ। ਕਣਕਾਂ ਦੀ ਕਲਗੀ, ਸਿਆੜਾਂ ਦੀ ਉਸਤਤ, ਉਹ ਸੱਗੀਆਂ ਤੇ ਕੈਂਠੇ, ਉਹ ਜੁੱਤੀਆਂ ਤੇ ਜ਼ਰਕਾਂ, ਉਹ ਚੜ੍ਹਦੀ ਜਵਾਨੀ ਦੇ ਯਾਰਾਂ ਦੀ ਉਸਤਤ, ਢਾਬਾਂ ਦੀ ਉਸਤਤ, ਰਵਾਬਾਂ ਦੀ ਉਸਤਤ, ਜੋ ਵੰਡੇ ਗਏ ਸੀ ਪੰਜਾਬਾਂ ਦੀ ਉਸਤਤ, ਉਹ ਰੋਹੀ ਦੇ ਨਗਮੇ, ਉਹ ਕੁੜੀਆਂ ਤੇ ਕੂੰਜਾਂ, ਉਹ ਖੂਹਾਂ ਖਤਾਨਾਂ ਝਲਾਰਾਂ ਦੀ ਉਸਤਤ,
ਅੱਖਰ ਦੀ ਉਸਤਤ, ਨਗਾਰੇ ਦੀ ਉਸਤਤ, ਸ਼ਹਾਦਤ ਆਰਾਧਾਨ ਤੇ ਆਰੇ ਦੀ ਉਸਤਤ, ਉਹ ਨਾਨਕ ਦੀ ਵਾਦੀ, ਉਹ ਗੀਤਾਂ ਦਾ ਪਾਣੀ ਤੇ ਗੀਤਾਂ 'ਚ ਪੰਜਾਂ ਕਕਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ 'ਚ ਉਸਰੇ ਮਨਾਰਾਂ ਦੀ ਉਸਤਤ, ਕੀ ਸੋਭਾ ਕੀ ਸਜਦੇ ਕੀ ਸੋਹਲੇ ਕਸੀਦੇ, ਇਹ ਜੰਮਣਾ ਤੇ ਮਰਨਾ ਬਹਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ। ਉਸਤਤ ਹਰਮਨਜੀਤ ਲਿਖਦਾ ਹੈ। ਤੋ ਸਰ ਨਮਕਿਨ ਸਿੰਘ ਪੱਤੀ ਮੇਰੇ ਨਾਲ ਸ਼ਾਮਲ ਨੇ। ਨਮਕਿਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਕਰੋਨਾ ਵਾਇਰਸ ਦੇ ਇਲਾਜ ਦਾ ਰੌਲਾ ਬੜਾ ਪੈ ਰਿਹਾ ਹੈ। ਕੱਲ ਦਵਾਈ ਦੀ ਗੱਲ ਕੀਤੀ ਸੀ, ਹੁਣ ਕਿੱਟ ਜੀ ਦਾ ਨਾਮ ਫਤਿਹ ਹੈ, ਉਹਦਾ ਕੀ ਰੇੜਕਾ ਪੈ ਗਿਆ ਜੀ? ਜੀ ਗਿੱਲ ਸਾਹਿਬ, ਦੇਖੋ ਕਰੋਨਾ ਵਾਇਰਸ ਦਾ ਰੌਲਾ ਜਿਹੜਾ ਕਾਫੀ ਪਿਆ ਹੋਇਆ ਪਿਛਲੇ ਦਿਨਾਂ ਤੋਂ। ਹੁਣ ਤੱਕ ਕੇਸਾਂ ਦੀ ਗਿਣਤੀ ਵੀ ਘਟ ਰਹੀ ਹੈ। 63 ਦਿਨਾਂ ਬਾਅਦ ਭਾਰਤ 'ਚ 1 ਲੱਖ ਤੋਂ ਘੱਟ ਕੇਸ ਆ ਜਿਹੜੇ ਉਹ ਦਰਜ ਕੀਤੇ ਗਏ ਆ। 86,498 ਲਗਭਗ 2 ਮਹੀਨਿਆਂ ਤੋਂ ਬਾਅਦ ਇੰਨੇ ਘੱਟ ਕੇਸ ਆਏ। ਪੰਜਾਬ 'ਚ ਵੀ ਕੇਸਾਂ ਦੀ ਗਿਣਤੀ ਘਟ ਰਹੀ ਹੈ। 60 ਮੌਤਾਂ ਅੱਜ 24 ਘੰਟਿਆਂ ਦੌਰਾਨ ਦਰਜ ਕੀਤੀਆਂ ਗਈਆਂ। ਲੇਕਿਨ ਪੰਜਾਬ ਸਰਕਾਰ ਗਿੱਲ ਸਾਹਿਬ ਘਿਰਦੀ ਨਜ਼ਰ ਆ ਰਹੀ ਆ। ਹਰ ਰੋਜ਼ ਕੋਈ ਨਾ ਕੋਈ ਮਸਲਾ ਅਜਿਹਾ ਆ ਰਿਹਾ ਹੈਗਾ ਜਿਹੜਾ ਪੰਜਾਬ ਸਰਕਾਰ ਦੇ ਘੁਟਾਲਿਆਂ ਵਾਲੇ ਪਾਸੇ ਨੂੰ ਜਿਹੜਾ ਇਸ਼ਾਰਾ ਹੈਗਾ ਉਹ ਕਰਦਾ ਕਿ ਕਿਤੇ ਨਾ ਕਿਤੇ ਦਾਲ 'ਚ ਕੁਛ ਨਾ ਕੁਛ ਕਾਲਾ ਹੈ। ਪਹਿਲਾਂ ਵੈਕਸੀਨ ਹੈ ਜਿਹੜੀ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਦੇਣੀ ਮੁਨਾਫੇ ਦੇ ਉੱਤੇ, ਔਰ ਉਸ ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਦਾ ਮੁਨਾਫਾ ਕਮਾਉਣਾ, ਉਹਦੇ 'ਚ ਅਫਸਰਾਂ ਦੇ ਨਾਮ ਬੋਲੇ। ਤਾਂ ਹੁਣ ਜਿਹੜਾ ਮਸਲਾ ਚਰਚਾ ਦਾ ਵਿਸ਼ਾ ਬਣਿਆ ਉਹ ਫਤਿਹ ਕਿੱਟ ਦਾ ਬਣਿਆ। ਇਹ ਨਾ ਜਿਹੜੇ ਕਰੋਨਾ ਪੋਜ਼ਿਟਿਵ ਪੇਸ਼ੈਂਟ ਆਏ ਜਿਹਨਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਸੀ, ਕੋਈ ਬਹੁਤਾ ਬਿਮਾਰ ਨਹੀਂ ਸੀਗੇ, ਉਹਨਾਂ ਨੂੰ ਸਰਕਾਰ ਨੇ ਇੱਕ ਕਿੱਟ ਦੇਣੀ ਸ਼ੁਰੂ ਕੀਤੀ ਸੀ। ਉਹ ਕਿੱਟ ਦੇ ਵਿੱਚ ਗਿੱਲ ਸਾਹਿਬ ਇੱਕ ਤਾਂ ਆਕਸੀਮੀਟਰ, ਇੱਕ ਥਰਮਾਮੀਟਰ, ਪੈਰਾਸੀਟਾਮੋਲ ਦੀਆਂ ਗੋਲੀਆਂ, ਇਸ ਤੋਂ ਇਲਾਵਾ ਭਾਫ ਲੈਣ ਦੇ ਲਈ, ਇਸ ਤੋਂ ਇਲਾਵਾ ਉਹਦੇ ਵਿੱਚ ਕੁਛ ਜਿਹੜੀਆਂ ਹੋਰ ਮਿਨਰਲਸ, ਵਿਟਾਮਿਨਸ, ਇੱਦਾਂ ਦੇ ਮਤਲਬ ਦਵਾਈਆਂ ਇਕੱਠੀਆਂ ਕਰਕੇ ਕਿੱਟ ਬਣਾਈ। ਉਹ ਕਿੱਟ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੋਟੋ ਲਾਈ ਖਾਸੀ ਵੱਡੀ ਕਰਕੇ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਾਈਕਲਾਂ ਤੇ ਲਾਈ ਸੀ ਜਿਹੜੀ ਕੁੜੀਆਂ ਨੂੰ ਵੰਡੇ ਸੀ। ਔਰ ਉਹਨੂੰ ਫਤਿਹ ਕਿੱਟ ਦਾ ਇਹਨਾਂ ਨੇ ਨਾਂ ਦਿੱਤਾ। ਉਹ ਫਤਿਹ ਕਿੱਟ ਵੈਸੇ ਤਾਂ ਪਹੁੰਚੀ ਬਹੁਤ ਘੱਟ ਹੈ ਮਰੀਜ਼ਾਂ ਕੋਲੇ। ਕਈ ਮਰੀਜ਼ਾਂ ਕੋਲੇ ਉਦੋਂ ਪਹੁੰਚੀ ਜਦੋਂ ਉਹ ਠੀਕ ਹੋ ਚੁੱਕੇ ਸੀਗੇ। ਨਾਲੇ ਉਹਦੇ 'ਚ ਇੱਕ ਮਸਲਾ ਇਹ ਵੀ ਆਇਆ ਵੀ ਉਹ ਇੱਕ ਵਾਰ ਵੰਡਤੀਆਂ, ਉਦੋਂ ਬਾਅਦ 14-15 ਦਿਨਾਂ ਬਾਅਦ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਲੈਣ ਆ ਗਏ। ਉਹ ਕਹਿੰਦੇ ਜੀ ਜਿਹੜਾ ਆਕਸੀਮੀਟਰ ਆ ਉਹ ਦੇ ਦਿਓ, ਸਾਡੇ ਕੋਲੇ ਘੱਟ ਕੇ ਗਾਹਾਂ ਮਰੀਜ਼ਾਂ ਨੂੰ ਦੇਣੇ ਨੇ। ਸੋ ਇਸ ਕਰਕੇ ਚਰਚਾ ਤਾਂ ਉਹਦੀ ਵੱਖ-ਵੱਖ ਰੂਪਾਂ 'ਚ ਆਈ। ਲੇਕਿਨ ਹੁਣ ਉਹ ਚਰਚਾ ਇਹ ਆ ਗਈ ਕਿ ਉਹਦੇ ਵਿੱਚ ਕੋਈ ਖਾਸ ਨਹੀਂ ਸੀ। ਉਹ 'ਚ ਸਭ ਤੋਂ ਮਹਿੰਗੀ ਚੀਜ਼ ਗਿੱਲ ਸਾਹਿਬ ਜਿਹੜੀ ਸੀ ਉਹ ਆਕਸੀਮੀਟਰ ਸੀ। ਉਸ ਤੋਂ ਬਾਅਦ ਥਰਮਾਮੀਟਰ ਆਪਾਂ ਨੂੰ ਪਤਾ ਕੋਈ ਬਹੁਤਾ ਮਹਿੰਗਾ ਨਹੀਂ ਹੁੰਦਾ। ਤਾਂ ਹੁਣ ਪਤਾ ਇਹ ਲੱਗਿਆ ਕਿ 3 ਵਾਰ ਟੈਂਡਰ ਪਾਏ। ਪਹਿਲਾ ਟੈਂਡਰ 3 ਅਪ੍ਰੈਲ ਨੂੰ ਮੁਕੰਮਲ ਕੀਤਾ, ਔਰ ਉਹ ਇੱਕ ਕੰਪਨੀ ਨੂੰ ਜਿਹੜਾ ਕਿੱਟ ਦਾ 837 ਰੁਪਏ 78 ਪੈਸੇ ਪ੍ਰਤੀ ਕਿੱਟ ਦੇ ਹਿਸਾਬ ਦੇ ਨਾਲ ਟੈਂਡਰ ਆ ਜਿਹੜਾ ਉਹ ਦਿੱਤਾ ਗਿਆ ਕਿ ਤੁਸੀਂ 837 ਰੁਪਏ ਦੇ ਵਿੱਚ ਇੱਕ ਕਿੱਟ ਦੇਣੀ ਹੈ। 6 ਮਹੀਨੇ ਦਾ ਉਹਨਾਂ ਨੇ ਸਮਾਂ ਨਿਰਧਾਰਿਤ ਕਰ ਲਿਆ। ਤਾਂ ਚਾਹੁੰਦੇ ਤਾਂ ਸਰਕਾਰ 837 'ਚ ਕਿੱਟ ਲੈ ਸਕਦੀ ਸੀ, ਉਹ ਹੋਊ ਵੀ ਇੰਨੇ ਕੁ ਦੀ, ਇਦੋਂ ਮਹਿੰਗੀ ਨਹੀਂ ਹੈ, ਉਹਦੇ ਵਿੱਚ ਕੋਈ ਬਹੁਤੀ ਚੀਜ਼ ਨਹੀਂ ਹੈ। ਲੇਕਿਨ 3 ਅਪ੍ਰੈਲ ਤੋਂ ਬਾਅਦ 20 ਅਪ੍ਰੈਲ ਨੂੰ ਦੁਬਾਰੇ ਟੈਂਡਰ ਪਾਤਾ, ਔਰ ਉਹੀ 837 ਵਾਲੀ ਕਿੱਟ ਆ ਜਿਹੜੀ ਉਹ 1226 ਰੁਪਏ 40 ਪੈਸੇ ਦੇ ਵਿੱਚ ਖਰੀਦਣ ਦਾ ਇੱਕ ਕੰਪਨੀ ਨਾਲ ਸਮਝੌਤਾ ਕਰ ਲਿਆ। ਔਰ ਜਿਹੜੀ ਕੰਪਨੀ ਦੇ ਨਾਲ ਇਹ ਦੁਬਾਰੇ ਸਮਝੌਤਾ ਕੀਤਾ ਉਹਦਾ ਮੈਡੀਕਲ ਲਾਈਨ ਦਾ ਕੋਈ ਤਜਰਬਾ ਹੀ ਨਹੀਂ ਹੈ, ਉਹ ਮੈਡੀਕਲ ਖੇਤਰ ਦੀ ਕੰਪਨੀ ਨਹੀਂ ਹੈ। ਲੇਕਿਨ ਫਿਰ ਵੀ ਗੱਲ ਇੱਥੇ ਨਹੀਂ ਰੁਕੀ। 7 ਮਈ ਨੂੰ ਇੱਕ ਹੋਰ ਕੰਪਨੀ ਦੇ ਨਾਲ ਟੈਂਡਰ ਆ ਜਿਹੜੇ ਉਹ ਪਾਏ ਗਏ, ਔਰ ਉਹਦੇ 'ਚ 1338 ਰੁਪਏ ਦੇ ਵਿੱਚ ਪ੍ਰਤੀ ਕਿੱਟ ਦੇ ਹਿਸਾਬ ਨਾਲ 1.5 ਲੱਖ ਕਿੱਟ ਲੈਣ ਦੀ ਗੱਲ ਆ ਜਿਹੜੀ ਉਹ ਨਿਰਧਾਰਿਤ ਕਰ ਲਈ। ਤਾਂ 837 ਵਾਲੀ ਕਿੱਟ ਆ ਜਿਹੜੀ ਉਹ ਮਹਿਜ਼ 1 ਮਹੀਨੇ ਬਾਅਦ ਹੀ ਆ ਜਿਹੜੀ ਉਹ 1338 'ਚ ਜਾ ਕੇ ਖਰੀਦਣੀ ਸ਼ੁਰੂ ਕਰਦੀ ਆ ਸਰਕਾਰ। ਔਰ ਇਹਦੇ ਤੇ ਸਵਾਲ ਬਹੁਤ ਖੜੇ ਹੋ ਗਏ ਕਿ ਫਤਿਹ ਕਿੱਟ ਆ ਜਿਹੜੀ ਇਹਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਵਿਰੋਧੀ ਧਿਰਾਂ ਨੇ ਕਹਿਤਾ, ਆਮ ਆਦਮੀ ਪਾਰਟੀ ਕਹਿ ਰਹੀ ਆ, ਅਕਾਲੀ ਦਲ ਕਹਿ ਰਿਹਾ ਹੈਗਾ ਕਿ ਇਹਦੇ ਵਿੱਚ ਘਟਾਲੇ ਦੀ ਬੋ ਆਉਂਦੀ ਆ, ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਆ। ਜੀ ਗਿੱਲ ਸਾਹਿਬ। ਅੱਛਾ ਜੀ, ਭਾਜਪਾ ਦੇ ਕੁਝ ਆਗੂ ਕਿਸਾਨ ਸੰਘਰਸ਼ ਦੇ ਹੱਕ 'ਚ ਗੱਲ ਕਰਨ ਲੱਗ ਗਏ ਜੀ। ਜੀ ਗਿੱਲ ਸਾਹਿਬ, ਦੇਖੋ ਪੰਜਾਬ ਦੇ ਨਾ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਜਿਹੜੇ ਉਹਨਾਂ ਨੇ ਹੁਣ ਬੋਲਣਾ ਸ਼ੁਰੂ ਕੀਤਾ। ਦਰਅਸਲ ਹੋਇਆ ਵੀ ਇਹੀ ਕਿ ਕੇਂਦਰ ਦੀ ਜਿਹੜੀ ਹਕੂਮਤ ਆ ਉਹਨਾਂ ਨੇ ਪੰਜਾਬ ਭਾਜਪਾ ਵਾਲਿਆਂ ਨੂੰ ਪੁੱਛਿਆ ਕਿ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ, ਅੱਜ ਤੋਂ 7-8 ਮਹੀਨੇ ਪੁਰਾਣੀ ਗੱਲ ਹੈ, ਉਹਨਾਂ ਨੇ ਇਹਨਾਂ ਦੀ ਰਾਏ ਮਾੜੀ ਮੋਟੀ ਮੰਗੀ। ਉਂਝ ਤਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕਿਸੇ ਦੀ ਰਾਏ ਮੰਗਦੇ ਹੀ ਨਹੀਂ। ਜਦੋਂ ਦੀ ਇਹ ਗੁਜਰਾਤੀ ਜੋੜੀ ਭਾਰਤੀ ਜਨਤਾ ਪਾਰਟੀ ਤੇ ਕਾਬਜ਼ ਹੋਈ ਹੈ, ਉਦੋਂ ਦੇ ਉਹ ਸਾਰੇ ਪਾਸੇ ਆਪਦੀ ਤੂਤੀ ਬੁਲਾ ਕੇ ਰੱਖਦੇ ਨੇ।
ਔਰ ਇੱਕ ਆਪਦੇ ਆਸੇ-ਪਾਸੇ ਟੀਮ ਜੀ ਉਹਨਾਂ ਨੇ ਬਣਾਈ ਹੋਈ, ਅਦਰਵਾਈਜ਼ ਕਿਸੇ ਦੀ ਰਾਏ ਉਹ ਲੈਂਦੇ ਨਹੀਂ। ਲੇਕਿਨ ਉਹਨਾਂ ਨੇ ਜਿਹੜੀ ਪੰਜਾਬ ਵਾਲਿਆਂ ਦੀ ਥੋੜੀ ਬਹੁਤੀ ਰਾਏ ਜਾਣਨੀ ਚਾਹੀ ਤਾਂ ਉਹਦੇ 'ਚ ਜਿਹੜੇ ਪੁਰਾਣੇ ਭਾਜਪਾ ਦੇ ਆਗੂ ਸੀ ਉਹ ਤਾਂ ਚੁੱਪ ਕਰਕੇ ਬੈਠ ਗਏ, ਦੜ ਵੱਟ ਗਏ। ਲੇਕਿਨ ਆਹ ਗਰੇਵਾਲ ਵਰਗੇ ਕਿਸੇ ਹੋਰ ਪਾਸਿਓਂ ਆ ਗਏ, ਉਹ ਕਹਿੰਦੇ ਜੀ ਕਿਸਾਨ ਤਾਂ ਆਪਣੇ ਨਾਲ ਨੇ। ਤਾਂ ਹੁਣ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਨੇ ਬੋਲਣਾ ਸ਼ੁਰੂ ਕੀਤਾ, ਖਾਸ ਕਰਕੇ ਦੋ ਸਾਬਕਾ ਮੰਤਰੀ। ਇੱਕ ਤਾਂ ਅਨਿਲ ਜੋਸ਼ੀ ਬੋਲਿਆ। ਅਨਿਲ ਜੋਸ਼ੀ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਆ ਔਰ ਪੰਜਾਬ ਦੀ ਜਿਹੜੀ ਟੀਮ ਆ ਭਾਰਤੀ ਜਨਤਾ ਪਾਰਟੀ ਦੀ, ਉਹਨੂੰ ਲਾਹਨਤਾਂ ਪਾਈਆਂ। ਉਹਨੇ ਕਿਹਾ ਕਿ 22 ਚ ਪਿੰਡਾਂ 'ਚ ਨਹੀਂ ਜਾ ਸਕਦੇ, 22 ਚ ਚੋਣਾਂ 'ਚ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਤੁਸੀਂ ਕਿਸਾਨਾਂ ਦੇ ਨਾਲ ਖੜੋ, ਸਾਡਾ ਕੋਈ ਘਰਾਓ ਕਿਉਂ ਕਰੂ ਜੇ ਅਸੀਂ ਕਿਸਾਨਾਂ ਦੇ ਨਾਲ ਹੋਵਾਂਗੇ। ਉਹ ਕਹਿੰਦਾ ਆਪਦੀ ਕੇਂਦਰ ਦੀ ਟੀਮ ਨੂੰ ਸਹੀ ਦੱਸੋ, ਆਪਾਂ ਪੰਜਾਬ 'ਚ ਰਹਿਣਾ। ਇੱਕ ਤਾਂ ਅਨਿਲ ਜੋਸ਼ੀ ਬੋਲਿਆ, ਇੱਕ ਮਾਸਟਰ ਮੋਹਨ ਲਾਲ ਬੋਲਿਆ। ਮਾਸਟਰ ਮੋਹਨ ਲਾਲ ਵੀ ਟਰਾਂਸਪੋਰਟ ਮੰਤਰੀ ਰਿਹਾ ਪੰਜਾਬ ਦੇ ਵਿੱਚ। ਇਹ ਦੋਨੇ ਹੀ ਜਿਹੜੇ ਅਨਿਲ ਜੋਸ਼ੀ ਵੀ ਮੰਤਰੀ ਰਿਹਾ, ਮਾਸਟਰ ਮੋਹਨ ਲਾਲ ਵੀ ਮੰਤਰੀ ਆ। ਦੋਨਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦੇ ਵਿੱਚ ਸਰਕਾਰੀ ਅਹੁਦਿਆਂ ਦਾ ਨਿੱਘ ਵੀ ਮਾਣਿਆ, ਮੰਤਰੀਸ਼ਿਪ ਵੀ ਮਾਣੀ ਆ। ਲੇਕਿਨ ਹੁਣ ਇਹ ਦੋਨੇ ਕਿਸਾਨ ਅੰਦੋਲਨ ਦੇ ਪੱਖ 'ਚ ਬੋਲਣ ਲੱਗੇ ਨੇ ਔਰ ਦੋਨਾਂ ਨੇ ਜਿਹੜੀ ਪੰਜਾਬ ਦੀ ਟੀਮ ਆ ਉਹਨਾਂ ਨੂੰ ਕਿਹਾਗਾ ਕਿ ਕੇਂਦਰ ਦੇ ਨਾਲ ਇਸ ਵਿਸ਼ੇ ਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ ਆ। ਹੁਣ ਇਹਦੇ 'ਚ ਇਹਨਾਂ ਦਾ ਇਹ ਮੋਟਿਵ ਵੀ ਹੋ ਸਕਦਾ ਗਿੱਲ ਸਾਹਿਬ ਕਿ ਕਿਸੇ ਹੋਰ ਰਾਜਨੀਤਿਕ ਪਾਰਟੀ 'ਚ ਵੀ ਜਾਣ ਦੀ ਇੱਛਾ ਰੱਖਦੇ ਹੋ ਸਕਦੇ ਨੇ। ਇਹ ਵੀ ਹੋ ਸਕਦਾ ਗਾ ਕਿ ਇਹ 2022 ਦੀ ਇਲੈਕਸ਼ਨ ਦਾ ਇਹਨਾਂ ਦਾ ਕੋਈ ਚੋਣ ਸਟੰਟ ਹੋਵੇ। ਲੇਕਿਨ ਜੋ ਵੀ ਹੈ, ਮੈਨੂੰ ਇਹ ਕਿਸਾਨ ਸੰਘਰਸ਼ ਦੀ ਇੱਕ ਜਿੱਤ ਲੱਗਦੀ ਆ ਕਿ ਜੇ ਬੀਜੇਪੀ ਦੇ ਐਡੇ ਕੱਟੜ ਬੰਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਹਾਂ 'ਚ ਹਾਂ ਹੁਣ ਤੱਕ ਮਿਲਾਉਂਦੇ ਆਏ, ਉਹ ਕਿਸਾਨ ਅੰਦੋਲਨ ਦੇ ਪੱਖ 'ਚ ਗੱਲ ਕਰਨ ਲੱਗੇ ਨੇ, ਤਾਂ ਇਹ ਵੀ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੈ ਜੀ। ਅੱਛਾ, ਵਿਰੋਧ ਕਿਹਨੇ ਕੀਤਾ? ਹਨੀਪ੍ਰੀਤ ਡੇਰਾ ਮੁਖੀ ਦੀ ਸੇਵਾ 'ਚ ਰਹਿਣਾ ਚਾਹੁੰਦੀ ਸੀ। ਵਿਰੋਧ ਕਿਹੜੀ ਗੱਲ ਦਾ ਹੋਇਆ ਬਈ ਉਹ ਜਾਵੇ ਨਾ ਉੱਥੇ? ਦੇਖੋ ਗਿੱਲ ਸਾਹਿਬ, ਗੱਲ ਇਹ ਹੋਈ ਕਿ ਹਨੀਪ੍ਰੀਤ ਡੇਰਾ ਮੁਖੀ ਨੇ ਜਾ ਕੇ ਬਾਬ ਵੇਲਾ ਖੜਾ ਕੀਤਾ। ਉਹ ਕਹਿੰਦਾ ਵੀ ਮੇਰੇ ਤਾਂ ਲਈ ਤਾਂ ਇੱਥੇ ਅਟੈਂਡੈਂਟ ਆ ਜਿਹੜੀ ਹਸਪਤਾਲ ਦੇ ਵਿੱਚ ਹਨੀਪ੍ਰੀਤ ਚਾਹੀਦੀ ਹੈ ਔਰ ਇਹ ਵਿਸ਼ਾ ਚਰਚਾ ਦਾ ਵੀ ਬਣਿਆ। ਲੇਕਿਨ ਉਸ ਤੋਂ ਬਾਅਦ ਦੇਖਦੇ ਹਸਪਤਾਲ ਵਾਲਿਆਂ ਨੇ ਕਾਰਡ ਵੀ ਬਣਾਤਾ। ਜੇ ਸਰਕਾਰ ਨੇ ਕਿਹਾ ਤਾਂਹੀਓ ਕਾਰਡ ਬਣਾਇਆ ਉਹਨਾਂ ਨੇ ਔਰ 9 ਦਿਨਾਂ ਦੇ ਲਈ ਹਨੀਪ੍ਰੀਤ ਨੂੰ ਬਤੌਰ ਅਟੈਂਡੈਂਟ ਆ ਜਿਹੜਾ ਇਜਾਜ਼ਤ ਦੇਤੀ ਡੇਰਾ ਮੁਖੀ ਕੋਲੇ ਜਾਣ ਦੀ। ਲੇਕਿਨ ਉਸ ਤੋਂ ਬਾਅਦ ਬਹੁਤ ਸਾਰੇ ਡੈਮੋਕ੍ਰੈਟਿਕ ਲੋਕਾਂ ਨੇ, ਬਹੁਤ ਸਾਰੇ ਵਕੀਲਾਂ ਨੇ, ਈਵਨ ਜਿਹੜਾ ਪੱਤਰਕਾਰ ਛਤਰਪਤੀ ਮਾਰਿਆ ਸੀਗਾ ਉਸ ਦੇ ਪੁੱਤਰ ਨੇ ਵੀ ਸਵਾਲ ਉਠਾਏ ਕਿ ਇੱਕ ਜੇਲ੍ਹ ਦਾ ਜਿਹੜਾ ਮੈਨੂਅਲ ਹੁੰਦਾ ਉਹਦੇ ਅਨੁਸਾਰ ਜੇਕਰ ਇੱਕ ਕੈਦੀ ਆ ਉਹਨੂੰ ਤੁਸੀਂ ਬਿਮਾਰ ਹੁੰਦਾ ਹਸਪਤਾਲ ਲਿਜਾਂਦੇ ਹੋ ਤਾਂ ਉਹਦੇ ਗਾਹਾਂ ਉਹਦਾ ਪੁੱਤ ਨਹੀਂ, ਧੀ ਨਹੀਂ, ਪਤਨੀ ਨਹੀਂ, ਮਾਂ ਨਹੀਂ, ਤੁਸੀਂ ਲਿਆ ਕੇ ਹਨੀਪ੍ਰੀਤ ਨੂੰ ਅਟੈਂਡੈਂਟ ਛੱਡਦੇ ਹੋ। ਔਰ ਇਹਦੇ ਤੇ ਭਾਵੇਂ ਜਿਹੜੇ ਦੇਖੋ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਉਹਨੇ ਕਿਹਾ, ਉਹ ਕਹਿੰਦਾ ਇਹਦੇ 'ਚ ਕੁਛ ਗਲਤ ਨਹੀਂ ਹੈ, ਕਹਿੰਦਾ ਕਾਨੂੰਨ ਅਨੁਸਾਰ ਹੀ ਆ। ਪਰ ਜਦੋਂ ਚੌਂ ਪਾਸਿਓਂ ਆਵਾਜ਼ ਉੱਠੀ ਤਾਂ ਪੁਲਿਸ ਨੂੰ ਇਹ ਮੰਨਣਾ ਪਿਆ ਕਿ ਅਕੋਰਡਿੰਗ ਟੂ ਲਾ ਹਨੀਪ੍ਰੀਤ ਬਤੌਰ ਅਟੈਂਡੈਂਟ ਨਹੀਂ ਰਹਿ ਸਕਦੀ। ਔਰ ਪੁਲਿਸ ਨੇ ਫਿਰ ਹਸਪਤਾਲ ਵਾਲਿਆਂ ਨੂੰ ਕਿਹਾ ਕਿ ਤੁਸੀਂ ਹਨੀਪ੍ਰੀਤ ਦਾ ਜਿਹੜਾ ਕਾਰਡ ਬਣਾਇਆ ਅਟੈਂਡੈਂਟ ਵਾਲਾ ਉਹ ਰੱਦ ਕਰੋ। ਜਿਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਰੱਦ ਕੀਤਾ ਔਰ ਹੁਣ ਹਨੀਪ੍ਰੀਤ ਉਹਦੇ ਕੋਲੇ ਸਿੱਧੇ ਤੌਰ ਦੇ ਉੱਤੇ ਨਹੀਂ ਜਾ ਸਕਦੀ। ਤਾਂ ਇਹ ਗਿੱਲ ਸਾਹਿਬ ਜਿਹੜਾ ਮਸਲਾ ਗਾ, ਇਹ ਮਸਲਾ ਕੱਲ੍ਹ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਭਾਰਤ ਦਾ ਕਾਨੂੰਨ ਵਿਵਸਥਾ ਉਹਦੇ ਵਿੱਚ ਆ ਜੂਨ ਦਾ ਵੀ ਦਿਨ ਮਨਾਏ ਜਾ ਰਹੇ ਨੇ। ਜਿਹੜੇ ਮਾਈਨੋਰਟੀਜ਼ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਲਈ ਹੋਰ ਕਾਨੂੰਨ ਨੇ, ਉਹਨਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲ੍ਹਾਂ 'ਚ ਤੁੰਨਿਆ ਹੋਇਆ। ਲੇਕਿਨ ਜਿਹੜੇ ਅਜਿਹੇ ਵਿਅਕਤੀ ਨੇ, ਜਿਹੜੇ ਵਿਅਕਤੀ ਸੱਤਾ ਦੇ ਨਾਲ ਸਾਂਝ ਪਿਆਲੀ ਰੱਖਦੇ ਨੇ, ਖਾਸ ਕਰਕੇ ਵੋਟਾਂ ਦੇ ਵਿੱਚ, ਉਹਨਾਂ ਦਾ ਜਿਹੜਾ ਹਸਪਤਾਲ ਜਾਣਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਤਾਂ ਕਿਸੇ ਲੀਡਰ ਨੂੰ ਮਿਲਣਾ ਹੁੰਦਾ ਜਾਂ ਉਹਨਾਂ ਨੇ VIP ਟ੍ਰੀਟਮੈਂਟ ਲੈਣਾ ਹੁੰਦਾ। ਉਹਨਾਂ ਦਾ ਵੀ ਕੋਈ ਨਾ ਕੋਈ ਮੋਟਿਵ ਹੁੰਦਾ ਔਰ ਉਹਨਾਂ ਨੂੰ ਉਹਨਾਂ ਦੀ ਮਨਮਰਜ਼ੀ ਦੇ ਅਨੁਸਾਰ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਸਰਕਾਰਾਂ ਪ੍ਰੋਵਾਈਡ ਕਰਦੀਆਂ ਨੇ। ਔਰ ਇੱਥੇ ਆ ਕੇ ਫਰਕ ਹੈਗਾ ਜਿਹੜਾ ਉਹ ਸਾਫ਼ ਨਜ਼ਰ ਆਉਂਦਾ ਹੈ ਜੀ। ਅੱਛਾ, ਰਾਮਦੇਵ ਜਦ ਆਪਣੇ ਸੂਬੇ 'ਚ ਆਇਆ, ਕਾਹਦਾ ਵਿਰੋਧ ਹੋਇਆ? ਜੀ ਗਿੱਲ ਸਾਹਿਬ, ਦੇਖੋ ਰਾਮਦੇਵ ਦਾ ਜਿਹੜਾ ਇੱਕ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ, ਸਦਕੇ ਜਾਈਏ ਡਾਕਟਰਾਂ ਦੇ ਨਹੀਂ, ਡਾਕਟਰ ਚੁੱਪ ਰਹਿ ਜਾਂਦੇ ਹੁੰਦੇ ਨੇ ਆਮ ਤੌਰ ਦੇ ਉੱਤੇ, ਸਰਕਾਰਾਂ ਖਿਲਾਫ ਘੱਟ ਹੀ ਬੋਲਦੇ ਹੁੰਦੇ ਨੇ ਜਾਂ ਜਿਹੜੇ ਸਰਕਾਰ ਦੇ ਸ਼ਹਿ ਪ੍ਰਾਪਤ ਬੰਦੇ ਹੁੰਦੇ ਨੇ ਉਹਨਾਂ ਦੇ ਖਿਲਾਫ ਬੋਲਣ ਤੋਂ ਗੁਰੇਜ਼ ਕਰਦੇ ਹੁੰਦੇ ਨੇ। ਲੇਕਿਨ ਰਾਮਦੇਵ ਦੇ ਖਿਲਾਫ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਿਹੜਾ ਡਟ ਕੇ ਸਟੈਂਡ ਲਿਆਗਾ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਿਹੜਾ ਹਰਿਆਣੇ ਦਾ ਪ੍ਰਧਾਨ ਆ ਉਹਨੇ ਤਾਂ ਸਾਫ਼ ਕਿਹਾ, ਉਹ ਕਹਿੰਦਾ ਇਹ ਕੋਈ ਬਾਬਾ ਨਹੀਂ ਹੈ, ਇਹ ਅਸਲ ਦੇ ਵਿੱਚ ਇੱਕ ਬਿਜ਼ਨਸਮੈਨ ਆ, ਬਿਜ਼ਨਸ ਕਰ ਰਿਹਾ ਔਰ ਇਹਦਾ ਵਿਰੋਧ ਹੋਣਾ ਚਾਹੀਦਾ। ਤਾਂ ਹਰਿਆਣਾ ਦੇ ਵਿੱਚ ਬਾਬਾ ਰਾਮਦੇਵ ਆ ਜਿਹੜਾ ਭਵਾਨੀ ਦੇ ਵਿੱਚ ਉਹ ਆਇਆ। ਲੇਕਿਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਪਹਿਲਾਂ ਪਹੁੰਚ ਗਏ, ਕਿਸਾਨ ਕਾਲੇ ਝੰਡੇ ਲੈ ਕੇ ਪਹਿਲਾਂ ਪਹੁੰਚ ਗਏ, ਜ਼ਬਰਦਸਤ ਵਿਰੋਧ ਹੋਇਆ ਔਰ ਬਾਬੇ ਦਾ ਪੈਰ ਗੱਡੀ 'ਚੋਂ ਥੱਲੇ ਨਹੀਂ ਉਤਰਨ ਦਿੱਤਾ। ਇਹ ਕਿਸਾਨਾਂ ਦੀ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜਿੱਤ ਹੈ ਕਿ ਉਨੀ ਪੈਰੀ ਬਾਬੇ ਦੀ ਗੱਡੀ ਆ ਜਿਹੜੀ ਉਹ ਵਾਪਸ ਮੁੜੀ ਆ।
ਅਗਲੀ ਗੱਲ ਇਹ ਹੈ ਕਿ ਬਾਬੇ ਦੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ, ਬਹੁਤ ਥਾਵਾਂ ਦੇ ਉੱਤੇ ਕੇਸ ਦਰਜ ਹੋ ਗਏ, ਪੱਛਮੀ ਬੰਗਾਲ ਦੇ ਵਿੱਚ ਵੀ, ਪਟਨਾ ਦੇ ਵਿੱਚ ਵੀ, ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਾਬੇ ਖਿਲਾਫ ਡਾਕਟਰ ਨੇ ਜਿਹੜੇ ਉਹ ਕੇਸ ਦਰਜ ਕਰਵਾ ਰਹੇ ਨੇ। ਬਾਬਾ ਹਜੇ ਵੀ ਹੈ ਜਿਹੜਾ ਉਹ ਡਾਕਟਰਾਂ ਦੇ ਖਿਲਾਫ ਬੋਲ ਰਿਹਾ ਗਾ। ਜੀ ਗਿੱਲ ਸਾਹਿਬ। ਅੱਛਾ, ਇਹਦੇ ਨਾਲ ਹੀ ਜੈਜੀ ਬੀ ਦੇ ਗੀਤ ਬਹੁਤ ਕਰੜੇ ਨੇ, ਬਾਗੀ, ਤੇ ਉਸ ਤੋਂ ਬਾਅਦ ਉਹਦਾ ਖਾਸ ਇਸ ਕਿਸਾਨ ਸੰਘਰਸ਼ 'ਚ ਆ ਕੇ ਬੋਲਣਾ, ਉਹਨੂੰ ਹੁਣ ਟਾਰਗੇਟ ਕੀਤਾ ਜੀ ਭਾਰਤ ਦੀ ਸਰਕਾਰ ਨੇ। ਕੀ ਕੀਤਾ? ਜੀ ਗਿੱਲ ਸਾਹਿਬ, ਦੇਖੋ JGB ਨੂੰ ਜਿਹੜਾ ਉਹ ਟਾਰਗੇਟ ਕੀਤਾ ਗਿਆ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਦੋ ਵਿਅਕਤੀ ਚਰਚਾ ਦਾ ਵਿਸ਼ਾ ਬਣੇ ਇਸ ਮਸਲੇ ਨੂੰ ਲੈ ਕੇ। ਇੱਕ ਤਾਂ ਜਿਹੜਾ ਕ੍ਰਿਕਟ ਟੀਮ ਦਾ ਖਿਡਾਰੀ ਹੈ ਹਰਭਜਨ ਸਿੰਘ ਨੇ ਸੰਤ ਭਿੰਡਰਾਂਵਾਲਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਹਾਲਾਂਕਿ ਉਹਨੇ ਫਾਰਵਰਡ ਹੀ ਕੀਤੀ ਸੀਗੀ। ਉਸ ਤੋਂ ਬਾਅਦ ਹਰਭਜਨ ਸਿੰਘ ਦੇ ਖਿਲਾਫ ਇੱਕ ਟਵੀਟ ਮੁਹਿੰਮ ਚੱਲ ਪਈ, ਹੋਰ ਚੱਲ ਪਿਆ, ਜਿਸ ਤੋਂ ਬਾਅਦ ਖੈਰ ਚਲੋ ਇੱਕ ਖਿਡਾਰੀ ਹੈ, ਉਹਨੇ ਭਾਰਤ ਦੀ ਟੀਮ ਦੇ ਵਿੱਚ ਖੇਡਣਾ ਹੈ, ਭਾਰਤ ਸਰਕਾਰ ਦੇ ਨਾਲ ਉਹਨੇ ਬਣਾ ਕੇ ਵੀ ਰੱਖਣੀ ਹੈ, ਜਿਸ ਤੋਂ ਬਾਅਦ ਉਹ ਤਾਂ ਮਾਫੀ ਮੰਗ ਗਿਆ। ਔਰ ਇੱਕ ਪੋਸਟ ਟਵੀਟ ਆ ਜਿਹੜਾ ਉਹ JGB ਨੇ ਕੀਤਾ ਸੀ, ਜਿਸ ਤੋਂ ਬਾਅਦ JGB ਦੇ ਖਿਲਾਫ ਉਵੇਂ ਦੀ ਮੁਹਿੰਮ ਜਿਹੜੀ ਚੱਲੀ। ਲੇਕਿਨ JGB ਡਟ ਗਿਆ ਉਹਦੇ ਸਟੈਂਡ ਦੇ ਉੱਤੇ। ਉਹ ਕਹਿੰਦਾ ਵੀ ਮੈਂ ਤਾਂ ਜੋ ਕਿਹਾ, ਮੈਂ ਕਿਸਾਨਾਂ ਦੇ ਪੱਖ 'ਚ ਵੀ ਬੋਲ ਰਿਹਾ, ਲਗਾਤਾਰ ਬੋਲ ਰਿਹਾ। ਉਹ ਕਹਿੰਦਾ ਔਰ ਮੈਂ ਜੂਨ 84 ਦੇ ਮਸਲੇ ਦੇ ਉੱਤੇ ਵੀ ਕਹੂੰਗਾ ਕਿ ਸਰਕਾਰ ਨੇ ਧੱਕਾ ਕੀਤਾ ਔਰ ਮੈਂ ਇਹਦੇ ਖਿਲਾਫ ਬੋਲੂੰਗਾ। ਉਸ ਤੋਂ ਬਾਅਦ ਭਾਰਤ ਸਰਕਾਰ ਨੇ ਟਵਿੱਟਰ ਵਾਲਿਆਂ ਨੂੰ ਕਿਹਾ ਔਰ ਉਹਨਾਂ ਨੇ ਉਹਦਾ ਅਕਾਊਂਟ ਆ ਜਿਹੜਾ ਉਹ ਵਿਦਹੈਲਡ ਕਰਤਾ ਗਿੱਲ ਸਾਹਿਬ। ਤਾਂ ਉਸ ਤੋਂ ਬਾਅਦ ਵੀ JGB ਹੈ ਜਿਹੜਾ ਉਹ ਬੋਲਿਆ। ਔਰ ਇਹ ਜਿਹੜਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ ਕਿ ਭਾਰਤ ਸਰਕਾਰ ਬਹੁਤ ਸਾਰੀਆਂ ਐਪਸ ਨੂੰ ਕਹਿ ਰਹੀ ਸੀ ਕਿ ਤੁਸੀਂ ਸਾਡੇ ਕਾਨੂੰਨ ਮੰਨੋ, ਹੁਣ ਟਵਿੱਟਰ ਵਾਲਿਆਂ ਦਾ ਉਦੋਂ ਬਾਅਦ ਸਟੇਟਮੈਂਟ ਵੀ ਆ ਗਿਆ ਵੀ ਅਸੀਂ ਸਰਕਾਰ ਦੇ ਅਕੋਰਡਿੰਗ ਕਰ ਰਹੇ ਹਾਂ, ਸਰਕਾਰ ਜੋ ਸਾਨੂੰ ਕਹਿ ਰਹੀ ਆ। ਤਾਂ ਇਹਦੇ ਤੋਂ ਇੱਕ ਗੱਲ ਇਹ ਵੀ ਆ ਕਿ ਜਿਹੜੀ ਆਵਾਜ਼ ਬੰਦ ਕੀਤੀ ਜਾ ਰਹੀ ਆ ਲੋਕਾਂ ਦੀ, ਜਿਹੜੀ ਇੱਕ ਫਰੀडम ਆਫ ਸਪੀਚ, ਸਾਨੂੰ ਬੋਲਣ ਦੀ ਆਜ਼ਾਦੀ ਜਿਹੜੀ ਭਾਰਤੀ ਸੰਵਿਧਾਨ ਦਿੰਦਾ, ਉਹ ਵੀ ਬੰਦ ਕੀਤੀ ਜਾ ਰਹੀ ਆ। ਇਹ ਸੋਸ਼ਲ ਸਾਈਟਸ ਦੇ ਉੱਤੇ ਹੋਰ ਬਹੁਤ ਕੁਛ ਪਿਆ, ਪੋਰਨ ਚੱਲੀ ਜਾਂਦਾ। ਹੋਰ ਗਿੱਲ ਸਾਹਿਬ ਜਿਹੜਾ ਰਾਮਦੇਵ ਵਰਗੇ ਗੱਪ ਮਾਰੀ ਜਾਂਦੇ ਨੇ, ਉਹ ਤਾਂ ਚੱਲੀ ਜਾਂਦੇ ਨੇ, ਝੂਠ ਚੱਲੀ ਜਾਂਦਾ। ਲੇਕਿਨ ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ, ਧੱਕੇਸ਼ਾਹੀ ਦੇ ਖਿਲਾਫ ਬੋਲਦਾ, ਤਾਂ ਉਹਦੇ ਅਕਾਊਂਟ ਹੁਣ ਬੰਦ ਹੋਣਗੇ। ਸੋ ਇੱਕ ਵਰਤਾਰਾ ਸ਼ੁਰੂ ਹੋਣ ਜਾ ਰਿਹਾ ਹੈ। ਜੀ ਗਿੱਲ ਸਾਹਿਬ, ਧੰਨਵਾਦ ਜੀ। ਕੱਲ ਨੂੰ ਫੇਰ 9:15 ਵਜੇ ਸ਼ਾਮਲ ਹੋਣਿਓ ਤੇ ਗੱਲਬਾਤ ਹੋਏਗੀ। ਥੈਂਕ ਯੂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ, ਦੇਸ਼ ਪੰਜਾਬ ਦੇ ਝਰੋਖੇ 'ਚ। 91 ਹਾਲੇ ਵੀ ਬੈਕਡ ਅਪ ਹੈ ਜੀ, ਸਰੀ ਤੱਕ 72, 64 ਤੱਕ ਸਾਰਾ ਐਲੈਕਸ ਫਰੇਜ਼ਰ। ਤੇ ਜੇ ਤੁਸੀਂ ਆ ਰਹੇ ਹੋ ਹਲੇ ਸਰੀਓਂ ਤੁਰਨਾ ਹੈ, ਪਟੋਲੋ ਦੇਖ ਲਓ, ਜਾਂ ਉਸ ਤੋਂ ਬਾਅਦ ਟਨਲ ਰਾਹੀਂ, ਜਾਂ ਫਿਰ ਬ੍ਰਿਜ ਤਾਂ ਲੱਗਿਆ ਹੀ ਹੋਣਾ। ਇੱਧਰ ਨੂੰ ਤਾਂ ਪ੍ਰੋਬਲਮ, ਜੇ ਨਿਕਲਣਾ ਤਾਂ ਇੱਧਰ ਉੱਧਰ ਦੀ ਲੰਘੋ। ਸੋ ਹਲੇ ਵੀ ਸਟੂਡੀਓ ਤੋਂ ਬਾਹਰ ਮੈਂ ਵੇਖਦਾ 91 ਪੂਰਾ ਬੈਕਅਪ ਹੈ। ਆਸਟ੍ਰੇਲੀਆ ਵਾਲੀ ਖਬਰ ਤੁਸੀਂ ਸੁਣ ਚੁੱਕੇ ਹੋ ਵੀ ਕਿਸ ਤਰ੍ਹਾਂ ਪੁਲਿਸ ਨੇ ਪਿਛਲੇ 3 ਸਾਲਾਂ 'ਚ ਐਨਮ ਨਾਂ ਦੀ ਇੱਕ ਜਿਹੜੀ ਇਨਕ੍ਰਿਪਟਡ ਐਪ ਹੈ, ਜਿਹੜੀ ਫੈਂਟਮ, ਜਿਹੜੀ ਬਲੈਕ ਵੈਬ, ਬਹੁਤ ਵਾਰ ਆਪਾਂ ਗੱਲਬਾਤ ਕੀਤੀ ਹੈ। ਇਹ ਜਿਹੜੀ ਇਹ ਬਲੈਕ ਮਾਰਕੀਟ ਦਾ ਤੇ ਜਿਹੜਾ ਡਾਰਕ ਵੈਬ ਉਹਨਾਂ ਦਾ ਸਿਸਟਮ ਆ, ਜਿਹਦੇ ਤੇ ਮਤਲਬ ਵੈਪਨਸ ਤੋਂ ਲੈ ਕੇ ਡਰੱਗਸ ਤੋਂ ਲੈ ਕੇ ਸਭ ਕੁਝ ਉੱਥੇ ਵਿਕਦਾ। ਉਹਦਾ ਐਕਸੈਸ ਜਿਹੜਾ ਉਸਦਾ ਐਕਸੈਸ ਜਿਹੜਾ ਉਹ ਲੈਣਾ ਬੜਾ ਔਖਾ ਹੈ। ਉਹ 'ਚ ਜਦ ਵੜ ਜਾਂਦੇ ਆ ਬੰਦੇ ਤੇ ਫਿਰ ਉਹਦੀ ਸਬਸਕ੍ਰਿਪਸ਼ਨ ਹੈ, ਪਤਾ ਨਹੀਂ ਕੀ ਕੁਛ ਹੋਏਗਾ, ਉਹ ਤਾਂ ਉਹੀ ਜਾਣਦੇ ਜਿਹੜੇ ਜਾਂਦੇ ਆ। ਇੱਕ ਇਹ ਐਪ ਸੀ ਐਨਮ, ਜਿਹੜਾ ਇਨਕ੍ਰਿਪਟਡ ਸੀ, ਜਿਹੜਾ ਟੁੱਟਦਾ ਨਹੀਂ ਸੀ ਕਦੇ ਵੀ। ਜਿਸ ਤਰ੍ਹਾਂ ਕਹਿੰਦੇ ਨੇ ਨਾ ਬਲੈਕਬੇਰੀ ਨੂੰ ਤੁਸੀਂ ਖੋਲ੍ਹ ਨਹੀਂ ਸਕਦੇ। ਸ਼ੁਰੂ ਦੇ ਵਿੱਚ ਜਦ ਫੋਨ ਚੱਲੇ ਨੇ ਬਲੈਕਬੇਰੀ, ਬਹੁਤ ਇਹ ਆਰਗੇਨਾਈਜ਼ਡ ਕ੍ਰਾਈਮ ਵਾਲਿਆਂ ਨੇ ਜ਼ਰੂਰਤ ਕੀਤੀ। ਉਹਦੇ 'ਚ ਜ਼ਿਆਦਾਤਰ ਇਹ ਕਰਦੇ ਸੀ ਕਿ ਮੈਸੇਜ ਕਦੇ ਟਰਾਂਸਮਿਟ ਨਹੀਂ ਸੀ ਕਰਦੇ, ਭੇਜਦੇ ਨਹੀਂ ਸੀ, ਲਿਖ ਕੇ ਅਤੇ ਉਸ ਨੂੰ ਫੋਲਡਰ ਦੇ ਵਿੱਚ ਰੱਖ ਦੇਣਾ ਅਤੇ ਡਰਾਫਟ ਦੇ ਵਿੱਚ ਰੱਖ ਲੈਣਾ। ਦੂਜੇ ਪਾਸੇ ਵਾਲੇ ਨੇ ਖੋਲ੍ਹ ਕੇ ਪੜ੍ਹ ਲੈਣਾ, ਉੱਥੇ ਕਮਿਊਨੀਕੇਸ਼ਨ ਕਰਦੇ ਸੀ, ਭੇਜਦੇ ਨਹੀਂ ਸੀ ਕਦੇ। ਹੌਲੀ ਹੌਲੀ ਪੁਲਿਸ ਨੂੰ ਪਤਾ ਲੱਗ ਗਿਆ। ਹੁਣ ਇਹ ਤੇ 3 ਸਾਲ ਹੋ ਗਏ ਸੀ ਕੰਮ ਕਰਦਿਆਂ। 200 ਦੇ ਕਰੀਬ ਆਸਟ੍ਰੇਲੀਆ 'ਚ ਜਿਹੜੀਆਂ ਅਰੈਸਟ ਹੈ, ਅਤੇ 45 ਮਿਲੀਅਨ ਕੈਸ਼, 104 ਜਿਹੜੀਆਂ ਗਨਸ ਅਤੇ ਹੋਰ ਵੈਪਨਸ, ਅਤੇ ਕਤਲ ਹੋਣ ਦੀਆਂ ਗੱਲਾਂ। ਇਹਦੇ 'ਤੇ ਬਹੁਤ ਕੁਝ ਹੈ। ਹਲੇ ਦੁਨੀਆ ਤੋਂ
ਇਹ ਹੋਰ ਅੱਗੇ ਚੱਲਣਾ, ਇਹ ਨਿਬੜਨਾ ਨਹੀਂ ਹੈ। ਇਟਾਲੀਅਨ ਮਾਫੀਆ ਅਤੇ ਆਸਟ੍ਰੇਲੀਆ ਦੇ ਵਿੱਚ ਆਊਟਲਾ ਮੋਟਰਸਾਈਕਲ ਗੈਂਗਸ ਜਿਹੜੇ ਏਸ਼ੀਆ ਦੇ ਕ੍ਰਾਈਮ ਸਿੰਡੀਕੇਟਸ ਅਤੇ ਅਲਬੇਨੀਅਨ ਆਰਗੇਨਾਈਜ਼ਡ ਕ੍ਰਾਈਮ, ਬਹੁਤ ਲੰਮੀ ਬੜੀ ਇਹ ਜਿਹੜੀ ਉਹਦੇ 'ਚ ਇੱਕ ਆਸਟ੍ਰੇਲੀਅਨ ਨਿੰਜਾ ਵਾਰੀਅਰ ਸਪੀਆ ਕੌਂਗ ਵੀ ਹੈ ਜੇ, ਅਤੇ ਉਹ ਵੀ ਇਹਦੇ ਵਿੱਚ ਫੜੀ ਹੈ। ਅਤੇ ਵੱਡੇ ਨਾਂ ਵੀ ਨੇ ਇਹਦੇ ਵਿੱਚ ਹੌਲੀ ਹੌਲੀ ਉਹ ਕੱਢ ਰਹੇ ਨੇ। ਬਹੁਤ ਮਤਲਬ ਐਡੀ ਵੱਡੀ ਪੁਲਿਸ ਨੇ ਜਿਹੜੀ ਨਾ ਕਰਕੇ ਕਾਰਵਾਈ, FBI ਤੇ ਇਹ ਦੋਨਾਂ ਨੇ ਰਲ ਕੇ ਸ਼ੁਰੂਆਤ ਕੀਤੀ। ਸਾਰੇ ਦੁਨੀਆ ਦੀਆਂ ਲਾਅ ਐਨਫੋਰਸਮੈਂਟ ਵੱਡੀਆਂ ਜਿਹੜੀਆਂ ਦੇਸ਼ਾਂ ਦੀਆਂ ਉਹ ਰਲ ਕੇ ANOM ਇਹ ਇੱਕ ਐਪ ਬਣਾ ਕੇ ਹੌਲੀ ਦੇ ਕੇ ਵਿੱਚ ਰੱਖਤਾ, ਅਤੇ ਇਹਦੇ 'ਤੇ ਸਾਰੀ ਕਮਿਊਨੀਕੇਸ਼ਨ ਹੁੰਦੀ ਰਹੀ। 3 ਵਰ੍ਹੇ ਲੱਗ ਗਏ ਅਤੇ ਇਕੱਠਾ ਜਿਹੜਾ ਹਮਲਾ ਇਹਦੇ 'ਤੇ ਉਹਨਾਂ ਨੇ ਬੋਲਿਆ। ਅਤੇ ਸੋ ਇਹਦੇ ਨਾਲ ਹੀ ਸੈਮੂਅਲ ਮਿੰਕਨ ਜਿਹੜਾ ਇੱਕ TV ਕੰਟੈਸਟੈਂਟ ਹੈ ਜਿਹੜੇ, ਉਹ ਵੀ ਇਹਦੇ 'ਚ ਫੜਿਆ ਗਿਆ। ਸੋ ਇਹ ਵੱਡੇ ਨਾਂ ਇਹਦੇ 'ਚ ਆ ਰਹੇ ਨੇ, ਅਤੇ ਅੱਗੇ ਆ ਕੇ ਹੋਰ ਪਤਾ ਲੱਗੇਗਾ ਕਿ ਇਹਦੇ 'ਚੋਂ ਬਾਕੀ ਹੋਰਾਂ ਦੇਸ਼ਾਂ ਦੇ ਵਿੱਚ ਵੀ ਇਸ ਦਾ ਕਿੰਨਾ ਕੁ ਅਸਰ ਪੈਂਦਾ। ਲੰਡਨ ontario ਦੇ ਵਿੱਚ ਪਾਕਿਸਤਾਨ ਦੇ ਪਰਿਵਾਰ ਦਾ ਇੱਕ ਦਾ ਸਾਰੇ ਦਾ ਕੀਤਾ ਕਤਲ 20 ਵਰ੍ਹਿਆਂ ਦਾ। ਕੱਲ੍ਹ ਮੈਂ ਨੈਸ਼ਨਲ CBC ਦੀ ਨਿਊਜ਼, ਕਿੱਡਾ ਵੱਡਾ ਜਿਹੜਾ ਆਊਟਲੈਟ ਹੈ ਅਤੇ ਨੈਸ਼ਨਲ ਉਹਨਾਂ ਦਾ ਕਿੱਡੀ ਵੱਡੀ ਹੈ, 1 ਘੰਟੇ ਖਬਰਾਂ ਦੇ ਆਧਾਰਿਤ ਦੁਨੀਆ ਦੀਆਂ ਖਬਰਾਂ। 20 ਮਿੰਟ ਪਹਿਲੇ 20 ਮਿੰਟ ਨਹੀਂ ਉਹਨਾਂ ਨੇ ਦੱਸਿਆ ਵੀ 20 ਵਰ੍ਹਿਆਂ ਦਾ ਹੈ ਕੌਣ ਉਹ। 20 years old man, ਉਹਨੂੰ ਚੈੱਕ ਕਰ ਰਹੇ ਹਾਂ, ਅਤੇ ਬਸ ਆਇਆ ਅਤੇ ਉਸਨੇ ਗੱਡੀ ਚਾੜ੍ਹ ਦਿੱਤੀ ਉੱਪਰ। 20 ਮਿੰਟ ਮੈਂ ਕਿਹਾ ਜੇ ਇੱਥੇ ਹੁੰਦਾ ਨਾ ਅਕਬਰ ਬਿਨ ਸਲਮਾਨ ਅਲ ਹਮੇਦੀ, ਅਤੇ ਜਾਂ ਫਿਰ ਹੁੰਦਾ ਕੋਈ ਡਰਾਈਵਰ ਸਿੱਧੂ, ਅਤੇ ਫਿਰ ਪਹਿਲੇ 30 ਸੈਕਿੰਡ ਦੇ ਵਿੱਚ ਫੋਟੋ ਦੇ ਨਾਲ ਲਿਖਿਆ ਹੋਣਾ ਸੀ 20 ਮਿੰਟ ਬੰਦਾ ਜਿਹਨੇ ਮਾਰਿਆ, ਜਿਹਨੇ ਜ਼ੁਲਮ ਕੀਤਾ, ਜਿਹੜਾ ਨਫ਼ਰਤ ਦੀ ਅੱਗ ਲਈ ਫਿਰਦਾ 20 ਵਰ੍ਹਿਆਂ ਦਾ, ਜਿਹੜਾ ਹਲੇ ਜਵਾਨੀ 'ਚ ਹੈ, ਉਹਦਾ ਨਾਂ ਲੈਣ ਲਈ 20 ਮਿੰਟ ਲੱਗੇ ਸਭ ਤੋਂ ਵੱਡੇ ਆਊਟਲੈਟ ਨੂੰ। 20 ਮਿੰਟ। ਅਤੇ ਫਿਰ ਮੈਂ ਹਲੇ ਕੱਲ੍ਹ ਗੱਲ ਕਰਦਾ ਜਰਨਲਿਜ਼ਮ, ਸਾਡੇ ਸਕੂਲ ਆਫ ਜਰਨਲਿਜ਼ਮ ਮਾਸਟਰਸ ਐਂਡ PhD, ਅਤੇ ਅਸੀਂ ਬਾਇਸ ਨਹੀਂ ਹੈ, ਅਸੀਂ ਬੈਲੈਂਸ ਕਰਦੇ ਹਾਂ। ਫਿਰ 9-20 ਮਿੰਟ ਕਿਵੇਂ ਲੱਗ ਗਏ ਵੀ ਦੇਣ ਨੂੰ, ਕਿਉਂਕਿ ਉਹ ਨਾਂ ਜਿਹੜਾ ਰਲਦਾ ਮਿਲਦਾ ਸੀ ਇਹਦੇ ਕਰਕੇ। 20 ਮਿੰਟ ਟੋਟਲ। ਤੁਸੀਂ ਸੁਣਿਓ ਕੱਲ੍ਹ ਦਾ ਨੈਸ਼ਨਲ, ਅਤੇ ਉਸ ਨੂੰ ਹੁਣ ਉਹ ਬਣਾਇਆ ਤਾਂ ਹੋਇਆ ਰੰਗਦਾਰ, ਅਤੇ ਉਹਦੇ ਵਿੱਚ ਆਇਨ ਹਨੂਮਾਨ ਸਿੰਘ ਵੀ ਉਹਦੇ ਵਿੱਚ ਹੈ, ਅਤੇ ਸ਼ੁਰੂ ਕੀਤੀ ਗੱਲ 21ਵੇਂ ਮਿੰਟ 9:21 'ਤੇ ਉਸ ਬੰਦੇ ਦਾ ਨਾਂ ਲਿਆ। ਬਸ ਗੁਲਦਸਤੇ ਦਿਖਾ ਰਹੇ ਨੇ, ਰੋਂਦੇ ਦਿਖਾ ਰਹੇ ਨੇ, ਲੋਕਲ ਕਮਿਊਨਿਟੀ ਦੇ ਲੋਕ ਰੋਂਦੇ ਦਿਖਾ ਰਹੇ ਨੇ, ਪੁਲਿਸ ਹੈ ਜੀ, ਅਤੇ ਬਿਲਕੁਲ ਕੋਈ ਕਿਲਰ ਕੌਣ ਹੈ ਉਹ ਨਹੀਂ ਦੱਸਿਆ ਹਾਲੇ ਤੱਕ। ਹਾਂ, ਹੇਟ ਕ੍ਰਾਈਮ ਕੱਲ੍ਹ ਨੂੰ ਮੇ ਵੀ ਦਿਮਾਗੀ ਤਵਾਜ਼ਨ ਠੀਕ ਨਹੀਂ ਸੀ, ਸਟਰੈਸ ਆਊਟ ਸੀ, ਇਹ ਵੀ ਚੀਜ਼ਾਂ ਬਾਹਰ ਆ ਜਾਣਗੀਆਂ, ਨਿਕਲਣਗੀਆਂ ਆ ਕੇ। ਜੇ ਨਾ ਹੁੰਦਾ ਸਲਮਾਨ ਬਿਨ ਮੁਹੰਮਦ ਅਲ ਕੁਰੈਸ਼ੀ ਦਾ ਨਾਂ 30 ਸੈਕਿੰਡ ਦੇ ਵਿੱਚ ਹੋਣਾ ਸੀ। ਜੇ ਹੁੰਦਾ ਹਰਬਖਸ਼ ਸਿੰਘ ਗਿੱਲ, ਸਾਊਥ ਏਸ਼ੀਅਨ ਮਿਸਟਰ ਗਿੱਲ, ਆ ਜਾ। ਤੁਸੀਂ ਗੱਲ ਇਹ ਸ਼ੁਰੂ ਕਰੋ ਵੀ ਤੁਸੀਂ ਸਭ ਤੋਂ ਵੱਡਾ ਚੈਨਲ ਹੈ, ਕਹੋ ਤੁਸੀਂ ਵੀ ਸਰਕਾਰ ਦੇ ਨਾਲ ਕੰਮ ਕਰਦਾ ਹੈ ਕਰਾਊਨ ਕਾਰਪੋਰੇਸ਼ਨ ਵਾਂਗੂ, ਤੁਸੀਂ ਕਹੋ ਵੀ ਆ 20 ਮਿੰਟ ਦਾ ਬੰਦਾ 20 ਸਾਲਾਂ ਦਾ ਆਹ ਬੰਦੇ ਨੇ ਗੱਡੀ ਚੜਾਈ। ਗੱਲ ਉੱਥੋਂ ਸ਼ੁਰੂ ਕਰੋ। ਗੱਲ ਅਸੀਂ ਉਹਨੂੰ ਫੁੱਲਾਂ ਨੂੰ ਹੁਣ ਕਰਨਾ ਕੀ ਹੈ?
3 ਪੀੜ੍ਹੀਆਂ ਖਤਮ ਕਰ ਦਿੱਤੀਆਂ। ਇੱਕ 9 ਸਾਲ ਦਾ ਜਵਾਕ ਕਿਹਦੇ ਸਹਾਰੇ ਜੀਊਗਾ? ਕਿਹੜੇ ਦੇਸ਼ਾਂ ਤੋਂ ਆ ਕੇ ਪੋਸਟ ਗ੍ਰੈਜੂਏਸ਼ਨਸ ਕਰਕੇ PhDਆਂ ਕਰਕੇ ਇੰਜੀਨੀਅਰ ਇਸਤਰੀ ਬਣੀ ਉਹ ਵਿਚਾਰੀ, ਤੇ ਉਹ ਕਿੱਥੇ ਨੂੰ ਜਾਣਗੇ? ਉਹ ਹੁਣ 9 ਸਾਲ ਦੇ ਨੂੰ ਕੀ ਕਰੋਗੇ ਤੁਸੀਂ? ਦਿਓ 9 ਸਭ ਤੋਂ ਪਹਿਲਾਂ ਵੀ ਆਹ ਬੰਦਾ ਜਿਹਨੇ ਗੱਡੀ ਚੜਾਈ ਆ। 21 ਮਿੰਟ ਲਾਏ, 21 ਮਿੰਟ। ਉਹ ਟਰੂਡੋ ਰੋ ਰਿਹਾ ਜੀ, ਅਸੀਂ ਆਹ ਰੋ ਰਹੇ ਹਾਂ। ਜੇ ਰੋ ਰਹੇ ਹੋ, ਆ ਜਿਹੜਾ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੇ 2013 ਤੋਂ 19 ਤੱਕ ਹੇਟ ਕ੍ਰਾਈਮ ਦੀਆਂ ਘਟਨਾਵਾਂ ਦਿੱਤੀਆਂ, ਜਿਸ 'ਚ ਫਿਜ਼ੀਕਲ, ਵਰਬਲ, ਹੇਟ, ਪ੍ਰੋਪੇਗੈਂਡਾ, ਵੈਂਡਲਿਜ਼ਮ, ਥ੍ਰੈਟਸ ਤੇ ਆਨਲਾਈਨ ਇਸ ਤਰ੍ਹਾਂ ਨੇ। 2013 ਦੇ ਵਿੱਚ ਟੋਟਲ 17 ਤੋਂ 18 ਘਟਨਾਵਾਂ ਨੇ, ਤੇ 2019 ਦੇ ਵਿੱਚ 14 ਦੇ ਵਿੱਚ 35 ਨੇ, 15 ਦੇ ਵਿੱਚ 47 ਨੇ, 16 ਦੇ ਵਿੱਚ 65 ਨੇ, 17 ਦੇ ਵਿੱਚ 65 ਨੇ, 18 ਦੇ ਵਿੱਚ 72 ਨੇ, 19 ਦੇ ਵਿੱਚ 70-72 ਨੇ। ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਡਾਇਵਰਸਿਟੀ ਤੇ ਦੇਸ਼ ਤੇ ਇਹ ਐਕਟ ਆਫ ਟੈਰਰਿਜ਼ਮ ਤੇ ਜੇ ਤੇ ਬੋ ਨਾਂ ਲੈਣੋ ਕਿਉਂ? ਜਦ ਤੁਸੀਂ ਇਸ ਗੱਲ ਨੂੰ ਇਹ ਕੀ ਕਹਾਣੀ ਹੋਈ? ਇਹਦਾ ਮਤਲਬ ਸਟਿਲ ਆਊਟਸਾਈਡਰਸ। ਤੇ ਜੇ ਜਿਹਦੇ ਚ ਵਿਜ਼ੀਬਲ ਮਿਨੋਰਿਟੀ ਆ ਉਹਦਾ ਨਾਂ 30 ਸੈਕਿੰਡ ਨਹੀਂ ਲੱਗਦੇ। ਇੰਡੋ ਕੈਨੇਡੀਅਨ ਗੈਂਗਸ ਤੇ ਬਲਾ ਤੇ 50 ਜਵਾਕ ਨੇ। 1 ਲੱਖ ਜਵਾਕਾਂ ਚੋਂ 50 ਜਵਾਕ, ਤੇ ਜਿਹੜੇ ਸ਼ਰੇਆਮ ਬਾਈਕ ਲੈ ਕੇ 3-3 ਹਜ਼ਾਰ 2-2 ਹਜ਼ਾਰ ਸੜਕ ਤੇ ਠਿੱਲਦੇ ਨੇ, ਜਿਹੜੇ 200 ਮੈਕਸੀਕਨ ਕਾਰਟਲ ਆ ਗਏ। ਲਿਓ ਤਾਂ ਨਾਂ ਕੋਈ ਲੈਂਦਾ? ਕੋਈ ਕਹਿੰਦਾ ਮੈਕਸੀਕਨ ਕਾਰਟਲ ਕਿੱਥੇ ਨੇ ਜਿਹੜੇ ਸਾਡੇ ਵਿਜ਼ਿਟ ਵੀਜ਼ੇ ਦੇ ਥੱਲੇ ਆ ਕੇ ਲੁਕ ਗਏ? ਬਾਈਕਰ ਹੈਲਜ਼ ਐਂਜਲ ਵਾਲੇ ਸ਼ਹਿਰ ਚੋਂ ਲੰਘਦੇ ਨੇ, RCMP ਸਕਾਟ ਕਰਦੀ ਹੈ, ਇੱਕ ਮੂਹਰੇ ਗੱਡੀ ਇੱਕ ਪਿੱਛੇ ਗੱਡੀ, ਗਾਹਾਂ ਇੰਟਰਸੈਕਸ਼ਨ ਬਲੌਕਡ। ਮੈਂ SOS ਵੇਖਿਆ 2016 ਚ, ਉਹ ਐਨੂਅਲ ਰਨ ਤੇ ਆਉਂਦੇ ਆ ਗਰਮੀਆਂ ਚ। ਸਾਰਾ SOS ਦੇ ਵਿੱਚ ਸੜਕਾਂ ਬੰਦ, ਇੱਧਰ ਨੰਬਰ 3 ਬੰਦ, ਇੱਧਰਲੀ ਬੰਦ, ਤੇ ਪ੍ਰਾਹੁਣੇ ਵਾਂਗੂ ਉਹਨਾਂ ਨੂੰ ਲਈ ਜਾਂਦੇ ਤੁਸੀਂ। ਮਤਲਬ ਇਹ ਇੱਕ ਤਾਂ ਹੈ ਜ਼ੁਲਮ ਦੀ ਇੰਤਹਾ ਹੋ ਗਈ, ਇੱਕ ਟੱਬਰ ਮਾਰਤਾ। ਦੂਜੀ ਬਾਰ ਇਹ ਜਿਹੜਾ ਬਾਇਸ ਜਰਨਲਿਜ਼ਮ ਹੈ, ਬੈਲੈਂਸ ਜਰਨਲਿਜ਼ਮ, ਉਹ ਕਿੱਥੇ ਖੜਦਾ? ਕੈਸਰ ਜੀ, ਲਾਈਨ ਨੰਬਰ 1 ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਇਨਸਾਫ ਦੀ ਗੱਲ ਕੀਤੀ, ਜੁਰਤ ਦੀ ਗੱਲ ਕੀਤੀ। ਇਹਨਾਂ ਦਾ ਹਾਲ ਹੋਵੇ ਕਿ ਆਗੇ ਆਪਣਾ ਨਿੰਗਰ ਬਗਾਨਾ ਢਿੰਗਰ ਜੀ, ਗੰਦਮ ਨਵਾਂ ਜੋ ਫਰੋਸ਼ ਲੋਕ ਪਲੀਸੀ। ਜੇ ਹੋਰ ਕੋਈ ਹੁੰਦਾ ਮੁਸਲਮਾਨਾਂ ਦੇ, ਸਾਰੇ ਮੁਸਲਮਾਨਾਂ ਨੂੰ ਦਹਿਸ਼ਤਗਰਦ, ਤਾਲਿਬਾਨ, ਪਤਾ ਨਹੀਂ ਕੀ ਲੇਬਲ ਲਾ ਦੇਣੇ ਸੀ। ਬਿਲਕੁਲ। ਇਹ ਹੁਣ ਆਪਣਾ ਵੇ ਟੱਕ ਲਿਆ, ਆਖਣੇ ਆਪਣੀ ਕੱਜੀ ਰਿਜੇ ਤੇ ਕੋਈ ਨਾ ਬੁਝੇ, ਤੇ ਕੱਲ ਨੂੰ ਕਰ ਕਰਾ ਕੇ ਤੇ ਉਹਨੂੰ ਥੋੜਾ ਜਿਹਾ ਪਾਗਲ ਕਰਕੇ ਤਾਂ ਆਖਣਗੇ ਪਾਗਲ ਸੀ। ਪਾਗਲ ਨੂੰ ਟਰੱਕ ਚਲਾਉਣ ਦੇਈਦਾ ਵੇ। ਇਹ ਮਛਲੀ ਪਾਲਿਸੀ ਇਹਨਾਂ ਨੇ ਨੈਟ ਵਾਲਿਆਂ ਨੇ ਕੀ ਕੀਤਾ? ਬਸ ਇਹਨਾਂ ਦੀ ਇਹੋ ਹੀ ਪਾਲਿਸੀ ਹੈ। ਹੁਣ ਉਹ ਪੂਰੇ ਦਾ ਪੂਰੀ ਫੈਮਿਲੀ ਜਿਹੜੀ ਉਹਨਾਂ ਦੀ ਬਰਬਾਦ ਕਰਤੀ। ਉਹ ਬੱਚਾ ਵੀ ਜਿਹੜਾ ਉਹ ਤੇ ਹੁਣ ਲਿਆਜ਼ ਨਾ, ਉਹ ਤੇ ਜਿਹੜੇ ਮਰ ਗਿਆ ਉਹ ਤੇ ਛੁੱਟ ਗਿਆ, ਤੇ ਇਹ ਜਿੰਦਾ ਤੇ ਪਲ ਪਲ ਮਰੇਗਾ। ਬਹੁਤ ਔਖਾ ਜੀ, 9 ਵਰਿਆਂ ਦਾ ਬਾਅਦ। ਹਾਂ, ਨਫਸਿਆਤੀ ਮਰੀਜ਼ ਹੋ ਜਾਏਗਾ, ਪਲ ਪਲ ਮਰੇਗਾ। ਤੇ ਇਹਨਾਂ ਦੀ ਇਹ ਪਾਲਿਸੀ ਹੈ। ਹੁਣ ਇਹਨਾਂ ਨੂੰ ਚਾਹੀਦਾ ਵੇ ਵੀ ਆਪਣੀ ਪਾਲਿਸੀ ਬਦਲਣ। ਇਹ ਜਿਹੜੀ ਡਬਲ ਗੇਮ ਕਰਦੇ ਸਾਰਿਆਂ ਨਾਲ, ਇਹ ਝੱਟ ਰੋ ਲਿਆ, ਝੱਟ ਸੌਰੀ ਕਰ ਲਈ। ਸੌਰੀ ਜ਼ਖਮ ਜਿੰਨਾ ਵੱਡਾ ਗਹਿਰਾ ਹੁੰਦਾ, ਉਹਦੇ ਉੱਤੇ ਸੌਰੀ ਦਾ ਮਲਮ ਨਹੀਂ ਕੰਮ ਕਰਦਾ ਹੁੰਦਾ, ਉਹਦੇ ਉੱਤੇ ਠੀਕ ਠਾਕ ਇਲਾਜ ਚਾਹੀਦਾ। ਤੇ ਇਹਨਾਂ ਦੀ ਵੀ ਪਾਲਿਸੀ ਨੂੰ ਹੁਣ ਇਹਨਾਂ ਨੂੰ ਬਦਲਣਾ ਚਾਹੀਦਾ। ਇਹਨਾਂ ਨੂੰ ਦੇਖਣਾ ਚਾਹੀਦਾ ਕਿ ਜਿਹੜਾ ਵੀ ਕਸੂਰ ਕਰੇ, ਕੋਈ ਵੀ ਕਰੇ, ਬਿਲਕੁਲ ਉਹਨੂੰ ਸਾਹਮਣੇ ਲਾਇਆ ਫੌਰਨ। ਉਹਦਾ ਦਫਾ ਨਾ ਕਰੋ, ਉਹਨੂੰ ਪਾਲਿਸ਼ ਨਾ ਕਰੋ ਕਿ ਪਾਗਲ ਸੀ, ਇਹ ਸੀ, ਉਹ ਸੀ। ਪਾਗਲ ਦੇ ਪਰਦੇ ਤੇ ਫਿਰ ਸਾਰੇ ਪਾਗਲ ਹੋ ਕੇ ਇੱਕ ਦੂਸਰੇ ਨੂੰ ਮਾਰਨਾ ਸ਼ੁਰੂ ਕਰ ਦੇਣਗੇ, ਛੋਟੇ ਜਾਣਗੇ ਜੀ ਪਾਗਲ ਸੀ। ਜਿਹੜਾ ਪਾਗਲ ਹੈ ਉਹਨੂੰ ਸਗੋਂ ਦੱਬ ਕੇ ਸਜ਼ਾ ਦੇਵੋ, ਤਾਂ ਕਿ ਹੋਰ ਕਿਸੇ ਦਾ ਰਾਹ ਨਾ ਲਵੇ, ਹੋਰ ਕੋਈ ਖਾਨਦਾਨ ਬਰਬਾਦ ਨਾ ਕਰੇ। ਔਰ ਇਹਨਾਂ ਨੂੰ ਥੋੜਾ ਜਿਹਾ ਬਦਲਣਾ ਚਾਹੀਦਾ। ਇਹੀ ਹੈ ਕਿ ਅਸੀਂ ਬਾਹਰ ਦੇ ਲੋਕ ਹਾਂ, ਸਾਨੂੰ ਜ਼ਰਾ ਡਰਾ ਕੇ ਰੱਖਦੇ ਨੇ, ਜਿਵੇਂ ਨੇਟਿਵ ਲੋਕਾਂ ਨੂੰ ਰੱਖਦੇ, ਤੇ ਆਪ ਹੀ ਬਾਲਾ ਦਸਤ ਰਹਿੰਦੇ ਹਰ ਜਗ੍ਹਾ। ਸਾਡੇ ਮੁਲਕ 'ਚ ਵੀ ਜਾ ਕੇ ਸਾਨੂੰ ਡਰਾ ਕੇ ਰੱਖਦੇ, ਤੇ ਇੱਥੇ ਵੀ ਤੇ ਅਸੀਂ ਡਰ ਕੇ ਹੀ ਰਹਿੰਦੇ ਹਾਂ। ਦੇਖਦੇ ਹਾਂ ਕਿ ਵੀ ਕੋਈ ਸਾਨੂੰ ਬਹੁਤ ਸਾਰੇ ਰਿਮਾਰਕਸ ਸੁਣਨੇ ਪੈਂਦੇ ਇਹਨਾਂ ਲੋਕਾਂ ਦੇ। ਕੋਈ ਕੁਛ ਕਹਿੰਦਾ ਸਾਨੂੰ, ਕੋਈ ਕੁਛ ਕਹਿੰਦਾ, ਚੁੱਪ ਰਹੀਦਾ, ਇਗਨੋਰ ਕਰ ਦੇਈਦਾ। ਤੇ ਇਸ ਤਰ੍ਹਾਂ ਇਜਤਮਾਹੀ ਤੌਰ ਤੇ ਜੇ ਆਵਾਜ਼ ਉੱਠੇਗੀ ਤੇ ਥੋੜਾ ਜਿਹਾ ਕਾਨੂੰਨ ਬਦਲਣਗੇ, ਥੋੜਾ ਜਿਹਾ ਇਹ ਵੀ
ਤੇ ਪਟੜੀ ਤੇ ਆਣਗੇ ਜਿਹੜੇ, ਇਹਨਾਂ ਨੂੰ ਜ਼ਰੂਰ ਹੈ ਕਿ ਅਸੀਂ ਬਾਲਾ ਵਾਂ ਤੇ ਬਾਕੀ ਸਾਰੇ ਸਾਡੇ ਪੈਰਾਂ ਥੱਲੇ ਹੀ ਆ। ਲਿਹਾਜ਼ਾ ਇਹਨਾਂ ਨੂੰ ਤੁਹਾਡਾ ਫਿਰ ਸ਼ੁਕਰੀਆ ਕਿ ਤੁਸੀਂ ਜੁਰਤ ਨਾਲ ਸਹੀ ਗੱਲ ਕੀਤੀ ਹੈ। ਧੰਨਵਾਦ ਭੈਣ ਜੀ, ਅੱਲਾ ਅਜਰ ਦੇਵੇਗਾ। ਅੱਲਾ ਸ਼ੁਕਰੀਆ ਭਾਈ। ਧੰਨਵਾਦ ਭੈਣ ਜੀ, ਧੰਨਵਾਦ। ਗੱਲ ਇਹ ਹੈ, ਹੁਣ ਕਈ ਚੱਲੋ ਟਰੂਡੋ ਉਹਨਾਂ ਨੂੰ ਡਾਇਵਰਸਿਟੀ ਜੀ ਇਹ ਜੀ ਪਾਰਟੀ ਜੀ ਸਾਨੂੰ ਲਿਆਉਂਦੀ ਆ ਬਲਾਕ ਵੋਟਿੰਗ ਤੇ ਜੇ ਤੇ ਬੋ ਕਿੱਥੇ ਆ। ਜਗਮੀਤ ਸਿੰਘ ਉਹਨਾਂ ਤੇ ਅੱਜ ਸਟੇਟਮੈਂਟ ਸੁਣਿਓ ਬਈ, ਉਹਨੇ ਕਿਹਾ, ਉਹ ਕਹਿੰਦਾ ਇਹ ਆ ਦੇਸ਼ ਆ ਕੈਨੇਡਾ ਜਿੱਥੇ ਸੜਕ ਤੇ ਤੁਰੇ ਜਾਂਦਾ ਟੱਬਰ ਤੁਸੀਂ ਮਾਰ ਦਿੰਦੇ ਹੋ, ਜਿੱਥੇ 200 ਬੰਦੇ ਸਵਾ 200 ਬਾਲਾਂ ਦੀਆਂ ਤੁਸੀਂ ਕਬਰਾਂ ਲੱਭਦੇ ਹੋ। ਆਪ ਜਾਇਓ ਅੱਜ ਤੁਸੀਂ ਪਲੀਜ਼, ਜਿਹੜਾ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਜਿਹੜੀ ਸਾਈਟ ਆ ਉਹਨਾਂ ਦੀ nccm.ca ਦੇਖਿਓ ਮੈਪ। 2013 'ਚ ਕਿਹੜੀ ਸਰਕਾਰ ਤੇ ਕਿਹੜੀ ਗੱਲ ਕਰਦੇ ਤੁਸੀਂ ਬਈ ਅਸੀਂ ਕਿੱਥੇ ਖੜ੍ਹੇ ਹਾਂ। 2013 ਦੇ ਵਿੱਚ 12 ਘਟਨਾਵਾਂ ਹੋਈਆਂ ਹੇਟ ਕ੍ਰਾਈਮ ਦੀਆਂ, ਸਾਰੀਆਂ ਜੋ ਮੈਂ ਤੁਹਾਨੂੰ ਦੱਸਿਆ, ਧੱਕੇ ਮੁੱਕੀ ਦੀਆਂ, ਗਾਲਾਂ ਦੀਆਂ, ਮਤਲਬ ਨਫ਼ਰਤ ਦੀਆਂ, ਤੋੜ ਭੰਨ ਦੀਆਂ, ਤੇ ਉਹਦੇ ਬਾਅਦ ਥ੍ਰੈਟਸ ਦੀਆਂ, ਔਨਲਾਈਨ ਦੀਆਂ। 2013 'ਚ ਸਾਰੇ ਕੈਨੇਡਾ 'ਚ 14 ਦੇ ਵਿੱਚ 26 ਨੇ, 15 ਦੇ ਵਿੱਚ 59 ਨੇ, 16 ਦੇ ਵਿੱਚ 64 ਨੇ, 17 ਦੇ ਵਿੱਚ 72 ਨੇ। ਤੁਸੀਂ ਕਿਹੜੀ ਗੱਲ, ਕਿਹੜੇ ਦੇਸ਼ ਦੀ, ਤੁਸੀਂ ਕਿਹੜੇ ਡਾਇਵਰਸਿਟੀ ਦੀ ਕਿਹੜੀ ਗੱਲ ਕਰਦੇ ਹੋ ਤੁਸੀਂ? ਡਾਇਵਰਸਿਟੀ ਇਹ ਆ ਵੀ ਸਾਡੇ ਈਦ ਤੇ ਸਾਡੀਆਂ ਵਿਸਾਖੀਆਂ ਤੇ ਤੂੰ ਸਾਡੇ ਵਰਗੇ ਕੱਪੜੇ ਪਾ ਕੇ ਆ ਜਾਣਾ। ਸਾਡੀ ਜਾਨ ਮਾਲ ਦੀ ਜਿਹੜੀ ਰੱਖਿਆ ਗੱਲ ਉਹਦੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਵੀ ਤੁਸੀਂ ਖੀਰ ਖਾ ਲਈ ਸਾਡੀ ਤੇ ਤੁਸੀਂ ਸੇਵੀਆਂ ਖਾ ਲੀਆਂ ਈਦ ਨੂੰ ਤੇ ਗਲ ਮਿਲ ਲਏ। ਇਹ ਕਿਹਦੀ ਕਹਾਣੀ ਹੈ? ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਦੋਂ ਤੁਸੀਂ ਗੱਲ ਦੱਸੀ ਵੀ 20 ਮਿੰਟ ਲੱਗੇ ਨਾ ਦੱਸਣ ਨੂੰ, ਬਿਲਕੁਲ ਇਹੋ ਹੀ ਗੱਲ ਜਿਹੜੀ ਆ, ਇਸ ਗੱਲ ਦਾ ਦੁੱਖ ਆ ਹਾਲੇ ਤਾਈਂ ਇਹੋ ਗੱਲਾਂ ਜਿਹੜੀਆਂ ਚੱਲ ਰਹੀਆਂ। ਮੈਨੂੰ ਤੁਹਾਡੀ ਗੱਲ ਕਰਦਿਆਂ ਚੇਤੇ ਆ ਗਿਆ ਜਦੋਂ ਓਕਲਾਹੋਮਾ 'ਚ ਬੋਮਿੰਗ ਹੋਈ ਸੀ ਨਾ ਫੈਡਰਲ ਬਿਲਡਿੰਗ ਤੇ, ਤਾਂ ਉਸ ਵੇਲੇ ਪੈਂਸਲਵੇਨੀਆ ਜਿਹੜੇ ਫੈਡਰਲ ਬਿਲਡਿੰਗ 'ਚ ਮੈਂ ਤੇ ਮੇਰੇ ਭੂਆ ਦਾ ਪੁੱਤ ਖੜੇ ਸੀਗੇ। ਅਸੀਂ ਜਿੱਦਾਂ ਲਾਇਸੈਂਸ ਲੈਣਾ ਸੀ ਮੇਰੇ ਭੂਆ ਦੇ ਪੁੱਤ ਨੇ, ਉੱਥੇ ਉੱਥੇ ਜਦੋਂ ਖਬਰ ਆਈ ਆ ਤਾਂ ਉਸ ਵੇਲੇ ਜਿੰਨੇ ਉੱਥੇ ਖੜੇ ਸੀ ਸਾਰਿਆਂ ਦੀਆਂ ਅੱਖਾਂ ਜਿੱਦਾਂ ਸਾਨੂੰ ਪਾੜ ਲੰਘ ਰਹੀਆਂ ਸੀ, ਸਾਡੇ ਵੱਲ ਦੇਖ ਰਹੀਆਂ ਸੀ। ਕਿਉਂ ਦੂਜਾ ਸਿੱਖਿਆ ਜਿਹੜਾ ਇਹੋ ਮੁਸਲਮਾਨ ਆਇਡੈਂਟੀਟੀ ਨਾਲ ਥੋੜਾ ਜਿਹਾ ਅਸੀਂ ਲੱਗਦੇ ਆ। ਕਿਉਂ ਜਦੋਂ 9/11 ਵੀ ਹੋਇਆ ਉਦੋਂ ਵੀ ਸਾਡਾ ਪਹਿਲਾ ਸਿੱਖ ਹੀ ਆ ਜਿਹੜਾ ਜਿਹਨੂੰ ਮਾਰਿਆ ਗਿਆ ਆਇਡੈਂਟੀਟੀ ਦੇ ਭੁਲੇਖੇ ਦੇ ਵਿੱਚ। ਸੋ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਇਹ ਜਿਹੜਾ ਜਿੱਦਾਂ ਹੁਣ ਇਹੋ ਹੋਇਆ ਹੈਗਾ, ਜਦੋਂ ਆ ਟਰੂਡੋ ਸਾਹਿਬ ਨੇ ਕਿਹਾ ਵੀ ਇਹ ਟੈਰਰਿਸਟ ਐਕਟ ਆ, ਉਹਦੇ ਨਾਲ ਇਹ ਵੀ ਗੱਲ ਸ਼ੁਰੂ ਕਰਨੀ ਚਾਹੀਦੀ ਆ ਵੀ ਭਾਈ ਆ ਜਿਹੜਾ ਧਰਮਾਂ ਦੇ, ਜਾਤਾਂ ਦੇ, ਰੰਗਾਂ ਦੇ ਨਾਂ ਤੇ ਤੁਸੀਂ ਜਿਹੜੀ ਗੱਲ ਕਰਦੇ ਹੈਗੇ ਆ, ਉਸ ਵੇਲੇ ਫਿਰ ਇਹੋ ਜਿਹੜੀ ਗੱਲ ਖਤਮ ਹੋਣੀ ਚਾਹੀਦੀ ਆ। ਜਦੋਂ ਬਲੈਕ ਜਿਹੜਾ ਦੂਜਾ ਕਿ ਨਾ ਟੈਰਰਿਸਟ ਕਿਹਾ ਜਾ ਸਕਦਾ, ਜਿੱਥੇ ਦੂਜਾ ਕਿ ਨਾ ਏਸ਼ੀਅਨ ਟੈਰਰਿਸਟ, ਮੁਸਲਿਮ ਟੈਰਰਿਸਟ ਕਹਿੰਦੇ ਆ, ਇੱਕਾਂ ਤੇ ਟੈਗ ਕੀਤਾ ਜਾਂਦਾ, ਕਿਉਂ ਨਹੀਂ ਉਸ ਬੰਦੇ ਨੂੰ ਇੱਕ ਇੰਡੀਵਿਜੂਅਲ ਦੀ ਗੱਲ ਕੀਤੀ ਜਾਂਦੀ? ਇਹ ਗੱਲ ਦਾ ਖਾਤਮਾ ਹੋਣਾ ਚਾਹੀਦਾ ਆ। ਇਹ ਜਿਹੜਾ ਟਰੂਡੋ ਸਾਹਿਬ ਨੇ ਕਿਹਾ ਨਾ ਵੀ ਦੂਜਾ ਇਹੋ ਟੈਰਰਿਸਟ ਐਕਟ ਆ, ਇੱਕ ਸਿਰਫ ਲੋਕਾਂ ਨੂੰ ਹਾਲੇ ਵੀ ਨਿਭਾਉਣ ਵਾਲੀ ਗੱਲ ਆ। ਇਹ ਜਿੱਦਾਂ ਕੰਪਲੀਟ ਨਹੀਂ ਉਹ ਜਿਹੜੀ ਗੱਲ ਹੈਗੀ, ਜੇ ਵਾਕਿਆ ਹੀ ਉਹਨਾਂ ਦੇ ਦਿਲ 'ਚ ਕੋਈ ਗੱਲ ਹੈਗੀ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਆ ਵੀ ਭਾਈ ਆ ਦੂਸਰਿਆਂ ਨੂੰ ਟੈਗ ਕਰਨਾ ਬੰਦ ਕਰਕੇ ਇੰਡੀਵਿਜੂਅਲਸ ਤੇ ਆ ਕੇ ਉਹਨਾਂ ਦੇ ਐਕਟਸ ਦੀ ਗੱਲ ਕਰੀਏ। ਆ ਜਿਹੜਾ ਜਿੱਦਾਂ ਹੁਣ 215 ਦਾ ਹੈਗਾ ਆ, ਉਹ ਉੱਥੋਂ ਦੂਜਾ ਜਿਹੜਾ ਵੈਟੀਕਨ ਤੋਂ ਕਹਿੰਦੇ ਜੀ ਸਾਨੂੰ ਦੁੱਖ ਤਾਂ ਬਹੁਤ ਹੈਗਾ ਆ ਪਰ ਮਾਫੀ ਅਸੀਂ ਨਹੀਂ ਮੰਗਣੀ, ਮਾਫੀ ਉਹ ਹੀ ਮੰਗਣਗੇ। ਇਹ ਗੱਲਾਂ ਗਲਤ ਹੈਗੀਆਂ ਆ। ਜਿਹੜੇ ਆ ਬੁੱਤ ਜਿਹੜੇ ਲਾਏ ਜਾ ਰਹੇ ਆ, ਇਹ ਦੂਜਾ ਲਿਖਣੇ ਚਾਹੀਦੇ ਆ। ਇਹ ਸਿੰਬਲਿਜ਼ਮ ਬਣਨਾ ਚਾਹੀਦਾ ਵੀ ਜਿਹੜਾ ਬੰਦਾ ਜੇ ਕਿਸੇ ਨੇ ਕੋਈ ਭਕਾਨੀ ਵਾਲਾ ਕੰਮ ਕੀਤਾ, ਮਾੜਾ ਕੰਮ ਕੀਤਾ, ਤੇ ਉਹਦਾ ਅਸੀਂ ਹਸ਼ਰ ਅੱਜ ਵੀ ਆਹ ਕਰਦੇ ਆ। ਯੂਸ਼ਾ ਨੇ ਕਬਰਾਂ ਚੋਂ ਕੱਢ ਕੇ ਕੇਸ ਖਿਲਾਤੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਡਾਕਟਰ ਜੰਡੀ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬੜੀ ਸੈਡ ਇੰਸੀਡੈਂਟ ਹੈ ਬਹੁਤ ਜੀ। ਮਤਲਬ ਇਹਦਾ ਜਿੰਨਾ ਵੀ ਮੈਨੂੰ ਪਤਾ ਨਹੀਂ, ਤੁਸੀਂ ਐਕਸਪਲੇਨ ਹੀ ਇਹਨੂੰ ਕਿੱਦਾਂ ਕਰ ਸਕਦੇ ਆ ਜੀ। ਮੈਂ ਕਿਸੇ ਮੇਰਾ ਇੱਕ ਦੋਸਤ ਆ, ਉਹ ਨੋਵਾ ਸਕੋਸ਼ੀਆ, ਮੇਰੇ ਉਹਨਾਂ ਨਾਲ ਸਵੇਰੇ ਗੱਲ ਹੋ ਰਹੀ ਸੀ
ਔਰ ਜਿਹੜਾ ਜਿਹੜੀ ਬੇਸਿਕ ਪ੍ਰੋਬਲਮ ਹੈ ਉਹ ਹੈਗੀ ਆ ਵੀ ਆਪਾਂ ਜਿੰਨੇ ਪੋਲੀਟੀਸ਼ੀਅਨ ਨੇ ਇੱਥੇ ਉਹ ਓਪਨਲੀ ਨਹੀਂ ਇਸ ਚੀਜ਼ ਨੂੰ ਕਰਦੇ, ਕਿਉਂਕਿ ਉਹਨਾਂ ਦੇ ਇਹਦੇ ਪਿੱਛੇ ਵੀ ਇੱਕ ਵੋਟਿੰਗ ਬਲੌਕ ਆ, ਉਹ ਕੋਈ ਵੀ ਨਹੀਂ ਚਾਹੁੰਦਾ। ਹੁਣ ਜਦੋਂ ਜਿਹੜਾ ਬਿਗੈਸਟ ਇਹਦੇ ਵਿੱਚ ਹੈਗੀ ਆ, ਜਦੋਂ ਕਿਊਬਿਕ ਵਾਲਿਆਂ ਨੇ ਅਗੇਂਸਟ ਰਿਲੀਜੀਅਸ ਸਿੰਬਲ ਦੇ ਅਗੇਂਸਟ ਲਾ ਲੈ ਕੇ ਆਂਦਾ, ਉਦੋਂ ਪ੍ਰਾਈਮ ਮਿਨਿਸਟਰ ਸਾਹਿਬ ਮੇਰੇ ਖਿਆਲ ਕਈ ਮਹੀਨੇ ਚੁੱਪ ਰਹੇ। ਜਦੋਂ ਜਗਮੀਤ ਸਿੰਘ ਹੋਣੀ ਸਟੇਟਮੈਂਟ ਦਿੱਤੀ, ਉਸ ਤੋਂ ਬਾਅਦ ਵਿੱਚ ਇੱਕ ਇਹਨਾਂ ਦੀ ਇੱਕ ਉਹ ਸਟੇਟਮੈਂਟ ਆਈ ਜਿਹਦੇ ਵੀ ਕੋਈ ਹੱਥ ਪੈਰ ਹੈ ਨਹੀਂ ਸੀ, ਉਹ ਵੀ ਮਤਲਬ ਉਹ ਵੀ ਉਸ ਹਿਸਾਬ ਦੀ ਸਟੇਟਮੈਂਟ ਨਹੀਂ ਜਿਸ ਹਿਸਾਬ ਦੀ ਆਉਣੀ ਚਾਹੀਦੀ ਸੀ। ਇਹ ਉਹ ਜਿਹੜਾ ਉਹ ਇੱਕ ਮਤਲਬ ਇਸ ਚੀਜ਼ ਦਾ ਇੱਕ ਰੇਸਿਜ਼ਮ ਦਾ ਇੱਕ ਉਹ ਓਪਨ ਸਟੇਟਮੈਂਟ ਆ ਵੀ ਅਸੀਂ ਰੇਸਿਸਟ ਆ। ਬਿਲਕੁਲ ਇੱਕ ਸਰਕਾਰ ਓਪਨ ਸਟੇਟਮੈਂਟ ਦੇ ਰਹੀ ਆ ਅਸੀਂ ਰੇਸਿਸਟ ਆ। ਜੇ ਤੁਹਾਨੂੰ ਇਹ ਆ ਗਵਰਨਮੈਂਟ ਕੋਲੇ ਪਾਵਰਾਂ ਹੁੰਦੀਆਂ, ਗਵਰਨਮੈਂਟ ਨੂੰ ਚਾਹੀਦਾ ਜੇ ਉਹਦੇ ਅਗੇਂਸਟ ਜਿਸ ਵੀ ਲਾ ਦੇ ਅਗੇਂਸਟ ਉਹ ਲਿਆ ਕੇ ਉਹਨੇ ਕੀਤਾ ਉਹਨੂੰ ਸਸਪੈਂਡ ਕਰ ਦੇ। ਗਵਰਨਮੈਂਟ ਹੈਜ਼ ਐਮਰਜੈਂਸੀ ਪਾਵਰਸ, ਜਿਹੜਾ ਕਿਊਬਿਕ ਨੇ ਕੀਤਾ। ਉਹ ਚੀਜ਼ਾਂ ਜਿਹੜੀਆਂ ਸਰਕਾਰੀ ਲੈਵਲ ਤੇ ਹੁੰਦੀਆਂ ਉਹ ਚੀਜ਼ਾਂ ਅੱਗੇ ਹੌਲੀ ਹੌਲੀ ਹੁੰਦੀਆਂ। ਉਹ ਮਤਲਬ ਉਹ ਬਿਗੇਸਟ ਸਟੇਟਮੈਂਟ ਆ ਅਗੇਂਸਟ ਰੇਸਿਸਟ ਸਟੇਟਮੈਂਟ, ਜਿਹੜੀ ਜਦੋਂ ਤਾਈਂ ਉਹਨੂੰ ਨਹੀਂ ਆਪਾਂ ਸਰਕਾਰਾਂ ਉਹਦੇ ਅਗੇਂਸਟ ਨਹੀਂ ਕਰਦੀਆਂ ਉਦੋਂ ਤਾਈਂ ਜਿਹੜਾ ਇੱਕ ਅੱਧੇ ਵਾਲਾ ਡਰਾਮਾ ਅੱਜ ਵਾਲਾ ਡਰਾਮਾ ਕਰ ਲੈਣਾ, 2 ਦਿਨ ਹੋਰ ਕਰ ਲੈਣਗੇ ਜਿਹੜੇ ਹੈਗੇ ਆ ਪੋਲੀਟੀਸ਼ੀਅਨ, ਆਪਾਂ ਪਾਸੋਂ ਨੂੰ ਸਕੁਅਰ ਬਣਤੇ ਹੋਣਾ। ਜੇ ਇਹਨਾਂ ਨੂੰ ਇੰਨਾ ਹੈ ਫਿਰ ਉਹ ਜਿਹੜਾ ਹਿਊਮਨ ਰਾਈਟ ਜੋ ਵੀ ਕੈਨੇਡੀਅਨ ਚਾਰਟਰ ਆਫ ਰਾਈਟਸ ਆ ਉਹਨੂੰ ਸਸਪੈਂਡ ਕਰ ਦਿਓ। ਜੇ ਉਹ ਤੁਹਾਨੂੰ ਦਿੰਦਾ ਵੀ ਕੋਈ ਸਟੇਟ ਇੱਦਾਂ ਦੀ ਲਿਆ ਸਕਦੀ ਉਹਦੇ ਅਗੇਂਸਟ ਲਾ ਲਿਆ ਸਕਦੀ, ਉਹਨੂੰ ਸਸਪੈਂਡ ਕਰਕੇ ਨਵਾਂ ਲਾ ਬਣਾਓ ਵੀ ਤੁਸੀਂ ਕਿਸੇ ਨਾਲ ਰੇਸਿਸਟ ਬਿਹੇਵੀਅਰ ਨਹੀਂ ਕਰ ਸਕਦੇ ਡਿਸਪਾਈਟ ਆਫ ਤੁਹਾਡੇ ਕੋਲ ਕਨਸਟੀਟਿਊਸ਼ਨਲ ਜੇ ਵੈਲਿਡਿਟੀ ਵੀ ਉਹਦੀ ਹੈਗੀ ਆ। ਥੈਂਕ ਯੂ। ਬਿਲਕੁਲ ਠੀਕ ਹੈ ਗੱਲ। ਸ਼ਾਹ ਕੁਲਵੀਰ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜਿਵੇਂ ਜਿਹੜਾ ਹੈਪਨ ਹੋਇਆ ਬਹੁਤ ਮੰਦਭਾਗਾ ਹੋਇਆ, ਜਿਵੇਂ ਵੀ ਇੱਕ ਬੰਦੇ ਨੇ ਗੱਡੀ ਚਾਰ ਕੇ ਪਰਿਵਾਰ ਨੂੰ ਕੁਚਲ ਦਿੱਤਾ ਨਾ। ਬਿਲਕੁਲ। ਤੇ ਉਹਦੇ ਵਿੱਚ ਮੰਨ ਲਓ ਵੀ ਉਹ ਕਹਿੰਦੇ ਪਾਗਲ ਆ ਹੁਣ ਨਾ। ਹਾਂ ਕਹਿਣਗੇ ਜੀ ਆਊਗਾ। ਹਾਂ ਪਾਗਲ ਆ ਤਾਂ ਫਿਰ ਉਹ ਆਪਣੇ ਵਾਈਟ ਜਾਂ ਆਪਣੀ ਨੈਸ਼ਨੈਲਿਟੀ ਨੂੰ ਕਿਉਂ ਨਹੀਂ ਕੁਚਲਿਆ ਉਹਨੇ ਨਾ। ਬਿਲਕੁਲ ਠੀਕ ਹੈ ਗੱਲ। ਕਿਉਂ ਪਾਗਲ ਤਾਂ ਜਿਸੇ ਸਿਰਫ ਇੱਕ ਮੁਸਲਿਮ ਪਰਿਵਾਰ ਨੂੰ ਹੀ ਕੁਚਲਣਾ ਸੀ ਉਹਨੇ। ਇਹ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ। ਇੱਕ ਸਿਰਫ ਮਗਰੋਂ ਜਿਹੜੀ ਜੀ ਪਾਗਲ ਹੈ ਤਾਂ ਉਹਨੂੰ ਬੰਨ੍ਹ ਕੇ ਰੱਖੋ ਕਿਸੇ ਵੀ ਚੀਜ਼ ਨੂੰ। ਪਰ ਸਾਡੇ ਵਿੱਚ ਜਿਹੜੇ ਸਾਡੇ ਨੁਮਾਇੰਦੇ ਆ ਜਾਂ ਸਾਡੇ ਪੋਲੀਟੀਸ਼ੀਅਨ ਆ, ਉਹਨਾਂ ਨੇ ਸਾਡੀ ਜਿਹੜੇ ਐਂਟੀ ਆ ਉਹਨੂੰ ਇੱਕ ਲੁਕੋ ਕੇ ਰੱਖਿਆ ਸਿਰਫ ਆਪਣੀ ਜਿੱਦਾਂ ਆਪਣੀ ਕੁਰਸੀ ਦੀ ਖਾਤਰ। ਜੇ ਸਿੱਖਾਂ ਕੋਲ ਸਿੱਖਾਂ ਦੀ ਗੱਲ ਕਰ ਦਿੰਦੇ, ਜੇ ਮੁਸਲਮਾਨਾਂ ਕੋਲ ਜੇ ਗੋਰਿਆਂ ਦੀ ਜੇ ਰੇਸਿਸ ਵਾਲਿਆਂ ਕੋਲ ਉਹਨਾਂ ਨੇ ਕਰ ਦਿੰਦੇ ਕਿ ਸਿੱਖ ਮਾੜੇ ਆ ਮੁਸਲਮਾਨ ਮਾੜੇ ਉੱਥੇ ਉੱਦਾਂ ਦੀ। ਉਹ ਹਰ ਇੱਕ ਤਰ੍ਹਾਂ ਦਾ ਢੋਂਗ ਚੱਲਦੇ ਆ ਨਾ ਜਿੱਥੇ ਵੀ ਜਾਂਦੇ ਆ। ਬਿਲਕੁਲ ਸੌਰੀ ਮੇਰੇ ਕੋਲ ਸਮਾਂ ਥੋੜਾ ਜਿਹਾ ਘੱਟ ਹੈ। ਲੇਲ ਸਾਹਿਬ ਗਗਨ ਸਿੰਘ ਜੀ ਲਾਈਨ ਨੰਬਰ 4। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵੀ ਜਿਹੜਾ ਤੁਸੀਂ ਮੀਡੀਆ ਦੇ ਰੇਸਿਜ਼ਮ ਦੀ ਗੱਲ ਕਰਦੇ ਆ ਨਾ, ਤੁਸੀਂ ਇਹ ਦੇਖੋ ਵੀ ਪਿਛਲੇ 2 ਹਫ਼ਤੇ ਪਹਿਲੋਂ ਅਸੀਂ ਇੱਕ ਮੀਡੀਆ ਰਿਲੀਜ਼ ਭੇਜੀ UTA ਵੱਲੋਂ, ਇੱਕ ਵੀ ਵਾਈਟ ਮੀਡੀਆ ਨੇ ਉਹਨੂੰ ਕਵਰ ਨਹੀਂ ਕੀਤਾ। ਸੋ ਯਾਨੀ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਇਹ। ਪਰ ਦੂਜੀ ਗੱਲ ਇਹ ਆ ਜਿਹੜੇ ਵਾਈਟ ਹੋ ਕੇ ਰੇਸਿਜ਼ਮ ਕਰਦੇ ਨਾ, ਜਸਟੀਫਿਕੇਸ਼ਨ ਤਾਂ ਕਿਸੇ ਦੀ ਵੀ ਨਹੀਂ। ਉਹ ਤਾਂ ਇੱਕ ਮਾੜੇ ਹੈਗੇ ਆ, ਪਰ ਜਿਹੜੇ ਬਰਾਊਨ ਹੋ ਕੇ ਉਹਦੀ ਸਪੋਰਟ ਕਰਦੇ ਆ ਨਾ, ਬਿਲਕੁਲ ਠੀਕ, ਉਹ ਇੱਕ ਉਦੋਂ ਵੀ ਮਾੜੀ ਚੀਜ਼ ਆ। ਸ਼ੁਕਰੀਆ, ਧੰਨਵਾਦ ਜੀ। ਕਿਤੇ ਜਾ ਕੇ ਉਹਨਾਂ ਧਰਮ ਵਰਗੇ ਭੇਸ ਭੂਸਾ ਪਾ ਕੇ ਤੁਸੀਂ ਕਹੋ ਅਸੀਂ ਪਿਆਰ ਕਰਦੇ ਹਾਂ ਧਰਮ ਨੂੰ, ਇਹ ਝੂਠ ਹੈ। ਈਦ ਨੂੰ ਜਾ ਕੇ ਇਕੱਲੇ ਇੱਕ ਦਿਨ ਮੁਸਲਿਮ ਭਾਈਚਾਰੇ ਨੂੰ ਗਲ ਮਿਲ ਲੈਣਾ ਹੈ ਇੱਥੇ ਨਿਊਟਨ ਦੇ ਜਾਂ ਕਿਤੇ ਮਸਜਿਦ 'ਚ, ਰਾਮ ਨੌਮੀ ਤੇ ਮੰਦਿਰ ਤੇ ਜਾ ਕੇ ਤਿਲਕ ਲਾ ਲੈਣਾ, ਵਿਸਾਖੀ ਵਾਲੇ ਦਿਨ ਸਿਰ ਤੇ ਖੱਟਾ ਪਟਕਾ ਬੰਨ ਲੈਣਾ, ਉਹਦੇ ਨਾਲ ਤੁਸੀਂ ਧਰਮ ਦੀ ਗੱਲ ਕਰਦੇ ਹੋ। ਡਾਕਟਰ ਜੰਡੀ ਵਾਲੀ ਗੱਲ ਆ, ਕਹੋ ਜਾ ਕੇ ਤੁਸੀਂ ਜਿਹੜਾ ਕਿਹਾ ਵੀ ਰਿਲੀਜੀਅਸ ਸਿੰਬਲ ਪਾ ਕੇ ਗਵਰਨਮੈਂਟ ਜੌਬ ਨਹੀਂ ਕਰ ਸਕਦਾ, ਕਵੇ ਲਾ ਟਰੂਡੋ ਮੈਂ ਇਹਦੇ ਖਿਲਾਫ ਹਾਂ। ਨਹੀਂ ਕਹਿ ਨਹੀਂ ਸਕਦੇ। ਸਰ ਜਗਮੀਤ ਸਿੰਘ ਨੇ ਕਿਹਾ ਤੇ ਉਹਨਾਂ ਨੂੰ ਦੇਖਿਆ ਤੁਸੀਂ ਉਹਨਾਂ ਦੀ ਕੈਂਪੇਨ ਦੇ ਵਿੱਚ ਮੌਂਟਰੀਅਲ ਦੇ ਵਿੱਚ ਕਿਵੇਂ ਬੰਦਾ ਆ ਕੇ ਕੀ ਕੁਛ ਕਰਦਾ ਰਿਹਾ, ਕੀ ਕਹਿੰਦਾ ਰਿਹਾ ਦਸਤਾਰ ਨੂੰ ਆ ਕੇ। ਸਾਹਿਬ ਮਨਵੀਰ ਸਿੰਘ ਗਰੇਵਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜੇ ਆਪਾਂ ਦੇਖੀਏ ਮੀਡੀਆ ਆਊਟਲੈਟ ਤੇ ਸਰਕਾਰ ਦਾ ਤਾਂ ਆਪਾਂ ਨੂੰ ਸਿੱਧਾ ਹੀ ਕਹਿੰਦੇ ਨੇ ਉਹਨਾਂ ਦਾ ਫੇਸ ਵੈਸੇ ਹੀ ਸਾਹਮਣੇ ਆ ਜਾਂਦਾ ਵੀ ਇਸ ਮਾਮਲੇ ਤੇ ਕੋਈ ਸਟੈਂਡ ਨਹੀਂ ਲੈਂਦੇ। ਉੱਤੋਂ ਗੱਲ ਆ ਜਾਂਦੀ ਹੈ ਮੇਨ ਸਟ੍ਰੀਮ ਕਮਿਊਨਿਟੀ ਦੀ ਵੀ ਮੇਰੇ ਹਿਸਾਬ ਨਾਲ ਬਹੁਤ ਵੱਡੀ ਇਹ ਗਲਤੀ ਹੈ। ਜਦੋਂ ਆਪਣੇ ਆਹ ਹੋਇਆ ਸੀ ਹੋਮਬੋਲਡ ਬ੍ਰੌਂਕੋਸ ਵਾਲਾ ਹਾਦਸਾ,
ਉਦੋਂ ਦੇਖੋ ਜਰਸੀਆਂ ਪਾ ਉਹ ਕਰ, ਉਦੋਂ ਕਮਿਊਨਿਟੀ ਬਹੁਤ ਜ਼ਿਆਦਾ ਮੋਬਿਲਾਈਜ਼ ਹੋਈ ਸੀ, ਮੇਨ ਸਟ੍ਰੀਮ ਵੀ ਆਪਣੀ ਵੀ। ਹੁਣ ਦੇਖੋ ਆਹ 215 ਜਵਾਕ ਵਿਚਾਰੇ ਇੰਡੀਜਨਸ ਮਿਲੇ ਨੇ, ਇਹਨਾਂ ਦੇ ਅੰਗ ਮਿਲੇ ਨੇ, ਉਹ ਹੋ ਗਈ, ਜਾਂ ਦੂਜਾ ਹੋ ਗਿਆ ਆਪਣਾ ਇਹ ਅੱਜ ਦਾ ਜਿਹੜਾ ਹੋਇਆ ਕੱਲ ਦਾ ਟੋਰਾਂਟੋ ਵਾਲਾ, ਉਹ ਤਾਂ ਕਮਿਊਨਿਟੀ ਮੋਬਿਲਾਈਜ਼ ਹੋਣ ਨੂੰ ਕਿਤੇ ਕਹਿੰਦੇ ਹੁੰਦੇ ਨੇ ਕਿੰਨਾ ਕੁ ਦੇਰ ਲੱਗੂਗੀ ਇਹਨਾਂ ਨੂੰ, ਮੈਨੂੰ ਸਮਝ ਨਹੀਂ ਆਉਂਦੀ। ਉਦੋਂ ਤਾਂ ਮਿੰਟ 15 ਦੇ ਵਿੱਚ ਸਾਰੀ ਕਮਿਊਨਿਟੀ ਇੱਕ ਹੋ ਗਈ ਸੀ। ਬਿਲਕੁਲ, ਹਾਂਜੀ, ਥੈਂਕ ਯੂ ਜੀ। ਥੈਂਕ ਯੂ। ਨੋ, ਇਹ ਬਹੁਤ ਵੱਡਾ ਵਿਸ਼ਾ। ਇਹ ਇਸ ਤਰ੍ਹਾਂ ਨਹੀਂ ਹੈ ਬਈ ਹੁਣ ਕਹਿ ਦੋ ਮਨੋਰੋਗੀ ਹੈ, ਠੀਕ ਹੈ ਕੁਲਵੀਰ ਸਿੰਘ ਉਹਨਾਂ ਦੀ ਗੱਲ, ਜੇ ਮਨੋਰੋਗੀ ਆ ਮੈਂ ਅਸੀਂ ਇਹਦੀ ਪ੍ਰੋੜਤਾ ਨਹੀਂ ਕਰਦੇ, ਮਨੋਰੋਗੀ ਹੈ ਤੇ ਉਹਨਾਂ ਨੂੰ ਮੁਸਲਿਮ ਇੱਕ ਪਰਿਵਾਰ ਕਿਵੇਂ ਮਿਲ ਗਿਆ ਗੱਡੀ ਚੜਾਉਣ ਨੂੰ, ਬਈ ਉਹਨਾਂ ਦੇ ਕੁੜਤੇ ਪਜਾਮੇ ਤੋਂ ਲੱਗ ਗਿਆ, ਸਿਰ ਦੇ ਹਿਜਾਬ ਤੋਂ ਲੱਗ ਗਿਆ ਵੀ ਮੁਸਲਮਾਨ ਹੈ, ਬਸ ਸਿੰਪਲ। ਇਸ ਤਰ੍ਹਾਂ ਨਹੀਂ ਹੈ ਵੀ ਤੁਰੇ ਜਾਂਦੇ ਨੇ ਚੜਾਤੀ, ਉਹਦੀ ਪਲੈਨਿੰਗ ਹੋਣੀ ਆ, ਦੇਖਿਆ ਉਹ ਪਰਿਵਾਰ ਜਾਂਦਾ ਵੇ। ਅੱਜ ਦਾ ਪੰਜਾਬ ਇਸ ਸੈਗਮੈਂਟ ਦੇ ਤਹਿਤ ਅੱਜ ਪਹਿਲੀ ਜਿਹੜੀ ਇੰਟਰਵਿਊ ਹੈ ਸਰਦਾਰ ਪ੍ਰਗਟ ਸਿੰਘ ਨਾਲ ਪਹਿਲੀ ਕੜੀ ਹੋਏਗੀ। ਆਉਣ ਵਾਲੇ 3-4 ਮੰਗਲਵਾਰ ਉਹਨਾਂ ਨਾਲ ਖੁੱਲ੍ਹ ਕੇ ਗੱਲਾਂ, ਤੁਹਾਡੇ ਸਵਾਲ ਜਿਹੜੇ ਸ਼ਾਮਲ ਕਰਾਂਗਾ, ਉਹਨਾਂ ਦੀਆਂ ਗੱਲਾਂ ਸ਼ੁਰੂ ਹੋਣ ਤੋਂ ਬਾਅਦ 2 ਸੈਗਮੈਂਟਸ ਤੋਂ ਬਾਅਦ ਫਿਰ ਤੁਸੀਂ ਸ਼ਾਮਲ ਹੋਇਆ ਕਰੋ। ਇੱਕ ਅਲੱਗ ਪ੍ਰਪੇਖ ਤੋਂ ਅਲੱਗ-ਅਲੱਗ ਪੋਲੀਟੀਕਲ ਲੀਡਰਾਂ ਨਾਲ, ਪ੍ਰਗਟ ਸਿੰਘ ਉਹਨਾਂ ਨਾਲ ਸ਼ੁਰੂ ਕਰਕੇ ਫਿਰ ਹੋਰ ਜਿਹੜੇ ਪੰਜਾਬ ਦੇ ਭਲੇ ਦੇ ਲਈ ਗੱਲ ਕਰਦੇ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ, ਉਹਨਾਂ ਨੂੰ ਤੁਹਾਡੇ ਸਨਮੁਖ ਕਰਿਆ ਕਰਾਂਗਾ ਹੁਣ ਤੋਂ 5-4 ਮਹੀਨੇ ਜਦ ਤੱਕ ਵੋਟਾਂ ਪੈਣੀਆਂ ਨੇ। ਪਰ ਪਹਿਲੇ ਵਿਸ਼ੇ ਤੇ ਸਰਦਾਰ ਜਸਵੀਰ ਸਿੰਘ ਕੋਈ ਗੱਲਬਾਤ ਕਰਨੀ ਚਾਹੁੰਦੇ ਨੇ। ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ। ਧੰਨਵਾਦ ਸਰਦਾਰ ਜੀ। ਮੈਂ ਤਾਂ ਸ਼ਾਰਟ ਸੀ ਗੱਲ ਕਰਨੀ ਮੈਂ ਕੋਸ਼ਿਸ਼ ਕਰਦਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮਨੁੱਖ ਜਾਮੇ ਦੇ ਵਿੱਚ ਜਿਹੜੇ ਜਾਨਵਰ ਕਿਸਮ ਦੀ ਵਿਰਤੀ ਦੇ ਲੋਕ ਹੁੰਦੇ ਨੇ, ਇਹ ਸਦੀਵੀ ਕਾਲ ਤੋਂ ਚਲੇ ਆਉਂਦੇ ਨੇ ਔਰ ਇਹਨਾਂ ਨੇ ਐਗਜ਼ਿਸਟ ਕਰਦੇ ਰਹਿਣਾ ਹੈ। ਪਰ ਮੈਂ ਇਸ ਜਿਹੜੀ ਜ਼ੁਲਮ ਕੀਤਾ ਹੈ ਮਨੁੱਖ ਦੀ ਨਫ਼ਰਤਾ ਦੇ ਨਾਲ ਇਸ ਵਿਅਕਤੀ ਨੇ, ਇਹਦੀ ਜਿੰਨੀ ਨਿੰਦਾ ਹੋਵੇ ਉਨੀ ਥੋੜ੍ਹੀ ਹੈ। ਦੂਸਰੀ, ਮੈਂ ਦੇਖੋ ਕੋਈ ਵੀ ਚੀਜ਼ ਜਿਹੜੀ ਹੈ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਲੇਕਿਨ ਉਹਦੇ ਉੱਤੇ ਰੋਕਥਾਮ ਕਰਨ ਦੇ ਸਾਧਨ ਜਿਹੜੇ ਨੇ ਉਹ ਵਧੀਆ ਕੀਤੇ ਜਾ ਸਕਦੇ ਨੇ। ਤੁਸੀਂ ਆਪਣੇ ਵਿਚਾਰਾਂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਮੁਸਲਿਮ ਭਾਈਚਾਰੇ ਨੇ ਆਪਣੀ ਵੈਬਸਾਈਟ ਦੇ ਉੱਤੇ 16 ਤੋਂ ਲੈ ਕੇ ਹੁਣ ਤੱਕ ਤੇ ਜਿਹੜੇ ਮਨੁੱਖੀ ਹੱਕਾਂ ਦੇ ਉੱਤੇ ਇਹਨਾਂ ਨੇ ਦੁਸ਼ਵਾਰੀਆਂ ਕੀਤੀਆਂ ਨੇ, ਉਹਨਾਂ ਦੀ ਗਿਣਤੀ ਉਹਨਾਂ ਨੇ ਪੋਸਟ ਕੀਤੀ ਹੈ। ਇਹਦਾ ਮਤਲਬ ਉਹ ਆਪਣੇ ਭਾਈਚਾਰੇ ਦੇ ਨਾਲ ਹੋਣ ਵਾਲੇ ਜ਼ੁਲਮ ਨੂੰ ਜਾਂ ਨਫ਼ਰਤ ਨੂੰ ਦਿਨ ਬਾਈ ਦਿਨ ਜਿਹੜੇ ਨੇ ਉਹ ਗਿਣਤੀ ਦੇ ਵਿੱਚ ਲਿਆ ਕੇ ਉਹਨੂੰ ਅੰਕਿਤ ਕਰ ਰਹੇ ਨੇ ਔਰ ਇੱਕ ਸਿਸਟਮ 'ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਸਾਨੂੰ ਸਾਡੇ ਲੀਡਰਾਂ ਨੂੰ ਇਹ ਅਪਰੋਚ ਕਰਨ ਦੀ ਲੋੜ ਹੈ ਕਿ ਇਹ ਨਫ਼ਰਤ ਜਿਹੜੀ ਹੈ ਬਚਪਨ 'ਚੋਂ ਪਾਈ ਜਾਂਦੀ ਹੈ। ਸਕੂਲਾਂ ਦੇ ਵਿੱਚ ਜਿਹੜੇ ਕਰੂਕਲਮ ਬਣਾਉਂਦੇ ਨੇ ਇਹ, ਉਹਨਾਂ ਦੇ ਵਿੱਚ ਏਸ਼ੀਅਨਜ਼ ਦਾ ਜਿਹੜੀਆਂ ਵੀ ਮਿਨੋਰਟੀਜ਼ ਜਾਂ ਜਿਹੜੇ ਵੀ ਇਮੀਗ੍ਰੈਂਟਸ ਲੋਕ ਆਉਂਦੇ ਨੇ ਉਹਨਾਂ ਦੀ ਬੇਸਿਕ ਜਾਣਕਾਰੀ ਦਾ ਉਪਰਾਲਾ ਹੋਣਾ ਚਾਹੀਦਾ। ਇਹ ਪਹਿਲਾਂ ਵੀ ਸਵਾਲ ਉੱਠਿਆ ਸੀ, ਹੁਣ ਇਹਨੂੰ ਸ਼ਿੱਦਤ ਦੇ ਨਾਲ ਉਠਾਉਣਾ ਚਾਹੀਦਾ ਹੈ ਕਿ ਬੱਚਿਆਂ ਦੇ ਵਿੱਚ ਇੱਕ ਦੂਸਰੇ ਪ੍ਰਤੀ ਜਾਣਕਾਰੀ ਦਿੱਤੀ ਜਾਵੇ ਕਿ ਕੌਣ ਕੀ ਨੇ, ਕਿਵੇਂ ਨੇ, ਕਾਹਤੋਂ ਨੇ, ਉਹ ਕੀ ਕਰਦੇ ਨੇ, ਕੀ ਖਾਂਦੇ ਨੇ, ਕੀ ਪਹਿਨਦੇ ਨੇ, ਤਾਂ ਕਿ ਉਹਨਾਂ ਦੀ ਮਾਨਸਿਕ ਜਿਹੜੀ ਸਥਿਤੀ ਡਿਵੈਲਪ ਹੋ ਰਹੀ ਆ ਉਹਦੇ ਵਿੱਚ ਇਨਸਾਨ ਪ੍ਰਤੀ ਸਹੀ ਜਾਣਕਾਰੀ ਦਾ ਵਿਸਾਰ ਹੋ ਸਕੇ। ਆਪਣੇ ਭਾਈਚਾਰੇ ਉੱਤੇ ਮੈਂ ਗੱਲ ਕਰਕੇ ਖਤਮ ਕਰਦਾ। ਅਸੀਂ ਜਦੋਂ ਕਿੰਨੀ ਨਿਖੇਧੀ ਕਰਦੇ ਹਾਂ, ਸਾਡੇ ਖਿਲਾਫ 84 ਤੋਂ ਬਾਅਦ ਮਰੂਨੀ ਗੌਰਮੈਂਟ ਦੇ ਜਿਹੜਾ ਹੋਮ ਮਿਨਿਸਟਰ ਸੀਗਾ ਜੋ ਕਲਾਰਕ, ਉਹਨੇ ਗੱਲ ਕਹੀ ਸੀ ਕਿ ਸਿੱਖਾਂ ਦੀਆਂ ਜਥੇਬੰਦੀਆਂ ਨਾਲ ਮਿਲਵਰਤਨ ਨਾ ਕੋਈ ਵੀ ਪੋਲੀਟੀਸ਼ੀਅਨ ਕਰੇ। ਹਾਲਾਂਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਮਾੜੀਆਂ ਨਹੀਂ ਸਨ, ਮਨੁੱਖ ਸਨ, ਉਹ ਚੰਗੇ ਵੀ ਸਨ, ਇਹ ਗੌਰਮੈਂਟ ਦੇ ਪੱਖੀ ਵੀ ਸਨ, ਪਰ ਕਿਉਂਕਿ ਉਹ ਇੱਕ ਭਾਈਚਾਰੇ ਦੇ ਖਿਲਾਫ ਇੱਕ ਗੌਰਮੈਂਟ ਦੀ ਨਫ਼ਰਤ ਸੀ। ਇਹ ਨਫ਼ਰਤ ਇਹਨਾਂ ਦੇ ਵਿੱਚ ਹੈਗੀ ਆ। ਸਾਡੀ ਕਮਿਊਨਿਟੀ ਨੂੰ ਯਾਦ ਰੱਖਣ ਦੀ ਲੋੜ ਹੈ। ਅਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਈਏ, ਜਿੰਨਾ ਮਰਜ਼ੀ ਪਿੱਟ ਪਟਾਈਆ ਕਰਦੇ ਰਹੇ, ਸਾਡਾ ਕੱਖ ਨਹੀਂ ਹੋਣਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਅਸੀਂ ਗੁਰਦੁਆਰਿਆਂ ਚੋਂ ਬਾਹਰ ਨਿਕਲ ਕੇ ਆਪਣੀਆਂ ਕੌਮੀ ਸੰਸਥਾਵਾਂ ਨੂੰ ਸਥਾਪਿਤ ਕਰਕੇ ਉਹਨਾਂ ਦੇ ਵਿੱਚ ਗੌਰਮੈਂਟ ਦੇ ਨਾਲ, ਸਮਾਜ ਦੇ ਨਾਲ, ਲਿਖਤ ਪੜ੍ਹ ਦੇ ਨਾਲ ਲੌਬੀ ਨਹੀਂ ਕਰਦੇ। ਸਾਡੀ ਇੱਕ ਸੰਸਥਾ ਬਣੀ ਆ WHO, ਉਸ ਨੇ ਆਪਣੇ ਲੋਕਾਂ ਨੂੰ ਮਿਨਿਸਟਰੀਆਂ ਤੱਕ ਤਾਂ ਪਹੁੰਚਾ ਦਿੱਤਾ, ਕੁਛ ਕੰਮ ਕੌਮ ਦਾ ਵੀ ਕੀਤਾ, ਪਰ ਜੇ ਅਸੀਂ ਕਹੀਏ ਵੀ ਉਹ ਕੌਮੀ ਕਰਦੀ ਹੈ, ਕੌਮੀ ਨਹੀਂ ਕਰਦੀ, ਉਹ ਲਾਲਸਾ ਦੇ ਵਿੱਚ ਕੰਮ ਕਰਦੇ ਨੇ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ। ਹੁਣੇ ਗੱਲਬਾਤ ਪਦਮ ਸ਼੍ਰੀ ਸਰਦਾਰ ਪ੍ਰਗਟ ਸਿੰਘ ਹੋਣਾ ਨਾਲ ਸ਼ੁਰੂ ਹੋਏਗੀ 1.5 ਮਿੰਟ ਤੋਂ ਬਾਅਦ। ਪੰਜਾਬ ਦੀ ਗੱਲਬਾਤ ਅੱਜ ਮੈਂ ਸ਼ੁਰੂ ਕਰਨੀ ਹੈ। ਅੱਜ ਦਾ ਪੰਜਾਬ, ਇਹ ਸਿਰਲੇਖ ਮੈਂ ਨਿੱਜੀ ਤੌਰ ਤੇ ਸੋਚਿਆ, ਜੂਨ ਮਹੀਨਾ ਆ ਗਿਆ, ਜਨਵਰੀ ਫਰਵਰੀ 'ਚ ਵੋਟਾਂ ਨੇ, ਇੱਥੇ ਵਸਦੇ ਅਸੀਂ ਹਜ਼ਾਰਾਂ ਹੀ ਮੀਲ ਦੂਰ, ਦਿਲ ਸਾਡਾ ਉੱਥੇ ਧੜਕਦਾ। ਉੱਥੇ ਦੀ ਰਾਜਨੀਤੀ, ਉੱਥੇ ਦੇ ਸਮਾਜਿਕ, ਉਸਦੇ ਧਾਰਮਿਕ
ਸਾਰੇ ਮਸਲਿਆਂ ਤੇ ਸਾਡੀ ਪਕੜ ਬਹੁਤ ਹੈ। ਇੱਥੇ ਘੰਟਿਆਂ ਵੱਧੀ ਲੋਕਲ ਖਬਰ ਦੀ ਤੁਹਾਡੇ ਤੱਕ ਪਹੁੰਚ ਪਵਾਉਣ ਤੋਂ ਬਾਅਦ ਕਾਲਰ ਜਿਹੜੇ ਨੇ ਉਹ ਲਾਈਨ ਅਪ ਹੁੰਦੇ ਨੇ, ਉਹ ਵੀ ਲਿਮਟਿਡ ਨੇ। ਪੰਜਾਬ ਦੇ ਵਿਸ਼ੇ ਦੀ ਗੱਲ ਕਰਨੀ ਹੋਵੇ, ਕਿਉਂਕਿ ਜੰਮੇ ਪਲੇ ਉੱਥੇ ਆ, ਸੁਗੰਧ ਉੱਥੇ ਹੈ ਤੇ ਉਹ ਸਾਡੇ ਵਿੱਚ ਵਸਦੀ ਹੈ, ਤੇ ਉਹਦੇ ਲਈ ਅਸੀਂ ਤਿਆਰ ਹਾਂ। ਸਾਡੇ ਪਿੰਡਾਂ ਦੀ ਗੱਲ ਹੋ, ਸਾਡੇ ਇਲਾਕੇ ਦੀ ਗੱਲ ਹੋ, ਜਦ ਮਰਜ਼ੀ ਗੱਲ ਤੋਰ ਸਕਦੇ। ਸੋ ਅੱਜ ਇਸ ਦੀ ਸ਼ੁਰੂਆਤ ਕਰ ਰਿਹਾ ਮੈਂ ਪਦਮ ਸ਼੍ਰੀ ਸਰਦਾਰ ਪ੍ਰਗਟ ਸਿੰਘ ਹੋਰਾਂ ਦੇ ਨਾਲ, ਜਿਹੜੇ MLA ਨੇ ਤੇ ਜਿਨ੍ਹਾਂ ਦੀ ਬੇਬਾਕੀ, ਜਿਨ੍ਹਾਂ ਦੀ ਸੱਚ, ਜਿਨ੍ਹਾਂ ਦਾ ਅਸਲ ਰਾਜਨੀਤੀ ਕਰਨ ਦਾ ਢੰਗ, ਵਰਬਲੀ ਵੀ ਗੱਲ ਕਰਨੀ ਹੈ ਤੇ ਲਿਖ ਕੇ ਵੀ ਗੱਲ ਕਰਨੀ ਹੈ ਵੀ ਕੱਲ੍ਹ ਨੂੰ ਪਾਰਟੀ ਦਾ ਹੈੱਡ, ਪਾਰਟੀ ਦਾ ਵਿਪ ਇਹ ਨਾ ਕਹੇ ਮੇਰੇ ਤੱਕ ਤਾਂ ਗੱਲ ਹੋਈ ਨਹੀਂ। ਸੋ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸਰਦਾਰ ਪ੍ਰਗਟ ਸਿੰਘ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਤੇ ਧੰਨਵਾਦ ਸਮਾਂ ਸਾਨੂੰ ਦੇਣ ਲਈ। ਸਤਿ ਸ੍ਰੀ ਅਕਾਲ। ਸਰਦਾਰ ਪ੍ਰਗਟ ਸਿੰਘ ਜੀ, ਹੈਲੋ। ਹਾਂਜੀ 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 ਸਰਦਾਰ ਜੀ, ਸਤਿ ਸ੍ਰੀ ਅਕਾਲ, ਧੰਨਵਾਦ ਬਹੁਤ ਬਹੁਤ ਤੁਹਾਡੇ ਸਮੇਂ ਲਈ। ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ ਜੀ। ਇਸ ਸੈਗਮੈਂਟ ਦਾ ਨਾਮ ਜੀ ਜਿਹੜਾ ਰੱਖਿਆ, ਮੈਂ ਸ਼ੁਰੂਆਤ ਦੱਸ ਰਿਹਾ ਸਾਂ, ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਉਸ ਨੂੰ ਮੈਂ ਅੱਜ ਦੇ ਪੰਜਾਬ ਦੇ ਨਾਂ, ਇਸ ਦੇ ਲਈ ਮੈਂ ਤੁਹਾਡੇ ਤੋਂ 3-4 ਘੱਟੋ ਘੱਟ ਸੈਗਮੈਂਟਸ ਹਰ ਮੰਗਲਵਾਰ ਮੈਂ ਬੇਨਤੀ ਕਰਾਂਗਾ ਤੁਸੀਂ ਮੇਰੇ ਨਾਲ ਸ਼ਾਮਲ ਹੋਣਾ। ਫਿਰ ਮੈਂ ਹੋਰ ਰਾਜਨੀਤਿਕ ਬੰਦੇ ਜਿਹੜੇ ਪੰਜਾਬ ਦੇ ਮਤਾਹਤ, ਪੰਜਾਬ ਦੇ ਹਮਾਇਤੀ ਨੇ, ਪੰਜਾਬ ਲਈ ਕੰਮ ਕਰਦੇ ਆ ਤੇ ਆਪਣੇ ਪਾਰਟੀ ਦੇ ਚੱਕਰ ਤੋਂ ਬਾਹਰ ਆ ਕੇ ਲੋਕਾਂ ਲਈ ਖੜ੍ਹਦੇ ਆ। ਜੇ ਅੱਜ ਦੇ ਪੰਜਾਬ ਦੀ ਇਸ ਗੱਲਬਾਤ ਦੀ ਮੈਂ ਸ਼ੁਰੂਆਤ ਕਰਨੀ ਹੋਵੇ, ਜੇ ਅੱਜ ਦੇ ਪੰਜਾਬ ਦਾ ਨੂੰ ਚਿੱਤਰ ਤੁਸੀਂ ਸਨਮੁਖ ਕਰਨਾ ਹੋਵੇ, ਸੁਣਨ ਵਾਲਿਆਂ ਦੇ ਚਿਤਬਣਾ ਹੋਵੇ, ਅੱਜ ਦਾ ਪੰਜਾਬ ਤੁਹਾਨੂੰ ਕਿਹੋ ਜਿਹਾ ਲੱਗਦਾ ਜੀ? ਮੈਨੂੰ ਇਹ ਲੱਗਦਾ ਕਿ ਅੱਜ ਦੇ ਹਾਲਾਤ ਇਹੋ ਜਿਹੇ ਹੋ ਗਏ ਜੀ ਕਿ ਪੋਲੀਟੀਕਲ ਬੰਦੇ ਦੀ ਜਿਹੜੀ ਫੇਸ ਵੈਲਿਊ ਨਹੀਂ ਰਹੀ। ਵੈਸੇ ਤਾਂ ਕਿਸੇ ਵੀ ਦੇਸ਼ ਦਾ ਜਾਂ ਕਿਸੇ ਵੀ ਸਮਾਜ ਦੇ ਲੋਕਾਂ ਦੇ ਕਰੈਕਟਰ ਦਾ ਸ਼ੀਸ਼ਾ ਹੁੰਦਾ ਉੱਥੋਂ ਦਾ ਸਿਸਟਮ ਜੀ, ਕਿਉਂਕਿ ਉਹਦੇ ਵਿੱਚੋਂ ਹੀ ਪੋਲੀਟੀਸ਼ੀਅਨ ਆਉਂਦੇ ਆ, ਉਹਦੇ ਵਿੱਚੋਂ ਹੀ ਬਿਊਰੋਕਰੈਟ ਆਉਂਦੇ ਆ, ਉਹਦੇ ਵਿੱਚੋਂ ਜੁਡੀਸ਼ੀਅਲ ਸਿਸਟਮ ਆਉਂਦਾ ਤੇ ਉਹਦੇ ਵਿੱਚੋਂ ਹੀ ਪੱਤਰਕਾਰ ਆਉਂਦੇ ਆ। ਇਹ ਡੈਮੋਕ੍ਰੇਸੀ ਦੇ ਚਾਰੇ ਇੰਪੋਰਟੈਂਟ ਥੰਮ ਹੈਗੇ ਆ ਜੀ। ਲੇਕਿਨ ਅੱਜ ਦੇ ਜਿਹੜੇ ਹਾਲਾਤ ਹੈਗੇ ਆ ਉਹਦੇ ਵਿੱਚ ਕਿਉਂਕਿ ਪੋਲੀਟੀਕਲ ਸਿਸਟਮ ਦੇ ਆਲੇ ਦੁਆਲੇ ਸਾਰਾ ਸਿਸਟਮ ਘੁੰਮਦਾ, ਪਰ ਪੋਲੀਟੀਕਲ ਸਿਸਟਮ ਦੇ ਵਿੱਚ ਨਾ ਕਿਸੇ ਪਾਰਟੀ ਦਾ ਤੇ ਨਾ ਕਿਸੇ ਪੋਲੀਟੀਕਲ ਲੋਕਾਂ ਦਾ ਕੋਈ ਚਿਹਰਾ ਮੋਹਰਾ ਰਿਹਾ ਨਹੀਂ ਜੀ, ਜਿਹਦੇ ਤੇ ਬਹੁਤਾ ਵਿਸ਼ਵਾਸ ਕੀਤਾ ਜਾ ਸਕੇ ਜੀ। ਉਹਦੇ ਰੀਜ਼ਨ ਤਾਂ ਬਹੁਤ ਹੋ ਸਕਦੇ ਆ, ਹਾਂਜੀ, ਪਰ ਸਮੇਂ-ਸਮੇਂ ਤੇ ਬੇਸਿਕਲੀ ਜਦੋਂ ਵੀ ਪੰਜਾਬ ਨੇ ਬਾਉਂਸ ਬੈਕ ਵੀ ਕੀਤਾ, ਪਰ ਪਿਛਲੇ 73 ਸਾਲਾਂ ਦੇ ਵਿੱਚ ਉਦੋਂ ਪਹਿਲਾਂ ਤਾਂ ਅਸੀਂ ਕਹਿ ਲਓ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਦੇ ਰਹੇ ਜੀ, ਤੇ ਉਹਦੇ ਤੋਂ ਬਾਅਦ ਫਿਰ ਅਸੀਂ ਜਿਹੜਾ ਹੈਗਾ ਕਿ ਬਹੁਤ ਐਡਮਿਨਿਸਟ੍ਰੇਟਿਵ ਐਂਗਲ ਨੂੰ ਬਹੁਤਾ ਜਾਂ ਕਿਸੇ ਸਿਸਟਮ ਨੂੰ ਬਹੁਤਾ ਗਰੋ ਨਹੀਂ ਹੋਣ ਦਿੱਤਾ। ਅਸੀਂ ਇੰਡੀਵਿਜੂਅਲ ਤੇ ਆਪੋ ਧਾਪ ਵਾਲਾ ਜਿਹੜਾ ਸਿਸਟਮ ਹੈ ਉਹ ਕ੍ਰੀਏਟ ਕੀਤਾ, ਔਰ ਜਿਹੜਾ 73 ਸਾਲਾਂ ਦੇ ਵਿੱਚ ਆਹਿਸਤਾ ਕਿਉਂਕਿ ਜਦੋਂ ਕਿਸੇ ਸਮੇਂ 1984 ਤੋਂ ਪਹਿਲਾਂ ਇਹ ਸਰਪਲਸ ਸਟੇਟ ਹੁੰਦੀ ਸੀ ਜੀ ਐਜ਼ ਫਾਰ ਫਾਈਨੈਂਸਿਸ ਆਰ ਕੰਸਰਨਡ, ਤੇ ਬਹੁਤੇ ਕੰਮਾਂ ਦੇ ਵਿੱਚ ਪੰਜਾਬ ਜਿਹੜਾ ਉਹ ਮੋਹਰੀ ਸੂਬਾ ਹੁੰਦਾ ਸੀ, ਤੇ ਹੌਲੀ ਇਹ ਅੱਜ ਦੀ ਤਰੀਕ ਦੇ ਵਿੱਚ ਜਦੋਂ ਇਸ ਗਵਰਨਮੈਂਟ ਦੀ ਟੈਨਿਓਰ ਪੂਰੀ ਹੋਣੀ ਆ ਤੇ ਇਹ 3 ਲੱਖ ਕਰੋੜ ਦਾ ਡੈਟ ਇਸ ਸੂਬੇ ਤੇ ਹੋਣਾ। ਇਹਦੇ ਤੋਂ ਤੁਸੀਂ ਸਮਝ ਸਕਦੇ ਆ ਕਿ ਸਾਡੀ ਜਿਹੜੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਐਂਡ ਸਾਡੀ ਵਿਜ਼ਨ ਜਿਹੜੀ ਆ ਉਹ ਕਿੰਨੀ ਕੁ ਲੰਮੀ ਚੌੜੀ ਹੋਊਗੀ ਤੇ ਅਸੀਂ ਇਹਨੂੰ ਇਸ ਲੈਵਲ ਤੇ ਜਿਹੜਾ ਲੈ ਗਏ ਆ। ਅੱਛਾ, ਇਸ ਨੂੰ ਹੀ ਮੈਂ ਮਾੜਾ ਜਿਹਾ ਹੁਣ ਛੇੜ ਲਵਾਂ ਜਿਹੜੀ ਤੁਸੀਂ ਗੱਲ, ਮੈਂ ਕਾਲਰਸ ਨੂੰ ਬੇਨਤੀ ਕਰਦਾ ਜੀ ਪਲੀਜ਼, ਅੱਜ ਮੈਂ ਲਾਈਨਾਂ ਨਹੀਂ ਸਰਦਾਰ ਸਾਹਿਬ ਲਈ ਖੋਲ੍ਹਣੀ ਹੈ। ਮੈਂ ਤੁਹਾਨੂੰ ਕਿਹਾ 3-4 ਸੈਗਮੈਂਟਸ ਕਰਨੀਆਂ, ਮੈਂ ਅਨਾਊਂਸ ਕਰਾਂਗਾ ਜਿਸ ਦਿਨ ਤੁਸੀਂ ਉਹਨਾਂ ਤੋਂ ਮੁਖਾਤਬ ਹੋ ਕੇ ਸਵਾਲ ਪੁੱਛਣੇ ਨੇ। ਕਾਹਲੀ ਨਾ ਕਰਿਆ ਕਰੋ, ਮੈਨੂੰ ਪਹਿਲਾਂ ਗੱਲ ਕਰ ਲੈਣ ਦਿਓ ਪਲੀਜ਼। ਅੱਛਾ ਜੀ, ਇਹੀ ਮੈਂ ਆਰਥਿਕਤਾ ਦੀ ਗੱਲ ਜਿਹਦੇ ਆਲੇ ਦੁਆਲੇ ਸਾਰਾ ਕੁਝ ਘੁੰਮਦਾ,
ਜਿਹਦੇ ਪੈਸਾ ਘਰ ਦੇ ਵਿੱਚ ਤੇ ਚੁੱਲ੍ਹਾ ਬਲਦਾ ਨਾ ਜੀ, ਉਹ ਕਹਿੰਦਾ ਵੀ ਧੱਲੇ ਦੀਆਂ ਲਾਉਨੇ ਆ। ਉਹੀ ਦੁੱਖ ਦੇ ਵਿੱਚੋਂ ਅਸੀਂ ਅੱਜ ਪ੍ਰਦੇਸ਼ 'ਚ ਬੈਠੇ ਤੇ ਇੱਥੇ ਬੈਠੇ ਅਸੀਂ ਉਸ ਸੂਬੇ ਨੂੰ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਕਹਿੰਦੇ ਹਾਂ, ਦਾਤਿਆ ਕਿਰਪਾ ਰੱਖੀ ਸਾਡੇ ਨਗਰ ਖੇੜੇ ਨੂੰ। ਹਲੇ ਤੱਕ ਅਸੀਂ ਇਹ ਦੇਸ਼ ਦੇ ਸਿਟੀਜ਼ਨ ਹੋ ਕੇ ਵੀ ਇਸ ਦੇਸ਼ ਨੂੰ ਐਕਸੈਪਟ ਨਹੀਂ ਕਰਦੇ। ਅਨਫੋਰਚੂਨੇਟ ਪਾਰਟ ਹੈ, ਕਰਨਾ ਚਾਹੀਦਾ, ਵਫਾ ਕਰਨੀ ਚਾਹੀਦੀ ਹੈ, ਪਰ ਅਸੀਂ ਉਹ ਜੰਮਣ ਭੋਏ ਨੂੰ ਆਪਣੇ ਨੂੰ ਛੱਡ ਨਹੀਂ ਸਕਦੇ। ਗੁਜਰਾਲ ਉਹਨਾਂ ਦੇ ਵੇਲੇ 8,000 ਕਰੋੜ ਦਾ ਜੀ ਜਿਹੜਾ ਉਹ ਘੱਟ ਹੈ 84 ਤੋਂ 97 ਦੇ ਸਮੇਂ 'ਚ। 97 ਤੋਂ 2002 ਸਰਦਾਰ ਬਾਦਲ, 2002 ਤੋਂ 7 ਕੈਪਟਨ ਅਮਰਿੰਦਰ ਸਿੰਘ, 7 ਤੋਂ ਲੈ ਕੇ 17 ਤੱਕ ਸਰਦਾਰ ਬਾਦਲ, ਤੇ ਉਸ ਤੋਂ ਬਾਅਦ ਹੁਣ ਫੇਰ ਕੈਪਟਨ ਅਮਰਿੰਦਰ ਸਿੰਘ। ਤੇ ਇਹਨਾਂ 25 ਵਰ੍ਹਿਆਂ ਦੇ ਵਿੱਚ 3 ਲੱਖ ਕਰੋੜ ਦਾ ਜਿਹੜਾ ਘਾਟੇ ਤੇ ਅਸੀਂ ਬੈਠੇ ਹਾਂ, ਇਹਦੇ ਵਿੱਚ ਕਿਹੜੀ ਚੀਜ਼ ਖਾਸ ਤੁਸੀਂ ਆਪਣੇ ਇਸ ਰਾਜਨੀਤਿਕ ਸਫ਼ਰ 'ਚ ਵੇਖੀ ਹੈ ਜਿਹਨੂੰ ਅਸੀਂ ਗਿਣਾ ਸਕੀਏ ਵੀ ਇਹ 3 ਲੱਖ ਦਾ ਘਾਟਾ ਭਾਈ ਤਾਂ ਪਿਆ, ਆਹ ਅਸੀਂ ਪੰਜਾਬ ਲਈ ਕੀਤਾ, ਜਾਂ ਉਹਦੇ ਹੋਰ ਕਾਰਨ ਨੇ? ਇਹ ਦੇਖੋ, ਕਰਪਸ਼ਨ ਇੱਕ ਬਹੁਤ ਵੱਡਾ ਕਾਰਨ ਹੈ, ਵਿਜੂਅਲਾਈਜੇਸ਼ਨ ਇੱਕ ਬਹੁਤ ਵੱਡਾ ਕਾਰਨ ਹੈ। ਕਿਉਂਕਿ ਜਦੋਂ ਦੇਖੋ ਮੈਂ ਤਾਂ ਅਸਲੀ ਗੱਲ ਹੈ ਰਾਜਨੀਤੀ ਦੇ ਵਿੱਚ ਹੈ ਨਹੀਂ ਸੀ, ਮੈਂ ਤਾਂ ਡਾਇਰੈਕਟਰ ਸਪੋਰਟ ਸੀ, ਉਦੋਂ ਪਹਿਲਾਂ ਪੁਲਿਸ ਆਫੀਸਰ ਸੀ। ਬਿਲਕੁਲ ਬਿਲਕੁਲ। ਪਰ ਮੈਨੂੰ ਲਿਆਂਦਾ ਚਲੋ ਮੈਂ ਆ ਗਿਆ, ਕਿਉਂਕਿ ਮੈਂ ਸਮਝਦਾ ਕਈ ਵਾਰੀ ਡੈਸਟਨੀ ਹੁੰਦੀ ਆ। ਬਟ ਜਦੋਂ ਇਹ ਪਿਛਲੀ ਸਰਕਾਰ ਦੇ ਸਮੇਂ ਬੇਸਿਕਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣਾਈ, ਜਿਹਦੇ ਵਿੱਚ ਬੇਸਿਕਲੀ ਸਾਰੇ ਕੰਟਰੀਆਂ ਦਾ ਡਾਟਾ ਜਿਹੜਾ ਇਕੱਠਾ ਕੀਤਾ ਵੀ ਅਸੀਂ 1.5 ਲੱਖ ਕਰੋੜ ਰੁਪਈਏ ਦਾ ਲੋਨ ਲੈਣਾ, ਸੋ ਦੈਟ ਕਿ ਜਿਹੜੀ ਡਿਵੈਲਪਮੈਂਟ ਆ ਉਹਨੂੰ GDP ਗਰੋਥ ਦੇ ਆਲੇ ਦੁਆਲੇ ਜਿਹੜਾ ਨਜ਼ਰੀਏ ਨਾਲ ਦੇਖਿਆ ਜਾਵੇ। ਤੇ ਉਹਨੇ ਬਹੁਤ ਵਾਰੀ ਗੁੱਡ ਡੈਟ ਦਾ ਲਫ਼ਜ਼ ਯੂਜ਼ ਕੀਤਾ ਜੀ। ਤੇ ਮੈਂ ਵੀ ਉਸ ਮੀਟਿੰਗ 'ਚ ਸੀਗਾ। ਮੈਂ ਕਿਹਾ ਪ੍ਰਧਾਨ ਜੀ ਇੱਕ ਗੱਲ ਦੱਸਿਓ ਵੀ ਡੈਟ ਜਿਹੜਾ ਉਹ ਗੁੱਡ ਕਿੱਦਾਂ ਹੁੰਦਾ ਹੈ, ਕਰਜ਼ਾ। ਹੀ ਸੈਡ ਕਿ ਯਾਰ ਤੂੰ ਤਾਂ ਖਿਡਾਰੀ ਆ, ਤੈਨੂੰ ਤਾਂ ਇਕਨੋਮਿਕਸ ਬਾਰੇ ਬਹੁਤੀ ਸਮਝ ਨਹੀਂ ਹੈ। ਮੈਂ ਕਿਹਾ ਹਾਂ ਮੈਨੂੰ ਬਹੁਤਾ ਤਾਂ ਨਹੀਂ ਪਤਾ, ਪਰ ਮੈਨੂੰ ਇੰਨੀ ਕੁ ਗੱਲ ਸਮਝ ਹੈਗੀ ਆ ਵੀ ਜਿਹੜਾ ਘਰ ਤੇ ਲਿਆ ਹੋਇਆ ਤੇ ਵਿਆਹ ਤੇ ਲਿਆ ਹੋਇਆ ਲੋਨ ਉਹ ਲੈਂਦਾ ਨਹੀਂ ਹੈ। ਜੇ ਤਾਂ ਉਹਦੇ ਨਾਲ ਅਸੀਂ ਬਿਜ਼ਨਸ ਕਰ ਲਈਏ, ਬੇਸਿਕਲੀ ਉਹਦੇ ਨਾਲ ਰੈਵਨਿਊ ਜਨਰੇਸ਼ਨ ਵੀ ਹੋਊਗੀ, ਉਹਦੇ ਨਾਲ ਜੌਬਸ ਵੀ ਜਨਰੇਟ ਹੋਣਗੀਆਂ, ਅਸੀਂ ਬੇਸਿਕਲੀ ਲੋਕਾਂ ਨੂੰ, ਯੂਥ ਨੂੰ ਕੋਈ ਇੰਪਲੋਇਮੈਂਟ ਵੀ ਦੇ ਸਕਾਂਗੇ, ਉਹ ਤਾਂ ਗੁੱਡ ਡੈਟ ਨੂੰ ਸਮਝਿਆ ਜਾ ਸਕਦਾ। ਪਰ ਜੇ ਆਪਾਂ ਪੈਸੇ ਲੈ ਕੇ ਲੋਕਾਂ ਦੇ ਵਿੱਚ ਬੇਸਿਕਲੀ ਸੰਗਤ ਦਰਸ਼ਨ ਕਰਕੇ ਤੇ ਗਲੀਆਂ ਨਾਲੀਆਂ ਹੀ ਬਣਾਈ ਜਾਣੀਆਂ ਜਿਹੜੀਆਂ ਪਿਛਲੇ 65 ਸਾਲਾਂ 'ਚ ਨਹੀਂ ਬਣੀਆਂ ਜਾਂ 67 ਸਾਲਾਂ 'ਚ ਨਹੀਂ ਬਣੀਆਂ, ਤਾਂ ਫਿਰ ਉਹ ਗੁੱਡ ਡੈਟ ਨਹੀਂ ਹੈਗਾ। ਉਹ ਤਾਂ ਬੇਸਿਕਲੀ ਅਸੀਂ ਉਹ ਇਹੋ ਜਿਹਾ ਲੋਨ ਚੜਾਵਾਂਗੇ ਜਿਹੜਾ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਜਿਹੜੀਆਂ ਹੈਗੀਆਂ ਉਹ ਇਹਦਾ ਖਮਿਆਜਾ ਜਿਹੜਾ ਭੁਗਤਣਗੀਆਂ ਜੀ। ਉਹ ਹੌਲੀ ਡਿਫਰੈਂਸ ਜਿਹੜੇ ਵੱਧਦੇ, ਕਿਉਂਕਿ ਮੈਂ ਕੋਈ ਇਕਨੋਮਿਕਸ ਬਾਰੇ ਤਾਂ ਬਹੁਤਾ ਨਹੀਂ ਜਾਣਦਾ, ਬਟ ਮੈਨੂੰ ਮੋਟੀ ਗੱਲ ਜਿਹੜੀ ਸਮਝ ਆਉਂਦੀ ਆ ਜੀ। ਤੇ ਮੈਂ ਐਕਚੁਅਲੀ ਮੇਰੀ ਪ੍ਰੋਬਲਮ ਕਿੱਥੇ ਹੈਗੀ ਆ ਕਿ ਮੈਂ ਜਿਹੜੀ ਗੱਲ ਮੈਨੂੰ ਸਮਝ ਆਉਂਦੀ ਹੈਗੀ ਆ, ਮੈਂ ਇਹ ਕਹਿੰਦਾ ਵੀ ਜਾਂ ਤਾਂ ਤੁਸੀਂ ਕਨਵਿੰਸ ਹੋ ਜਾਓ ਜਾਂ ਮੈਨੂੰ ਕਨਵਿੰਸ ਕਰਾ ਦਿਓ। ਬਿਲਕੁਲ ਠੀਕ ਹੈ। ਤੇ ਉਹ ਜਿਹੜੀ ਗੱਲ ਹੈਗੀ ਆ ਪੋਲੀਟੀਕਲ ਬੰਦਿਆਂ ਨੂੰ ਬਹੁਤੀ ਚੰਗੀ ਨਹੀਂ ਲੱਗਦੀ। ਸੋ ਜਿਹੜੇ ਉਹ ਬਹੁਤ ਵਾਹਵਾ ਕਰਨ ਵਾਲੇ ਬੰਦੇ ਸੀ ਵੀ ਲਓ ਜੀ ਪ੍ਰਧਾਨ ਜੀ ਤੁਸੀਂ ਤਾਂ ਬਹੁਤ ਗੁੱਡ ਆਈਡੀਆ ਪ੍ਰਮੋਟ ਕੀਤਾ ਹੈਗਾ, ਉਹਨਾਂ ਨੇ ਫਿਰ ਮੇਰੀ ਚੰਗੀ ਸੇਵਾ ਰੱਖ ਕੇ ਕੀਤੀ। ਤੇ ਮੈਂ ਇਹ ਸਮਝਦਾ ਕਿ ਪੋਲੀਟੀਕਲ ਪਾਰਟੀਆਂ ਮਾੜੀਆਂ ਨਹੀਂ ਹੈ, ਪੋਲੀਟੀਕਲ ਪਾਰਟੀਆਂ ਨੂੰ ਜਿਹੜੇ ਚਲਾਉਣ ਵਾਲੇ ਲੋਕ ਹੈ ਉਹ ਬੇਸਿਕਲੀ ਇੰਟਰਨਲ ਡੈਮੋਕ੍ਰੇਸੀ ਜਿਹੜੀ ਆ ਪੋਲੀਟੀਕਲ ਸਿਸਟਮ ਦੇ ਅੰਦਰ ਖਤਮ ਹੋ ਗਈ। ਕਿਉਂਕਿ ਜਿਹੜਾ ਪਾਵਰ ਕੋਰੀਡੋਰ ਆ ਉਹਦੇ ਵਿੱਚ ਕੁਛ ਇਹੋ ਜਿਹਾ ਜਮਾਵੜਾ ਇਕੱਠਾ ਹੋ ਜਾਂਦਾ ਵੀ ਜਿਹੜਾ ਉਸ ਸਮੇਂ ਦਾ ਜਿਹੜਾ ਪਾਵਰਫੁਲ ਬੰਦਾ ਹੁੰਦਾ ਉਹਨੂੰ ਇਹ ਜਚਾਉਣ ਲੱਗ ਪੈਂਦੇ ਆ ਵੀ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ, ਆਉਣ ਵਾਲੇ ਸਮੇਂ ਲਈ ਵੀ ਉਹ ਬੇਸਿਕਲੀ ਇਹ ਬੰਦ ਕਰ ਦਿੰਦੇ ਆ ਵੀ ਹਾਂ ਵੀ ਤੁਹਾਡੇ ਵਰਗਾ ਤਾਂ ਕੋਈ ਜੰਮਣਾ ਵੀ ਹੈ ਨੀਗਾ। ਸੋ ਉਹ ਜਿਹੜੀ ਸਮੱਸਿਆ ਹੈਗੀ ਉਹ ਸਾਡੀ ਮਾਨਸਿਕਤਾ ਦੀ ਸਮੱਸਿਆ ਹੈਗੀ ਆ, ਔਰ ਉਹ ਪਿਛਲੀ ਪਾਰਟੀ ਦੇ ਵਿੱਚ ਵੀ ਸੀਗੀ ਵੀ ਇਸ ਪਾਰਟੀ ਦੇ ਵਿੱਚ ਵੀ ਮੈਨੂੰ ਦੇਖਣ ਨੂੰ ਮਿਲਦੀ ਆ। ਲੇਕਿਨ ਅਸਲੀ ਗੱਲ ਹੈ, ਅਸਲੀ ਇਸ਼ੂਜ਼ ਤੇ ਕੋਈ ਡਿਸਕਸ਼ਨ ਨਹੀਂ ਕਰਦਾ, ਔਰ ਜਿਹਦਾ ਹੌਲੀ ਔਰ ਉਹਦਾ ਇੱਕ ਹੋਰ ਨਜ਼ਰੀਆ ਹੈਗਾ ਕਿ ਜਿਹਦੇ ਵਿੱਚ ਬਿਊਰੋਕਰੈਟਸ ਨੇ ਤੇ ਪੋਲੀਟੀਸ਼ੀਅਨ ਨੇ, ਜਿਹੜਾ ਟੈਕਨੋਕਰੈਟਸ ਆ ਜਿਹਦਾ ਕਿਸੇ ਫੀਲਡ ਦਾ ਪਾਰਟੀਕੂਲਰ ਫੀਲਡ ਦਾ 30, 40, 50 ਸਾਲ ਦਾ ਤਜਰਬਾ, ਉਹਨੂੰ ਹੌਲੀ ਇਹਨਾਂ ਨੇ ਵਿੱਚੋਂ ਬਾਹਰ ਕੱਢ ਦਿੱਤਾ। ਤੇ ਜਿਹਦੇ ਕਰਕੇ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ, ਕਿਉਂਕਿ ਹਰ ਫੀਲਡ ਦਾ ਹਰ ਬੰਦਾ ਤਾਂ ਐਕਸਪਰਟ ਨਹੀਂ ਹੋ ਸਕਦਾ,
ਔਰ ਜਿਹੜੇ ਬਿਊਰੋਕਰੈਟਸ ਹੈਗੇ ਆ, ਮੈਂ ਇਹ ਸਮਝਦਾ ਕਿ ਦੇ ਆਰ ਜਸਟ ਦਾ ਮੈਨੇਜਰਸ। ਮੈਂ ਨਹੀਂ ਕਹਿੰਦਾ ਵੀ ਉਹਨਾਂ ਕੋਲ ਐਕਸਪਰਟਿਜ਼ ਨਹੀਂ ਹੋ ਸਕਦੀ, ਕਿਉਂਕਿ 15 20 ਸਾਲ ਦੀ ਉਹਨਾਂ ਦੀ ਨੌਕਰੀ ਹੈਗੀ, ਬਟ ਐਟ ਦਾ ਸੇਮ ਟਾਈਮ ਜਿਹੜਾ ਪਾਰਟੀਕੂਲਰ ਉਸ ਫੀਲਡ ਦਾ ਬੰਦੇ ਦਾ 35 40 50 ਸਾਲ ਦਾ ਤਜਰਬਾ, ਉਹਦੇ ਨਾਲ ਉਹਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ। ਔਰ ਮੈਨੂੰ ਇਹ ਵੀ ਲੱਗਦਾ ਹੈਗਾ ਕਿ ਜਦੋਂ ਲੌਂਗ ਟਰਮ ਤੇ ਸ਼ਾਰਟ ਟਰਮ ਦੇ ਵਿੱਚ ਗਵਰਨਮੈਂਟਸ ਕੰਮ ਕਰਦੀਆਂ ਦੁਨੀਆ ਦੇ ਉੱਤੇ, ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਤੁਸੀਂ ਜਿੱਦਾਂ ਕਹ ਲਓ ਵੀ ਘੋੜੀ ਚੜੇ ਨਹੀਂ ਤਾਂ ਚੜ੍ਹਦੀ ਦੇਖ ਲਓ, ਕਿਉਂਕਿ ਦੁਨੀਆ ਦੇ ਉੱਤੇ ਜਦੋਂ ਵੀ ਬੇਸਿਕਲੀ ਉੱਥੇ ਲੌਂਗ ਟਰਮ ਤੇ ਸ਼ਾਰਟ ਟਰਮਸ ਤੇ ਕੰਮ ਹੁੰਦੇ ਹੈਗੇ ਆ, ਤੇ ਅਸੀਂ ਕਿਉਂ ਨਹੀਂ ਕਰਦੇ? ਮੰਨ ਲਓ ਅਸੀਂ ਐਗਰੀਕਲਚਰ ਸੂਬਾ ਹੈਗਾ, ਸਾਨੂੰ ਬੇਸਿਕਲੀ ਡਾਇਵਰਸੀਫਿਕੇਸ਼ਨ ਦੀ ਜ਼ਰੂਰਤ ਹੈਗੀ ਆ। ਸਾਡਾ ਪਾਣੀ ਹੌਲੀ ਹੌਲੀ ਥੱਲੇ ਜਾ ਰਿਹਾ ਹੈਗਾ। ਅੱਛਾ, ਸਾਡੀ ਬੇਸਿਕ ਤਾਂ ਗੱਲ ਇਹ ਹੈਗੀ ਕਿ ਐਗਰੋ ਬੇਸਡ ਇੰਡਸਟਰੀ ਦੀ ਸਾਨੂੰ ਜ਼ਰੂਰਤ ਹੈਗੀ ਆ ਜੀ, ਔਰ ਉਸ ਇੰਡਸਟਰੀ ਨੂੰ ਅਸੀਂ ਪ੍ਰਮੋਟ ਕਰੀਏ ਜਿਹੜੀ ਸਾਡੀ ਫਸਲ ਦੀ ਸ਼ੈਲਫ ਲਾਈਫ ਨੂੰ ਵਧਾ ਸਕੇ ਤੇ ਉਹਨੂੰ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਮਾਰਕੀਟ ਕੀਤਾ ਜਾ ਸਕੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕੋਈ ਵਿਜ਼ੂਅਲਾਈਜ਼ ਨਹੀਂ ਕਰਦਾ, ਬਸ ਡੇ ਟੂ ਡੇ ਟਾਈਮ ਪਾਸ ਕਰਨ ਦੀ ਗੱਲ ਕਰਦੇ ਆ, ਔਰ ਉਹਦਾ ਨਤੀਜਾ ਇਹ ਹੁੰਦਾ ਵੀ ਹੌਲੀ ਹੌਲੀ ਅਸੀਂ ਫਿਰ ਹੋਰ ਗੂਠਾ ਲਾ ਲੈਂਦੇ ਹਾਂ, ਅਸੀਂ ਹੋਰ ਗੂਠਾ ਲਾ ਲੈਂਦੇ ਹਾਂ। ਅੱਜ ਦੀ ਤਰੀਕ ਦੇ ਵਿੱਚ ਹਾਲਾਤ ਇਹ ਹੈਗੇ ਆ ਵੀ ਸਾਡੇ 30 ਤੋਂ 32 ਹਜ਼ਾਰ ਕਰੋੜ ਰੁਪਈਆ ਜਦੋਂ ਇਸ ਗਵਰਨਮੈਂਟ ਦੀ ਟੈਨਿਓਰ ਖਤਮ ਹੋਣੀ ਆ, ਅਸੀਂ ਸਿਰਫ ਡੈਟ ਸਰਵਿਸ ਕਰਾਂਗੇ। ਔਰ ਇੰਨਾ ਕੀ ਲਗਭਗ ਸਾਡਾ ਬਜਟ ਜਿਹੜਾ ਆ ਉਹ ਪੇ ਪੈਕੇਜ ਹੈਗਾ, ਜਿਹੜਾ ਪੇ ਆ ਤੇ ਪੈਨਸ਼ਨ ਹੈਗੀਆਂ। ਸੋ ਸਾਡੀ ਇੰਨੀ ਕੀ ਅਰਨਿੰਗ ਹੈਗੀ ਆ। ਜੇ ਇੰਨੀ ਕੀ ਅਰਨਿੰਗ ਹੈ, ਇਹਦਾ ਮਤਲਬ ਅਸੀਂ ਕੁਛ ਵੀ ਕਰਨ ਲਈ ਸਾਨੂੰ ਇਹਦਾ ਮਤਲਬ ਗੂਠਾ ਜਿਹੜਾ ਲਾਉਣਾ ਪਊਗਾ, ਕਿਉਂਕਿ ਉਹਦੇ ਤੋਂ ਇਲਾਵਾ ਸਾਡੀ 10 ਤੋਂ 12 ਹਜ਼ਾਰ ਕਰੋੜ ਦੀ ਸਬਸਿਡੀ ਆ ਬਿਜਲੀ ਦੀ, 10 ਤੋਂ 12 ਹਜ਼ਾਰ ਕਰੋੜ ਰੁਪਈਆ ਹੀ ਲਗਭਗ ਬੇਸਿਕ ਹੈਗਾ ਸਾਡੀਆਂ ਜਿਹੜੀਆਂ ਵੈਲਫੇਅਰ ਦੀਆਂ ਸਕੀਮਸ ਹੈਗੀਆਂ। ਸੋ ਅਸੀਂ ਇਹਦਾ ਮਤਲਬ 25,000 ਕਰੋੜ ਰੁਪਈਆ ਤਾਂ ਹਰ ਸਾਲ ਹੋਰ ਲੋਨ ਲਵਾਂਗੇ ਤੇ ਤਾਂ ਸੂਬੇ ਨੂੰ ਚਲਾ ਸਕਾਂਗੇ। ਉਹਦੇ ਵਿੱਚ ਡਿਵੈਲਪਮੈਂਟ ਦੀ ਗੱਲ ਜਾਂ ਲੌਂਗ ਟਰਮ ਪਲੈਨਿੰਗ ਦੀ ਗੱਲ ਜਾਂ ਡਾਇਵਰਸੀਫਿਕੇਸ਼ਨ ਦੀ ਗੱਲ ਜਾਂ ਇਹ ਚੀਜ਼ਾਂ ਜਿਹੜੀਆਂ ਕਿੱਥੋਂ ਕਰਾਂਗੇ। ਲੇਕਿਨ ਇਹਦੇ ਲਈ ਨਾ ਤਾਂ ਪੋਲੀਟੀਕਲ ਬੰਦਾ ਸੁਹਿਰਦਾ ਤੇ ਨਾ ਇਹਦੇ ਲਈ ਬਿਊਰੋਕਰੈਟ ਸੁਹਿਰਦ ਆ। ਅੱਛਾ, ਜਿਹੜੇ ਸਿਆਣੇ ਬੰਦੇ ਆ ਹੌਲੀ ਹੌਲੀ ਸਿਸਟਮ ਤੋਂ ਬਾਹਰ ਹੋ ਕੇ ਬੈਠ ਗਏ, ਉਹ ਡਿਸਕਸ਼ਨ ਵਗੈਰਾ ਤਾਂ ਕਰਦੇ ਆ, ਲੇਕਿਨ ਸਿਸਟਮ ਦਾ ਨਾ ਤਾਂ ਉਹਨਾਂ ਨੂੰ ਕੋਈ ਹਿੱਸਾ ਬਣਾਉਂਦਾ ਹੀ ਆ ਤੇ ਨਾ ਉਹ ਬਣਨ ਦੀ ਕੋਸ਼ਿਸ਼ ਹੀ ਕਰਦੇ ਆ। ਔਰ ਉਹਦੇ ਵਿੱਚ ਅਕ੍ਰੋਸ ਦਾ ਪਾਰਟੀ ਲਾਈਨ ਕਿਉਂਕਿ ਪੰਜਾਬੀਆਂ ਲਈ ਹਮੇਸ਼ਾ ਇਹ ਸੋਚਦੇ ਆ ਵੀ ਯਾਰ ਇੱਥੇ ਪਿੰਡਾਂ ਦੇ ਪਿੰਡ ਗਰੁੱਪ ਬਣੇ ਆ, ਇੱਕ ਧੜੇ ਨੇ ਖੱਬੇ ਨੂੰ ਜਾਣਾ ਤੇ ਇੱਕ ਧੜੇ ਨੂੰ ਸੱਜੇ ਨੂੰ ਜਾਣਾ, ਵੀ ਚਾਚਾ ਜੇ ਅਕਾਲੀ ਦਲ ਚ ਤੇ ਤਾਇਆ ਕਾਂਗਰਸ ਚ। ਅੱਛਾ, ਜੇ ਕੋਈ ਟਾਮਾ ਹੋਰ ਇੱਕ ਪਾਰਟੀ ਆ ਗਈ ਤਾਂ ਟਾਮਾ ਉਹਦੇ ਚ ਆ। ਸੋ ਉਸ ਧੜਿਆਂ ਦੇ ਵਿੱਚੋਂ ਅਸੀਂ ਜਦੋਂ ਨਹੀਂ ਨਿਕਲਦੇ, ਪੋਲੀਟੀਕਲ ਕਲਾਸ ਨੂੰ ਲੱਗਦਾ ਹੈਗਾ ਕਿ ਯਾਰ ਇੱਥੇ ਬਹੁਤਾ ਇਸ ਐਂਗਲ ਨੂੰ ਸੋਚਣ ਦੀ ਜ਼ਰੂਰਤ ਨਹੀਂ, ਕਿਉਂਕਿ ਜਦੋਂ ਤੁਹਾਡੇ ਤੇ ਕੋਈ ਏਦਾਂ ਦੀ ਕੁਐਸਚਨਿੰਗ ਹੀ ਨਹੀਂ ਕਰਦਾ ਤੇ ਦੈਨ ਅਲਟੀਮੇਟਲੀ ਤੁਸੀਂ ਕਹਿੰਦੇ ਵੀ ਠੀਕ ਹੈ ਇਹ ਸਿਸਟਮ ਤਾਂ ਚੱਲੀ ਜਾਂਦਾ ਤੇ ਚੱਲੀ ਜਾਣਾ ਹੈਗਾ। ਤੇ ਉਹਦੇ ਵਿੱਚੋਂ ਫਿਰ ਜਿਹੜੇ ਕਹਿ ਲਓ ਕਿ ਜਿਹੜੇ ਪਾਵਰ ਦੇ ਆਲੇ ਦੁਆਲੇ ਹੁੰਦੇ ਆ ਤੇ ਜਿਹੜੇ ਪਾਵਰ ਨੂੰ ਸੂਟ ਕਰਦੇ ਹੁੰਦੇ ਆ ਵੀ ਹਾਂਜੀ ਹਾਂ ਛਾਂ ਮਿਲਾਉਣੀ ਆ, ਉਹ 40 50 100 ਬੰਦੇ ਹੋ ਕੇ ਉਹ ਲੁੱਟੀ ਲੱਟੀ ਜਾਂਦੇ ਆ। 5 ਸਾਲ ਕੋਈ ਲੁੱਟ ਲੈਂਦਾ, 10 ਸਾਲ ਕੋਈ ਲੁੱਟ ਲੈਂਦਾ। ਸੋ ਉਹ ਜਿਹੜਾ ਮਾਹੌਲ ਹੈਗਾ ਉਹਨੂੰ ਬ੍ਰੇਕ ਕਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ, ਕਿਉਂਕਿ ਜਦੋਂ ਇਹ ਕਿਤੇ ਕੋਈ ਤੀਜਾ ਬੰਦਾ ਉਹਨੂੰ ਇਕੱਠੇ ਹੋ ਕੇ ਵੀ ਕਈ ਵਾਰੀ ਉਹਨੂੰ ਡਿਫੀਟ ਕਰਦੇ ਆ ਉਸ ਪਰਪਸ ਨੂੰ। ਲੇਕਿਨ ਜੇ ਪਿਛਲੀ ਵਾਰੀ ਆਮ ਆਦਮੀ ਪਾਰਟੀ ਆਈ ਸੀ, ਉਹ ਵੀ ਸਾਨੂੰ ਇਮੋਸ਼ਨਲੀ ਬਲੈਕਮੇਲ ਕਰਨਾ ਚਾਹੁੰਦੀ ਸੀ। ਪਰਪਸ ਉਹਨਾਂ ਦਾ ਵੀ ਕੋਈ ਬਹੁਤ ਜ਼ਿਆਦਾ ਕੋਈ ਉਹ ਵੀ ਡੈਪਥ ਦੇ ਵਿੱਚ ਹੈ ਨਹੀਂ ਸੀ ਵੀ ਹਾਂ ਵੀ ਅਸੀਂ ਇਹਨੂੰ ਕਿੱਦਾਂ ਕੱਢਣਾ ਹੈਗਾ। ਸੋ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਆ ਉਹ ਬੇਸਿਕਲੀ ਦੇਖ ਕੇ ਤੇ ਜੇ ਕੁਝ ਚੰਗੇ ਬੰਦੇ ਮਾੜਾ ਮੋਟਾ ਇਕੱਠਾ ਵੀ ਹੁੰਦੇ ਆ, ਫਿਰ ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ, ਉਹਨਾਂ ਦੇ ਕਿਤੇ ਨਾ ਕਿਤੇ ਜ਼ਮੀਰ ਮਾੜੀ ਮੋਟੀ ਟੁੰਬਦੀ ਆ, ਉਹ ਕਹਿੰਦੇ ਯਾਰ ਇੰਨਾ ਕਿੱਦਾਂ ਕਰਾਂਗੇ, ਕਿਉਂਕਿ ਵੇਰੀਏਸ਼ਨ ਥਾਟ ਪ੍ਰੋਸੈਸ ਦੇ ਵਿੱਚ ਬੜੀ ਹੈਗੀ ਆ, ਬਹੁਤ ਵੱਡੀ। ਸੋ ਵੀ ਆਰ ਰੀਅਲ ਇਨ ਟਰਬਲ। ਰਿਐਲਿਟੀ ਇਹ ਹੈਗੀ ਆ ਕਿ ਮੈਨੂੰ ਤਾਂ ਮੇਰੇ ਵਰਗੇ ਬੰਦੇ ਨੂੰ ਤਾਂ, ਕਿਉਂਕਿ ਮੈਂ ਤਾਂ ਇੱਕ ਸੋਚਣ ਵਾਲਾ, ਲੋਕਾਂ ਨਾਲ ਡਿਸਕਸ ਕਰਨ ਵਾਲਾ, ਸਿਆਣੇ ਬੰਦਿਆਂ ਦੀ ਗੱਲ ਸੁਣਨ ਵਾਲਾ, ਜੇ ਉਹਨਾਂ ਦੀ ਗੱਲ ਆ ਤਾਂ ਉਹ ਠੀਕ ਆ, ਜੇ ਮੇਰੇ ਵਾਲੀ ਗੱਲ ਠੀਕ ਆ ਗਈ ਤਾਂ ਉਹ ਠੀਕ ਆ, ਪਰ ਰੀਅਲੀ ਅਸੀਂ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਪ੍ਰੋਬਲਮ ਦੇ ਵਿੱਚ ਹੈਗੇ ਆ ਵੀ ਕਰੀਏ ਤਾਂ ਕੀ ਕਰੀਏ। ਅੱਛਾ, ਲੇਕਿਨ ਪ੍ਰੈਸ਼ਰ ਪੋਲੀਟੀਕਲ ਸਿਸਟਮ ਦਾ ਵੀ ਬੜਾ ਆ, ਪ੍ਰੈਸ਼ਰ ਇਸ ਗੱਲ ਦਾ ਵੀ ਬੜਾ ਆ ਵੀ ਤੂੰ ਸੱਚ ਕਿਉਂ ਬੋਲਦਾ। ਅੱਛਾ, ਜੇ ਸੱਚ ਨਹੀਂ ਬੋਲਦੇ ਤਾਂ ਜ਼ਮੀਰ ਨਹੀਂ ਅਲਾਉ ਕਰਦੀ, ਜੇ ਸੱਚ ਬੋਲਦੇ ਆ ਤਾਂ ਫਿਰ ਆਲੇ ਦੁਆਲੇ ਉਹ ਖਿੱਚਣ ਵਾਲੇ ਇੰਨੇ ਕੁ ਬੈਠੇ ਆ ਵੀ ਜਿਹਦਾ ਹੱਦ ਹਿਸਾਬ ਕੋਈ ਨਹੀਂ।
ਅੱਛਾ ਸਰਦਾਰ ਸਾਹਿਬ, ਮੈਂ ਹੁਣ ਕਿਉਂਕਿ ਇਹਦੇ 'ਚ ਆਪਾਂ ਕਾਹਲੀ ਨਹੀਂ ਕਰਨੀ, ਮੈਂ ਤੁਹਾਡਾ ਸਮਾਂ 4-5 ਘੱਟੋ ਘੱਟ ਆਪਾਂ ਇਹਦੇ 'ਚ ਗੱਲਬਾਤ ਕਰਨੀ ਹੈ। ਮੈਂ ਹੁਣ ਪਹਿਲੀ ਫਸਟ ਥਿੰਗ ਫਸਟ ਤੋਂ ਸ਼ੁਰੂ ਕਰਦਾ ਹਾਂ। ਕਪਤਾਨੀ ਕਰਤੀ, ਪਦਮ ਸ਼੍ਰੀ ਮਿਲ ਗਏ ਅਤੇ ਪੁਲਿਸ 'ਚ ਚਲੇ ਗਏ, ਪੁਲਿਸ ਤੋਂ ਡਾਇਰੈਕਟਰ ਸਪੋਰਟਸ ਚਲੇ ਗਏ, ਜਾਂ ਤੁਸੀਂ ਡਾਇਰੈਕਟਰ ਸਪੋਰਟਸ ਬਣੇ ਤਾਂ ਇੱਕ ਮਨ ਨੂੰ ਬੜੀ ਇੱਕ ਖੁਸ਼ੀ ਹੋਈ ਵੀ ਚੱਲ ਯਾਰ ਆਹ ਪਾਸਿਓਂ ਜਿਹਦੇ 'ਚ ਸਾਡੀ ਸਰਦਾਰੀ ਸੀ, ਇਸ ਪਾਸਿਓਂ ਸਾਡੀ ਹੁਣ ਝੰਡੀ ਹੋਏਗੀ ਵੀ ਸੁਹਿਰਦ ਹੱਥਾਂ ਦੇ ਵਿੱਚ ਹੁਣ ਜਿਹੜੀਆਂ ਕਿਟਸ ਆਉਣਗੀਆਂ ਉਹ ਬੱਚਿਆਂ ਤੱਕ ਪਹੁੰਚਣਗੀਆਂ, ਹੁਣ ਉਹ 'ਚ ਚੋਰੀ ਨਹੀਂ ਹੋਏਗੀ। ਰਾਜਨੀਤੀ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਹੁੰਦੀ ਹੈ, ਯਾਰ ਮੈਂ ਸਿਸਟਮ ਦੇ ਵਿੱਚ, ਇਹ ਗੱਲ ਵੀ ਚੱਲਦੀ ਹੈ ਜਾਂ ਇਕੱਠੇ ਬਹਿਨੇ ਆ ਸਕੂਲ ਆਫ ਥਾਟਸ ਦੇ ਬਾਹਰੋਂ ਬਹਿ ਗਏ, ਕਹਿੰਦੇ ਯਾਰ ਪਰੇ 'ਚ ਬੈਠ ਕੇ ਗਾਲਾਂ ਕੱਢਣ ਨਾਲ ਨਹੀਂ, ਇਹਦਾ ਪਾਰਟ ਬਣ ਪੰਚਾਇਤ 'ਚ ਆ ਫੇਰ ਗੱਲ ਕਰੋ। ਉਹ ਤੁਹਾਡੇ ਮਨ 'ਚ ਵੀ ਆਇਆ, ਓਪਰਚੁਨਿਟੀ ਮਿਲੀ ਤਾਂ ਤੁਸੀਂ ਉਹਨੂੰ ਪ੍ਰਵੇਲ ਕੀਤਾ, ਪਰ ਜਦ ਤੁਸੀਂ ਉਸ ਦੇ ਵਿੱਚ ਬੜੇ, ਉਹ ਜਿਹੜਾ ਪ੍ਰਬੰਧ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਦੂਜੀਆਂ ਪਾਰਟੀਆਂ ਨੇ, ਮੈਂ ਤਾਂ ਜਿਹੜੇ 10-15 ਤੁਹਾਡੀ ਸੋਚ ਵਾਲੇ ਅਲੱਗ-ਅਲੱਗ ਪਾਸੇ ਬੈਠੇ ਨੇ, ਉਹ 15 ਜਿਹੜੇ ਪੰਜਾਬ ਦਾ ਭਲਾ ਆਪਣੇ ਪਾਰਟੀ ਤੰਤਰ ਤੋਂ ਬਾਹਰ ਹੋ ਕੇ ਕਰਨਾ ਚਾਹੁੰਦੇ ਨੇ, ਉਹ ਇਕੱਠੇ ਸਟੂਲਾਂ 'ਤੇ ਨਹੀਂ ਬੈਠ ਸਕੇ ਅਤੇ ਉਹਦੇ ਵਿੱਚੋਂ ਹਾਰ ਹੰਭ ਕੇ ਖਹਿਰੇ ਹੋਣੀ ਹੱਥ ਸਰੈਂਡਰ ਕਰ ਗਏ। ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਜੇ ਮੈਂ ਹੁਣ ਕਿਸੇ ਕੰਢੇ ਬੱਟੇ ਨੇ ਲੱਗਿਆ ਤਾਂ ਬੀਬੀ ਜਗੀਰ ਕੌਰ ਮੇਰੇ ਤੋਂ ਨਹੀਂ ਹਰਨੀ, ਇਹ ਗੱਲ ਸੱਚ ਹੈ, ਕੋਈ ਇਹਨੂੰ ਕੁਛ ਕਹੀ ਚੱਲੇ। ਜਦ ਤੁਸੀਂ ਗਏ ਪਾਰਟੀ ਦੇ ਵਿੱਚ, ਸਿਸਟਮ ਤੁਹਾਡਾ ਅਧਿਕਾਰ ਖੇਤਰ ਆ, ਤੁਸੀਂ MLO ਆਪਣੀ ਕੰਸਟੀਟੂਐਂਸੀ ਦੇ, ਪਰ ਕਿੱਥੇ ਜਾ ਕੇ ਲੱਗਿਆ ਤੁਹਾਨੂੰ ਵੀ ਯਾਰ ਮੈਂ ਇਹ ਇੰਨੇ ਕੁ ਏਰੀਏ ਦਾ ਵੀ ਭਲਾ ਮੈਨੂੰ ਕਰਨ ਦੇ ਲਈ ਆਹ ਹਰਡਲਸ ਦੇ ਵਿੱਚ ਜਾਣਾ ਪੈਣਾ। ਜੇ ਬੰਦਾ ਕਹੇ ਜੇ ਮੇਰਾ ਏਰੀਆ, ਮੰਨ ਲਓ ਮੇਰੀ ਪਹਿਲ ਕੰਸਟੀਚੁਐਂਸੀ ਹੈ, ਮੈਂ ਕਹਾਂ ਵੀ ਮੈਂ ਪਹਿਲ ਦਾ MLA ਯਾਰ ਮੈਂ ਆਪਣੇ ਇਹ ਪਿੰਡ ਇੰਨੇ ਠੀਕ ਕਰ ਦੇਵਾਂ, ਅਤੇ ਮੈਂ ਪਾਰਟੀ ਵਿਪ ਨੂੰ ਜਾਂ ਪਾਰਟੀ ਪ੍ਰਧਾਨ ਨੂੰ ਕਹਾਂ ਦੇਖ ਯਾਰ ਮੇਰੇ 'ਚ ਖਲਜਾਗੜ ਨਾ ਕਰੀ, ਤੁਸੀਂ ਜਿਹੜਾ ਕੋਈ ਮਰਜ਼ੀ ਕਰੀ ਚੱਲੋ। ਕੀ ਇਸ ਤਰ੍ਹਾਂ ਵੀ ਸਰਦਾਰ ਸਾਹਿਬ ਹੋ ਸਕਦਾ ਵੀ ਤੁਸੀਂ ਕਹੋ ਵੀ ਮੈਂ ਆਪਣੀ ਕੰਸਟੀਚੁਐਂਸੀ ਠੀਕ ਰੱਖਣੀ ਆ, ਸਰਦਾਰ ਸੁਖਬੀਰ ਸਿੰਘ ਜੀ, ਸਰਦਾਰ ਅਮਰਿੰਦਰ ਸਿੰਘ ਜੀ ਮੈਨੂੰ ਤੜੀ ਨਾ ਦਿਓ, ਕੀ ਇਸ ਤਰ੍ਹਾਂ ਦਾ ਵੀ ਸਿਸਟਮ ਪ੍ਰਵੇਲ ਹੋ ਸਕਦਾ? ਨਹੀਂ, ਇੱਕ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਮੈਨੂੰ ਜਿੱਥੋਂ ਤੱਕ ਮੇਰੀ ਕੰਸਟੀਚੁਐਂਸੀ ਦਾ ਸਵਾਲ ਹੈ ਉਹਦੇ ਵਿੱਚ ਕੋਈ ਬਹੁਤੀ ਲੰਮੀ ਚੌੜੀ ਇੰਟਰਫੇਰੈਂਸ ਨਹੀਂ ਹੈਗੀ, ਔਰ ਉਹਦੇ ਵਿੱਚ ਜਿੰਨੇ ਕੁ ਵੀ ਪੈਰਾਮੀਟਰਸ ਹੈਗੇ ਆ ਜਾਂ ਜਿੰਨੇ ਕੁ ਵੀ ਪੈਸੇ ਜਾਂ ਜਿੰਨੇ ਕੁ ਵੀ ਹੋਰ ਸਿਸਟਮ ਦੇ ਵਿੱਚੋਂ ਮੈਨੂੰ ਜੋ ਮਿਲ ਸਕਦਾ ਉਹ ਮਿਲਦਾ ਹੈਗਾ, ਉਹ ਦੈਟ ਇਜ਼ ਨਾਟ ਏ ਇਸ਼ੂ। ਔਰ ਉਹਦੇ ਵਿੱਚ ਚਾਹੇ ਕੋਈ ਵੀ, ਚਾਹੇ ਚਲੋ ਲੋਕੀ ਤਾਂ ਬਹੁਤ ਕੁਛ ਵੀ ਕਹਿੰਦੇ ਆ, ਬਟ ਐਟ ਦਾ ਸੇਮ ਟਾਈਮ ਮੋਰ ਔਰ ਲੈਸ ਮੈਂ ਉਨਾ ਕੁ ਕੰਮ ਕਰ ਸਕਿਆ ਜਿੰਨਾ ਕੁ ਮੈਂ ਵਿਜ਼ੂਅਲਾਈਜ਼ ਕਰਦਾ ਹੈਗਾ ਜਾਂ ਜਿੰਨਾ ਕੁ ਉੱਥੋਂ ਦੇ ਲੋਕੀ ਜਿਹੜੇ ਆ ਸਪੋਰਟ ਕਰਦੇ ਹੈਗੇ ਆ। ਸੋ ਉਹ ਏਡਾ ਇਸ਼ੂ ਨਹੀਂ ਹੈਗਾ, ਉਹ ਤਾਂ ਇੰਡੀਵਿਜੂਅਲ MLAs ਤੇ ਡਿਪੈਂਡ ਕਰਦਾ ਕਿ ਉਹ MLA ਕਿੰਨਾ ਕੁ ਵਿਜ਼ੂਅਲਾਈਜ਼ੇਸ਼ਨ ਕਰ ਸਕਦਾ, ਕਿੰਨਾ ਕੁ ਸੁਹਿਰਦ ਹੈਗਾ। ਕਿਉਂਕਿ ਮੈਂ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਆ 9-9.5 ਸਾਲਾਂ ਦੇ ਵਿੱਚ, ਮੈਂ ਤਾਂ ਇੰਨਾ ਕੀ ਦੇਖਿਆ ਹੈਗਾ ਵੀ ਸਾਡੇ ਆਲੇ ਦੁਆਲੇ 2000 ਬੰਦੇ ਦਾ, ਮੇਰੇ ਕੌਂਸਟੀਚੁਐਂਸੀ 2 ਲੱਖ ਵੋਟਰ ਹੈਗੇ ਆ, 2000 ਬੰਦੇ ਦਾ ਜਮਾਵੜਾ ਜਿਹੜਾ ਉਹ ਰਹਿੰਦਾ ਹੈਗਾ, ਲੇਕਿਨ ਇੱਕ ਉਹ ਜਿਹੜਾ 5-7 ਹਜ਼ਾਰ ਵੋਟ ਨੂੰ ਪ੍ਰਭਾਵਿਤ ਕਰਦੇ ਆ। ਲੇਕਿਨ ਦੂਜਾ ਐਂਗਲ ਇਹ ਹੈਗਾ ਕਿ 1,90,000 ਵੋਟਰ ਜਿਹੜਾ ਆ ਉਹ ਮੇਰੀ ਸਿਰਫ ਪਰਫਾਰਮੈਂਸ ਦੇਖਦਾ ਜਾਂ ਮੇਰਾ ਰੈਪੂਟੇਸ਼ਨ ਦੇਖਦਾ ਵੀ ਇਹ ਬੰਦਾ ਕਿਹੋ ਜਿਹਾ ਆ ਤੇ ਇਹ ਕੀ ਕਰਦਾ ਹੈਗਾ ਜੀ। ਸੋ ਮੈਂ ਉਸ 2000 ਦੇ ਝਮੇਲੇ 'ਚ ਬਹੁਤਾ ਨਹੀਂ ਆਉਂਦਾ। ਜਿਹੜੀ ਗੱਲ ਠੀਕ ਆ ਉਹ ਠੀਕ ਆ, ਜਿਹੜੀ ਗੱਲ ਨਹੀਂ ਠੀਕ ਉਹ ਨਹੀਂ ਠੀਕ, ਕਿਉਂਕਿ ਮੇਰਾ ਇਹ ਬੇਸਿਕਲੀ ਜਿਹੜਾ ਪ੍ਰੋਫੈਸ਼ਨ ਨਹੀਂ ਹੈਗਾ, ਔਰ ਨਾ ਹੀ ਮੈਂ ਇਹਦੇ ਕੋਲੋਂ ਇਹ ਸਮਝਦਾ ਹੈਗਾ ਕਿ ਮੈਨੂੰ ਇਹਦੇ ਕੋਲੋਂ ਇਹਦੇ ਵਿੱਚੋਂ ਕੁਛ ਚਾਹੀਦਾ। ਮੈਂ ਤਾਂ ਸਿਰਫ ਇਹ ਸੋਚਦਾ ਵੀ ਇਹਦੇ ਵਿੱਚ ਮੈਂ ਕੀ ਕੰਟਰੀਬਿਊਟ ਕਰ ਸਕਦਾ, ਕਿਉਂਕਿ ਮੈਂ ਆਪਣਾ ਕੈਰੀਅਰ ਦੇ ਵਿੱਚੋਂ ਆਪਣੀ ਰੋਜ਼ੀ ਰੋਟੀ ਜਿਹੜੀ ਕਮਾਈ ਹੈਗੀ ਆ ਔਰ ਆਪਣੇ ਬੱਚਿਆਂ ਨੂੰ ਜਾਂ ਆਪਣੇ ਪੇਰੈਂਟਸ ਨੂੰ ਲੁੱਕ ਆਫਟਰ ਕਰਨ ਲਈ ਮੈਂ ਬਿਲਕੁਲ ਠੀਕ ਠਾਕ ਆ। ਔਰ ਮੇਰੀ ਕੋਈ ਬਹੁਤ ਜ਼ਿਆਦਾ ਲੰਮੀ ਚੌੜੀ ਜਿਹੜੀ ਇੱਛਾ ਵੀ ਨਹੀਂ ਰਹੀ, ਕਿਉਂਕਿ ਦੁਨੀਆ ਦੇਖ ਲਈ, ਫਿਰ ਤੁਰ ਕੇ ਸਾਰਾ ਕੁਝ ਦੇਖ ਦੂਖ ਲਿਆ। ਹੁਣ ਤਾਂ ਗੱਲ ਸਿਰਫ ਇੰਨੀ ਆ ਕਿ ਯਾਰ ਕੰਟਰੀਬਿਊਟ ਕੀ ਕਰ ਸਕਦੇ ਆ। ਸੋ ਉਸ ਕੰਟਰੀਬਿਊਸ਼ਨ ਲਈ ਹੀ ਜਿਹੜੇ ਫਿਰ ਜਦੋਂ ਕੌਂਸਟੀਚੁਐਂਸੀ ਤੋਂ ਬਾਹਰ ਆਉਂਦੇ ਆ, ਜਿੱਥੇ ਇਹ ਲੱਗਦਾ ਹੈਗਾ ਕਿ ਮੰਨ ਲਓ ਸਾਡੇ ਜਿਹੜੇ ਇਸ਼ੂਜ਼ ਹੈਗੇ ਉਹ ਕਿਹੜੇ ਆ, ਜਾਂ ਅਸੀਂ ਕਿਹੜੇ ਇਸ਼ੂਜ਼ ਤੇ ਕਹਿ ਕੇ ਆਏ ਆ, ਜਾਂ ਜਿਹੜੇ ਇਸ਼ੂ ਸਾਨੂੰ ਈਜ਼ੀਲੀ ਕੀਤੇ ਜਾ ਸਕਦੇ ਆ, ਜਦੋਂ ਉਹ ਨਹੀਂ ਅਸੀਂ ਕਰਦੇ, ਮੇਰੀ ਤਾਂ ਲੜਾਈ ਉੱਥੋਂ ਸ਼ੁਰੂ ਹੁੰਦੀ ਆ। ਮੈਂ ਕਹਿੰਦਾ ਵੀ ਜਿਹੜੀ ਮੰਨ ਲਓ ਕੋਈ ਫਾਈਨੈਂਸ਼ੀਅਲ ਐਂਗਲਸ ਹੈਗੇ ਆ ਵੀ ਜੇ ਅਸੀਂ ਨਹੀਂ ਉਹਨੇ ਪੈਸੇ ਸਪੇਅਰ ਕਰ ਸਕਦੇ ਤਾਂ ਨਹੀਂ ਕਰ ਸਕਦੇ। ਉਹਦੇ ਵਿੱਚ ਮੈਂ ਕਹਾਂ ਗਵਰਨਮੈਂਟ ਦਾ ਕੋਈ ਬਹੁਤ ਲੰਮਾ ਚੌੜਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਜਾਂ ਕਿਸੇ ਹੋਰ ਦਾ ਬਹੁਤਾ ਰੋਲ ਹੈਗਾ, ਉਹ ਨਹੀਂ ਹੈਗਾ। ਬਟ ਐਟ ਦਾ ਸੇਮ ਟਾਈਮ
ਜੇ ਮੈਂ ਬੇਅਦਬੀਆਂ ਦੀ ਗੱਲ ਕਰ ਲਵਾਂ, ਜੇ ਮੈਂ ਪਾਵਰ ਪਰਚੇਜ਼ ਐਗਰੀਮੈਂਟਸ ਦੀ ਗੱਲ ਕਰ ਲਵਾਂ, ਜੇ ਮੈਂ ਡਰੱਗਸ ਦੀ ਗੱਲ ਕਰ ਲਵਾਂ, ਜੇ ਪਿਛਲੀ ਵਾਰੀ 31,000 ਕਰੋੜ ਰੁਪਈਏ ਦਾ ਜਿਹੜਾ ਇਸ਼ੂ ਹੋਇਆ ਸੀਗਾ, ਜਿਹੜਾ ਫੂਡ ਸਕੈਮ ਹੋਇਆ ਸੀ, ਸੋ ਏਦਾਂ ਦੇ ਜਿਹੜੇ ਇਸ਼ੂਜ਼ ਹੈਗੇ ਆ ਮੈਂ ਪਹਿਲਾਂ ਅੰਦਰ ਬੈਠ ਕੇ ਕੀਤਾ। ਉਹਦੇ ਤੋਂ ਬਾਅਦ ਫਿਰ ਮੈਂ ਜੇ ਨਹੀਂ ਸੁਣਿਆ ਗਿਆ ਫਿਰ ਮੈਂ ਇੱਕ ਚਿੱਠੀ ਲਿਖੀ, ਫਿਰ ਮੈਂ ਇੱਕ ਅੰਗਰੇਜ਼ੀ 'ਚ ਚਿੱਠੀ ਲਿਖੀ, ਫਿਰ ਆਪਣੇ ਜਿਹੜੇ ਮਿਸਿਸ ਸੋਨੀਆ ਗਾਂਧੀ ਆ ਉਹਨਾਂ ਨੂੰ ਕਾਪੀ ਭੇਜੀ, ਇੱਕ ਆਪਣੇ ਪ੍ਰਧਾਨ ਨੂੰ ਭੇਜੀ, ਤਾਂ ਕਿ ਕੱਲ ਨੂੰ ਇਹ ਨਾ ਕੋਈ ਕਵੇ ਯਾਰ ਇਹ ਤਾਂ ਉਦਾਂ ਹੀ ਗੱਲ ਕਰਦਾ ਤੇ ਇਹ ਜਿਹੜਾ ਹੈਗਾ ਆ ਵੀ ਇਹ ਫੋਕੀਆਂ ਗੱਲਾਂ ਹੀ ਕਰਦਾ। ਸੋ ਮੈਂ ਕਿਹਾ ਇਹਨੂੰ ਔਨ ਰਿਕਾਰਡ ਲੈ ਆਈਏ। ਨਾਰਮਲੀ ਪੋਲੀਟੀਕਲ ਬੰਦਾ ਤਾਂ ਸਟੇਟਮੈਂਟ ਦੇ ਦਿੰਦਾ, ਉਹ ਬਾਅਦ ਚ ਜਦੋਂ ਜੇ ਕਿਤੇ ਉਹਨੂੰ ਨਹੀਂ ਸੂਟ ਕਰਦੀ ਤਾਂ ਉਹ ਕਹਿੰਦਾ ਵੀ ਮੈਂ ਤਾਂ ਦਿੱਤੀ ਨਹੀਂ, ਮੈਨੂੰ ਤਾਂ ਮਿਸਕੋਟ ਕੀਤਾ। ਸੋ ਮੈਂ ਤਾਂ ਇਹ ਸਾਰਾ ਕੁਛ ਇਨ ਰਾਈਟਿੰਗ ਲਿਆ ਕੇ ਫਿਰ ਜਦੋਂ ਮੈਨੂੰ ਫਿਰ ਮੀਟਿੰਗ ਦਾ ਸਮਾਂ ਮਿਲਿਆ, ਫਿਰ ਮੈਂ ਸਮਝਾਇਆ, ਮੈਂ ਕਿਹਾ ਯਾਰ ਮੈਨੂੰ ਕਨਵਿੰਸ ਕਰਾ ਦਿਓ ਤੇ ਜਾਂ ਮੈਂ ਮੇਰੇ ਤੋਂ ਕਨਵਿੰਸ ਹੋ ਲਓ, ਉਹਨਾਂ ਸੈਕਟਰੀਜ਼ ਨੂੰ ਬੁਲਾ ਲਓ, ਬਟ ਪ੍ਰਣਾਲਾ ਉੱਥੇ ਦਾ ਉੱਥੇ ਹੀ। ਅੱਛਾ, ਉਹਦੇ ਤੋਂ ਬਾਅਦ ਫਿਰ ਜੇ ਇਹ ਗੱਲ ਫਿਰ ਨਹੀਂ ਹੁੰਦੀ ਫਿਰ ਐਂਡ ਆਫ ਦਾ ਡੇ ਫਿਰ ਇੱਕ ਪਬਲਿਕ ਪਲੇਟਫਾਰਮ ਰਹਿ ਜਾਂਦਾ, ਬੰਦਾ ਕਹਿੰਦਾ ਵੀ ਚਲੋ ਲੋਕਾਂ ਦੇ ਸਾਹਮਣੇ। ਅੱਛਾ, ਫਿਰ ਉਹਦੇ ਤੋਂ ਬਾਅਦ ਵੀ ਜੇ ਤੁਸੀਂ ਮਾੜਾ ਮੋਟਾ ਜੇ ਤੁਸੀਂ ਇਹ ਗੱਲ ਕਹਿਣ ਦੀ ਜ਼ਰੂਰਤ ਰੱਖਦੇ ਆ ਤਾਂ ਫਿਰ ਤੁਹਾਨੂੰ ਕਨਵੇ ਕੀਤਾ ਜਾਂਦਾ ਵੀ ਭਾਈ ਇਹ ਨਾ ਕਰ। ਅੱਛਾ, ਫਿਰ ਇਹ ਨਾ ਕਰ ਤੋ ਫਿਰ ਤਾਂ ਉਹਦਾ ਕੋਈ ਇਲਾਜ ਹੈ ਨਹੀਂਗਾ ਬਟ ਟੂ ਗੋ ਟੂ ਦਾ ਪਬਲਿਕ ਪਲੇਟਫਾਰਮ ਕਿ ਅਸਲੀਅਤ ਆ। ਅੱਛਾ, ਕਿਉਂਕਿ ਅਲਟੀਮੇਟਲੀ ਡੈਮੋਕ੍ਰੇਸੀ ਜਿਹੜੀ ਆ ਉਹ ਇੱਕ ਲੋਕਾਂ ਦਾ ਇੱਕ ਥਾਟ ਪ੍ਰੋਸੈਸ ਦਾ ਹਿੱਸਾ ਹੈਗਾ। ਸੋ ਇਸ ਕਰਕੇ ਇਹ ਸਾਰੀ ਜਿਹੜੀ ਮੈਂ ਕਿਹਾ ਵੀ ਇਹ ਜੇ ਤੁਸੀਂ ਇੱਥੋਂ ਤੱਕ ਹੁਣ ਪਹੁੰਚ ਗਏ ਆ ਤੇ ਫਿਰ ਤਾਂ ਤੁਸੀਂ ਫਿਰ ਮੇਰੇ ਕਹਿਣ ਦਾ ਮਤਲਬ ਫਿਰ ਆਪਾਂ ਜੇ ਕੁਛ ਕਰ ਹੀ ਨਹੀਂ ਸਕਦੇ ਤਾਂ ਫਿਰ ਆਈਡਲੀ ਇਹਦੇ ਵਿੱਚ ਬਹਿਣ ਦਾ ਵੀ ਕੀ ਆਈਡੀਆ, ਵਾਈ ਟੂ ਵੇਸਟ ਟਾਈਮ। ਅੱਛਾ, ਇੱਕ ਦੱਸਿਓ, ਜਿਵੇਂ ਤੁਸੀਂ ਇਹਨੂੰ ਸੋਚਦੇ ਹੋ ਵੀ ਠੀਕ ਹੈ ਮੇਰੇ ਕੈਂਟ 'ਚ ਤਾਂ ਮੇਰੇ ਪਿੰਡਾਂ 'ਚ ਮੈਂ ਵਸੀਵਿਆਂ ਨੂੰ ਜਾਣਦਾ, ਮੈਂ ਗਰਾਊਂਡਾਂ ਨੂੰ ਜਾਣਦਾ, ਮੇਰੀ ਕੰਸਟੀਚੁਐਂਸੀ ਦੇ ਵਿੱਚ ਤਾਂ ਮੈਂ ਸੂਤ ਕਰੀ ਬੈਠਾ, ਪਰ ਉਹ ਕੰਸਟੀਚੁਐਂਸੀ ਹੈ ਜਿਹੜੀ ਉਹ ਇੱਕ ਸੂਬੇ 'ਚ ਹੈ, ਪੰਜਾਬ 'ਚ। ਜੇ ਉਹ ਪੰਜਾਬ ਨਹੀਂ ਬਸਦਾ ਆਲੇ ਦੁਆਲੇ ਮੇਰੀ ਵਾਰਡ ਕਰਕੇ ਮੈਂ ਜਲੰਧਰ ਕੈਂਟ ਦੇ ਵਿੱਚ ਜਲੰਧਰ ਕੈਂਟ ਨੂੰ ਮੈਂ ਇਕੱਲੇ ਨੂੰ ਨਹੀਂ ਬਚਾ ਸਕਦਾ। ਅੱਛਾ, ਜਦ ਇਸ ਤਰ੍ਹਾਂ ਤੁਸੀਂ ਸੋਚਣ ਲੱਗਦੇ ਹੋ, ਪਹਿਲੀ ਤਾਂ ਗੱਲ ਸਾਰੇ ਇਸ ਤਰ੍ਹਾਂ ਕਿਉਂ ਨਹੀਂ ਸੋਚਦੇ ਜਦ ਉਹਨਾਂ ਨੂੰ ਇਨ ਜਨਰਲ, ਜੇ ਮੈਂ ਤਾਂ ਇਹ ਇੱਥੇ ਅਸੀਂ ਗੱਲਾਂ ਕਰਦੇ ਕਰਦੇ ਕਹਿੰਦੇ ਆ ਵੀ ਜੇ ਉਹ ਪੰਜਾਬ ਹੀ ਨਾ ਬਚਿਆ ਤਾਂ ਤੁਸੀਂ ਕਿਹਦੇ ਤੇ ਕਰਨੀ ਹੈ, ਜੇ ਸਰਦਾਰੀਆਂ ਕਿਹਦੇ ਤੇ ਕਰਨੀਆਂ ਨੇ। ਜੇ ਦੇਖਿਆ ਜਾਵੇ ਬੜੀ ਵੱਡੀ ਪਾਵਰ ਹੈ MLA MP ਕੋਲ, ਇੱਕ ਸਟੇਟ ਦਾ CM ਹੈ, ਅੰਮ੍ਰਿਤਸਰੋਂ ਚੱਲਦਾ ਚੰਡੀਗੜ੍ਹ ਤੱਕ ਉਹ ਕਹਿੰਦਾ ਵੀ ਆਹ ਯਾਰ ਆਉਂਦਿਆਂ ਨੂੰ ਮੇਰੇ ਅਗਲੇ ਗੇੜੇ ਤੱਕ SSP ਬਦਲਦੇ ਆ, DC ਬਦਲਦੇ, ਮਤਲਬ ਇੱਕ ਚੌਪਰ ਖੜਾ, 100 ਗੱਡੀਆਂ ਖੜੀਆਂ ਨੇ ਤੇ ਸਾਰਾ ਕੁਝ ਹੁੰਦੇ ਸੁਣਦੇ। ਫਿਰ ਉਸ ਜਗ੍ਹਾ ਦਾ ਭਲਾ ਕਿਉਂ ਨਹੀਂ ਜੀ ਅਸੀਂ ਦੋਹਣੀ ਦੁੱਧ ਦੀ ਭਰਨੀ ਹੈ, ਅਸੀਂ ਉਹਨੂੰ ਸਾਂਭਦੇ ਹਾਂ, ਅੰਦਰ ਡੰਗਰ ਨੂੰ ਕਰਦੇ ਹਾਂ, ਬਾਹਰ ਕਰਦੇ ਹਾਂ, ਉਹਨੂੰ ਖਲ ਬੜੇਵੇਂ ਪਾਉਂਦੇ ਹਾਂ, ਸਭ ਕੁਛ ਕਰਦੇ ਹਾਂ ਵੀ ਯਾਰ ਇਹਦਾ ਦੁੱਧ ਚੋਣਾ ਮੈਂ। ਪਰ ਜਿਹੜੇ ਜਿੱਥੋਂ ਸਾਰਾ ਕੁਝ ਆ ਰਿਹਾ, ਕੋਈ ਮਹਿਲ ਕਿਤੇ ਹੈ, 1-2 ਸੈਕਟਰ ਕਿਤੇ ਹੈ, ਪਤਾ ਹੀ ਨਹੀਂ, ਮਤਲਬ ਜੇ ਉਂਗਲ ਸੱਜੇ ਪਾਸੇ ਨੂੰ ਗਿਰ ਗਈ ਤਾਂ ਸੱਜੇ ਪਾਸੇ ਨੂੰ ਲੋਕ ਗਿਰ ਰਹੇ ਨੇ, ਖੱਬੇ ਪਾਸੇ ਨੂੰ ਆ ਗਿਆ ਹੱਥ ਖੱਬੇ ਪੈ ਨੂੰ। ਹੁਣ ਮੇਰਾ ਜੀ ਕਰਦਾ ਅਸੀਂ ਹਿਮਾਚਲ 'ਚ ਜਾਣਾ, ਉਹ ਕਹਿੰਦੇ ਸਾਡਾ ਜੀ ਕਰਦਾ ਅਸੀਂ ਇੱਥੇ 7 ਸਟਾਰ ਹੋਟਲ ਬਣਾਉਣਾ, ਅਸੀਂ ਆਹ ਬੱਸਾਂ ਲੈਣੀਆਂ ਨੇ, ਅਸੀਂ ਆਹ ਕਰਨਾ। ਭਾਈ ਜੀ ਇਹ ਕਿਉਂ ਨਹੀਂ ਇੱਕ ਸੋਚ ਕਿਉਂ ਨਹੀਂ ਹੈ ਇੱਕ ਰਾਜਨੀਤਿਕ ਇਸ ਪੈਂਤੜੇ ਦੇ ਵਿੱਚ ਬਈ ਯਾਰ ਜਿੱਥੋਂ ਕੱਢਦੇ ਆ, ਜਿਹੜੇ ਭੜੋਲੇ 'ਚੋਂ ਦਾਣੇ ਕੱਢਦੇ ਆ ਉਹਦੇ 'ਚੋਂ ਦਾਣੇ ਜੇ ਪਾਉਂਦੇ ਹੀ ਨਹੀਂ ਉਹ ਤਾਂ ਭੜੋਲਾ ਖਤਮ ਹੋ ਜਾਊ। ਇਹ ਰਾਜਨੀਤਿਕ ਇਸ ਤਰ੍ਹਾਂ ਕਿਉਂ ਨਹੀਂ ਸੋਚਦੇ ਵੀ ਜਿੱਥੋਂ ਸਾਰਾ ਕੁਝ ਲੈ ਰਹੇ ਆ ਉਹਦੀ ਵੈਲਨੈਸ, ਉਹਦੀ ਵੈਲਫੇਅਰ ਲਈ ਕਿਉਂ ਨਹੀਂ ਕਰਦੇ ਜੀ? ਇਹ ਸੋਚਣੀ ਤੁਹਾਡੀ ਤੇ ਦੂਜਿਆਂ ਦੀ ਅਲੱਗ ਕਿਉਂ ਆ ਸਰਦਾਰ ਸਾਹਿਬ? ਦੇਖੋ, ਮੈਂ ਇਹਦੇ ਤੇ ਬਹੁਤ ਜ਼ਿਆਦਾ ਤਾਂ ਕਮੈਂਟ ਨਹੀਂ ਕਰ ਸਕਦਾ, ਬਟ ਮੈਂ ਪਿੱਛੇ ਜੇ ਇੱਕ ਮੰਤਰੀ ਸਾਹਿਬ ਸੀਗੇ ਤੇ ਮੈਨੂੰ ਉਹਨਾਂ ਨੇ ਇੱਕ ਦਿਨ ਬੁਲਾਇਆ, ਮੈਨੂੰ ਕਹਿੰਦੇ ਯਾਰ ਪ੍ਰਗਟ ਤੂੰ ਮੇਰੇ ਅਗੇਂਸਟ ਵੀ ਬੋਲਦਾ ਰਹਿਣਾ, ਕਹਿੰਦੇ ਅੱਜ ਤੋਂ ਮੈਨੂੰ 44 ਸਾਲ 45 ਸਾਲ ਹੋ ਗਏ ਰਾਜਨੀਤੀ ਦੇ ਤੇ ਮੈਂ ਚੌਥੀ ਵਾਰੀ MLA ਬਣਿਆ ਤੇ ਹੁਣ ਜਾ ਕੇ ਮਿਨਿਸਟਰ ਬਣਿਆ, ਵੀ ਮੈਂ ਪੰਚੀ ਸਰਪੰਚੀ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਸ਼ੁਰੂ ਹੋ ਕੇ ਤੇ ਮੈਂ ਹੁਣ ਇੱਥੇ ਪਹੁੰਚਾ ਹੈਗਾ। ਤੇ ਉਸ ਸਫ਼ਰ ਦੇ ਵਿੱਚ ਮੈਂ ਪਤਾ ਨਹੀਂ ਕਿੰਨਿਆਂ ਕੁ ਲੋਕਾਂ ਦੇ ਗੋਡੀਆਂ ਥਲਾਇਆ ਹੋਊਗਾ, ਕਿੰਨਿਆਂ ਕੁ ਨੂੰ ਪੈਸੇ ਦਿੱਤੇ ਹੋਣਗੇ ਤੇ ਲਏ ਹੋਣਗੇ, ਕਿੰਨੇ ਕੁ ਚੰਗੇ ਕੰਮ ਕੀਤੇ ਹੋਣਗੇ, ਕਿੰਨੇ ਕੁ ਮਾੜੇ ਕੰਮ ਕੀਤੇ ਹੋਣਗੇ। ਤੇ 45 ਸਾਲਾਂ ਬਾਅਦ ਤੂੰ ਫਿਰ ਜੇ ਇਹ ਸਮਝੇ ਵੀ ਸਾਡੀ ਰੀੜ੍ਹ ਦੀ ਹੱਡੀ ਹੈਗੀ ਆ
ਵੀ ਇਹ ਤੇਰੀ ਸਮਝ ਦੇ ਵਿੱਚ ਵੀ ਫਰਕ ਆ। ਔਰ ਮੈਨੂੰ ਵਾਕਈ ਉਦੋਂ ਦੀ ਗੱਲ ਇਹ ਗੱਲ ਮੇਰੇ ਜ਼ਹਿਨ 'ਚ ਲੱਗੀ। ਉਹ ਕਹਿੰਦਾ ਦੇਖੋ ਤੁਸੀਂ ਆਏ ਆ ਹੋਰ ਤਰ੍ਹਾਂ, ਤੂੰ ਵੀ ਹੋਰ ਤਰ੍ਹਾਂ ਆਇਆ ਤੇ ਨਵਜੋਤ ਸਿੱਧੂ ਵੀ, ਕਿਉਂਕਿ ਤੁਹਾਡੀ ਡਿਮਾਂਡ ਸੀਗੀ ਤੁਸੀਂ ਤਾਂ ਆਏ ਆ। ਅਸੀਂ ਤਾਂ ਬੇਸਿਕਲੀ ਸਪਲਾਈ ਦੇਣ ਆਏ ਆ। ਕਿਉਂਕਿ ਜਿਹੜਾ ਆਮ ਇੱਕ ਪੋਲੀਟੀਕਲ ਬੰਦਾ ਆਉਂਦਾ ਉਹ ਬੇਸਿਕਲੀ ਜਦੋਂ ਕਿਤੇ ਕਾਉਂਸਲਰ ਬਣ ਕੇ ਜਾਂ ਸਰਪੰਚ ਬਣ ਕੇ ਜਾਂ ਉਸ ਲੈਵਲ ਤੋਂ ਉੱਠ ਕੇ ਆਉਂਦਾ ਤੇ ਉਹਦੀ ਜਿੰਨੀ ਕੁ ਘਸਾਈ ਇਹ ਸਿਸਟਮ ਕਰ ਦਿੰਦਾ ਜਦ ਤੱਕ ਆਉਂਦਾ, ਉਹ ਜਦੋਂ ਤੱਕ ਉੱਥੇ ਤੱਕ ਪਹੁੰਚਦਾ, ਜਦੋਂ ਤੱਕ ਉਹਦਾ ਬੇਸਿਕਲੀ ਉਹ ਡਿਸੀਜ਼ਨ ਲੈਣ ਵਾਲਾ ਹੁੰਦਾ, ਉਦੋਂ ਤੱਕ ਉਹਦਾ ਬਹੁਤੇ ਬੰਦਿਆਂ ਦਾ ਤਾਂ ਮੱਚ ਮੁੱਚ ਜਾ ਮਰ ਚੁੱਕਾ ਹੁੰਦਾ। ਤੇ ਉਹ ਬੇਸਿਕਲੀ ਦੇਖੋ ਇਹਦੇ ਵਿੱਚ ਜਿਹੜੀ ਸਾਡੀ, ਮੈਂ ਜੇ ਜੜ ਦੀ ਗੱਲ ਕਰਾਂ ਤੇ ਉਹ ਸਾਡੇ ਬੇਸਿਕਲੀ ਜਿਹੜੇ ਪਿੰਡਾਂ ਦੇ ਧੜੇ ਆ। ਕਿਉਂਕਿ ਜਿਹੜੇ ਮਤਲਬ ਜਿਹੜੇ ਨਾਅਰੇ ਮਾਰਨ ਵਾਲੇ ਵੀ ਮੈਂ ਤਾਂ ਚਾਹੇ ਜੋ ਮਰਜ਼ੀ ਹੋ ਜਾਵੇ ਵੀ ਮੈਂ ਅਕਾਲੀ ਆ, ਜੋ ਮਰਜ਼ੀ ਹੋ ਜਾਵੇ ਮੈਂ ਤਾਂ ਕਾਂਗਰਸੀ ਆ। ਤੇ ਮੈਂ ਬਹੁਤੀ ਵਾਰੀ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਨਾ ਮੈਂ ਹਾਰਡ ਲਾਈਨਰ ਅਕਾਲੀ ਆ ਤੇ ਨਾ ਮੈਂ ਹਾਰਡ ਲਾਈਨਰ ਕਾਂਗਰਸੀ ਆ, ਪਰ ਮੈਂ ਹਾਰਡ ਲਾਈਨਰ ਪੰਜਾਬੀ ਹੈਗਾ, ਪੰਜਾਬ ਦਾ ਹਿਤੈਸ਼ੀ ਹੈਗਾ। ਕਿਉਂਕਿ ਕਦੀ ਅਸੀਂ ਕਾਂਗਰਸੀ ਹੋ ਕੇ ਸਿਸਟਮ ਨੂੰ ਰਨ ਕੀਤਾ, ਕਦੀ ਅਸੀਂ ਅਕਾਲੀ ਹੋ ਕੇ ਸਿਸਟਮ ਨੂੰ ਰਨ ਕੀਤਾ, ਕਦੀ ਅਸੀਂ ਪੰਜਾਬੀ ਹੋ ਕੇ ਤਾਂ ਸਿਸਟਮ ਨੂੰ ਰਨ ਹੀ ਨਹੀਂ ਕੀਤਾ। ਕਿਉਂਕਿ ਜਦੋਂ ਬੇਸਿਕਲੀ ਮੰਨ ਲਓ ਜੇ ਵੋਟ ਪੈਟਰਨ ਹੈਗਾ, ਜੇ ਇੱਕ ਪਾਰਟੀ ਨੂੰ 35% ਵੋਟ ਪਾ ਕੇ ਉਹ ਪਾਵਰ 'ਚ ਆ ਜਾਂਦੀ ਆ ਤੇ ਬੇਸਿਕਲੀ 65% ਜਿਹੜਾ ਉਹ ਦੂਜਾ ਵੋਟਰ ਵੀ ਹੈਗਾ ਜਿਹਨੂੰ ਅਸੀਂ ਆਪਣਾ ਸਮਝਦੇ ਹੀ ਨਹੀਂ ਹੈ, ਉਹਦੇ ਨਾਲ ਜਦੋਂ ਪਰਚੇ ਪਿੰਡਾਂ ਦੇ ਵਿੱਚ ਹੁੰਦੇ ਆ ਜਾਂ ਜਿੱਦਾਂ ਪਿੰਡਾਂ ਦੇ ਵਿੱਚ ਜਿਹੜਾ ਉਹ ਨੁਕਸਾਨ ਹੋ ਜਾਂਦਾ, ਜਦੋਂ ਪਾਰਟੀਆਂ ਇੱਕ ਦੂਸਰੇ ਦੇ ਅਗੇਂਸਟ ਜਦੋਂ ਸਿਸਟਮ ਦੇ ਵਿੱਚ ਕੰਮ ਕਰਦੀਆਂ ਤਾਂ ਫਿਰ ਉਹ ਪੰਜਾਬੀਅਤ ਤਾਂ ਰਹਿ ਨਹੀਂ ਜਾਂਦੀ। ਜਦੋਂ ਪੰਜਾਬੀਅਤ ਨਹੀਂ ਰਹਿ ਜਾਂਦੀ ਤੇ ਅਸੀਂ ਸਮੁੱਚੇ ਪੰਜਾਬ ਦੀ ਗੱਲ ਕਿਵੇਂ ਕਰਾਂਗੇ? ਔਰ ਉਹਦੇ ਨਾਲ ਜਿਹੜੀ ਵਿਜ਼ੂਅਲਾਈਜੇਸ਼ਨ ਆ, ਕਿਉਂਕਿ ਬੰਦੇ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਬਹੁਤੇ ਬੰਦੇ ਦੇਖਦਾ ਪੋਲੀਟੀਕਲ ਸਿਸਟਮ ਦੇ ਵਿੱਚ, ਉਹ ਕਹਿੰਦੇ ਯਾਰ ਪਿਛਲੀ ਵਾਰੀ ਅਸੀਂ 5 ਕਰੋੜ ਰੁਪਈਆ ਆਪਣੀ ਇਲੈਕਸ਼ਨ ਤੇ ਖਰਚਿਆ ਸੀ ਤੇ 5 ਆਉਣ ਵਾਲੀ ਤੇ ਖਰਚਣਾ, 5 ਉਹ ਪੂਰਾ ਕਰਨਾ, 5 ਅਗਲਾ ਲਿਆਉਣਾ। ਏਦਾਂ ਦੀ ਪ੍ਰੋਬਲਮ ਹੁੰਦੀ ਨਹੀਂ ਹੈ। ਪਰ ਜਦੋਂ ਉਹ ਏਦਾਂ ਦੀਆਂ ਗੱਲਾਂ ਕਰਦੇ, ਉਹ ਕਹਿੰਦੇ ਯਾਰ ਤੂੰ ਤਾਂ ਆਪਣਾ ਜਿਹੜੀ ਏਦਾਂ ਦੀ ਸੋਚ ਹੈਗੀ ਨੈਸ਼ਨਲਿਜ਼ਮ ਦੀ, ਉਹ ਆਪਣੇ ਕੋਲ ਰੱਖਿਆ ਕਰ, ਸਾਡੇ ਨਾਲ ਬਹੁਤੀਆਂ ਏਦਾਂ ਦੀਆਂ ਸਲਾਹਾਂ ਨਾ ਕਰਿਆ ਕਰ। ਸੋ ਬਹੁਤੇ ਬੰਦੇ ਜਿਹੜੇ ਏਦਾਂ ਦੇ ਸਿਸਟਮ ਦੇ ਵਿੱਚ ਨਹੀਂ ਹੈਗੇ, ਲੇਕਿਨ ਇਹ ਸਾਡਾ ਜਿੰਨਾ ਚਿਰ ਅਸੀਂ ਸਾਰੇ ਜਣੇ ਟੋਟਲ ਪੰਜਾਬੀ ਜਿਹੜੇ ਆ ਏਦਾਂ ਨਹੀਂ ਸੋਚਦੇ, ਮੈਂ ਪਿੰਡਾਂ ਚ ਕਹਿੰਦਾ ਹੁੰਦਾ। ਔਰ ਦੇਖੋ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਮੈਂ 2 ਇਲੈਕਸ਼ਨਾਂ ਲੜਿਆ, ਇੱਕ ਅਕਾਲੀ ਦਲ ਵੱਲੋਂ ਲੜਿਆ ਤੇ ਇੱਕ ਕਾਂਗਰਸ ਵੱਲੋਂ ਲੜਿਆ, ਤੇ ਲੜਿਆ ਇੱਕੋ ਕੌਂਸਟੀਚੁਐਂਸੀ ਤੋਂ ਆ, ਬਟ ਬੰਦਾ ਮੈਂ ਸੇਮ ਹੀ ਆ। ਲੇਕਿਨ ਜਦੋਂ ਉਹ ਕਹਿੰਦੇ ਵੀ ਤੂੰ ਹੁਣ ਅਕਾਲੀ ਦਲ 'ਚ ਆ ਤੇ ਫਿਰ ਅਕਾਲੀ ਦਲ ਵਾਲੀ ਗੱਲ ਕਰ, ਜੇ ਤੂੰ ਕਾਂਗਰਸ 'ਚ ਆ ਤੇ ਕਾਂਗਰਸ ਵਾਲੀ ਗੱਲ ਕਰ, ਮੈਂ ਕਿਹਾ ਯਾਰ ਗੱਲ ਸੁਣੋ ਵੀ ਜਦੋਂ ਮੇਰੇ ਹਲਕੇ ਦੇ ਵਿੱਚ ਵੇਸਟ ਮੈਨੇਜਮੈਂਟ ਦਾ ਇੱਕ ਪ੍ਰੋਜੈਕਟ ਲੱਗਣਾ ਸੀ ਜਿਹਦੇ ਨਾਲ 25 ਤੋਂ 30 ਜਿਹੜੇ ਪਿੰਡ ਆ ਉਹ ਇਫੈਕਟ ਹੋਣੇ ਸੀ, ਵੀ ਜੇ ਤਾਂ ਮੈਂ ਨਾ ਲੜਦਾ ਫਿਰ ਤਾਂ ਮੈਂ ਲਵਾ ਲੈਂਦਾ, ਭਾਵੇਂ ਫਿਰ ਤਾਂ ਮੈਂ ਪੱਕਾ ਅਕਾਲੀ ਸੀਗਾ, ਹੁਣ ਮੈਂ ਕੱਚਾ ਹੋ ਗਿਆ। ਬਿਲਕੁਲ। ਲੇਕਿਨ ਇਹ ਜਿੰਨਾ ਚਿਰ ਲੋਕਾਂ ਦਾ ਵੀ ਥਾਟ ਪ੍ਰੋਸੈਸ ਨਹੀਂ ਬਦਲਦਾ, ਉਹਨਾਂ ਚਿਰ ਸਾਡੀ ਰਾਜਨੀਤੀ ਬਹੁਤੀ ਬਦਲਣੀ ਨਹੀਂ ਹੈ। ਅਗਲੇ ਮੰਗਲਵਾਰ ਇੱਥੋਂ ਹੀ ਤੁਰਾਂਗੇ ਜੀ, ਬਸ ਬਈ ਸਰਦਾਰ ਪ੍ਰਗਟ ਸਿੰਘ ਪਾਰਟੀ ਬਦਲ ਦੇ ਨਾਲ ਜਿਹੜਾ ਹਾਰਡਕੋਰ ਗਰੁੱਪ ਆ, ਜਿਹੜੇ ਕਹਿੰਦੇ ਨੀਲੇ ਝੰਡੇ ਨੂੰ ਹੀ ਵੋਟ ਪਾਉਣੀ ਆ ਕੁਛ ਹੋ ਜਾਵੇ, ਉਹਨਾਂ ਨੇ ਫਿਰ ਕਿਵੇਂ ਪਾਤੀ। ਤੇ ਦੂਸਰੇ ਬੰਨੇ ਜਿਹੜੇ ਪਾਰਟੀ ਦੇ ਨਾਂ ਤੇ ਇਸ ਜਿਹੜਾ 45 ਸਾਲ ਦੇ ਵਿੱਚ ਰੀੜ੍ਹ ਦੀ ਹੱਡੀ ਖਤਮ ਹੋ ਜਾਂਦੀ ਆ, ਬਹੁਤਾਤ ਉਹਨਾਂ ਦੀ ਆ, ਫਿਰ ਉਹਨਾਂ ਦੇ ਬੈਠੇ ਪੰਜਾਬ ਦਾ ਭਲਾ ਕਿੱਥੋਂ ਹੋਊ। ਇੱਥੋਂ ਹੀ ਮੰਗਲਵਾਰ ਅਗਲੇ ਨੂੰ ਸਰਦਾਰ ਸਾਹਿਬ ਆਪਾਂ ਤੁਰਾਂਗੇ। ਧੰਨਵਾਦ ਬਹੁਤ ਬਹੁਤ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰਦਾਰ ਪ੍ਰਗਟ ਸਿੰਘ ਗੱਲਬਾਤ ਕਰ ਰਹੇ ਸੀ, ਪਦਮ ਸ਼੍ਰੀ ਨੇ, ਅਰਜਨਾ ਅਵਾਰਡੀ ਨੇ, ਤੇ ਇਹਨਾਂ ਤੋਂ ਬਾਅਦ ਫਿਰ ਸੁਹਿਰਦ ਹੋਰ ਸੱਜਣ ਜਿਹੜੇ ਨੇ ਉਹਨਾਂ ਨਾਲ 3-3 4-4 ਇੰਟਰਵਿਊਆਂ ਕਰਕੇ ਆਪਾਂ ਕਿਸੇ ਪਾਸੇ ਨੂੰ ਤੁਰਾਂਗੇ। ਇਸ ਵਾਰ ਕੋਸ਼ਿਸ਼ ਕਰਾਂਗੇ, ਪਾਰਟੀ ਨਹੀਂ ਬੰਦੇ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹਨਾਂ ਨਾਲ ਗੱਲ ਕਰਕੇ। ਜਿਵੇਂ ਪਤੰਗ ਉਡਾਉਣ ਵਾਲਿਆਂ ਨੂੰ ਪਤਾ ਜਦ ਆਪਣਾ ਚਰਖੜਾ ਘੁੰਮ ਜਾਂਦਾ ਹੈ ਤੇ ਗੁਲਝ ਪੈ ਜਾਂਦੀ ਤੇ ਡੋਰ ਸੂਤੀ ਹੁੰਦੀ ਤੇ ਉਹ ਬੜੀ ਕਰੜੀ ਹੁੰਦੀ ਸੁਰੇਸ਼ ਦੇ ਨਾਲ, ਤੇ ਕੱਚ ਚਾੜਿਆ ਹੁੰਦਾ। ਪਿੰਡਾਂ ਦੇ ਵਿੱਚ ਵੀ ਸੂਤ ਲੈਂਦੇ ਸੀ ਆਪ ਵੀ, ਤੇ
ਉਹਦੀ ਗੁਲਝ ਬੜੀ ਔਖੀ ਹੈ, ਕੱਚੇ ਧਾਗੇ ਦੀ ਵੀ ਗੁਲਝ ਬੜੀ ਔਖੀ ਆ ਕੱਢਣੀ। ਜੇ ਗਲੋਟਾ ਉਲਝ ਗਿਆ ਬੀਬੀਆਂ ਨੂੰ ਪਤਾ ਬਸ। ਇਹ ਬਹੁਤ ਔਖਾ ਕੰਮ ਆ ਜਿਹੜਾ ਆਪਾਂ ਸ਼ੁਰੂ ਕੀਤਾ। ਪਰ ਧੰਨਵਾਦ ਸਰ ਹਰਪ੍ਰੀਤ ਸਿੰਘ, ਸਰ ਪਰਮਿੰਦਰ ਸਿੰਘ ਅਟਵਾਲ ਹੋਰਾਂ ਦਾ, ਜਿਨ੍ਹਾਂ ਨੇ ਆਰਗੇਨਾਈਜ਼ ਕੀਤੀ ਹੈ ਪਹਿਲੀ ਮੇਰੀ ਗੱਲਬਾਤ ਇਹਨਾਂ ਨਾਲ। ਫਿਰ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਕੋਈ ਮਿੱਤਰ ਪਿਆਰੇ ਜਿਹੜੇ ਕਿਸੇ ਪੋਲੀਟੀਕਲ ਪਾਰਟੀ 'ਚ ਹੋਣ ਅਤੇ ਪਰ ਪੰਜਾਬ ਦੇ ਹਿਤੈਸ਼ੀ ਹੋਣ, ਪੰਜਾਬ ਦੀਆਂ ਪਾਰਟੀਆਂ ਤੋਂ ਹਟ ਕੇ ਗੱਲ ਕਰਨ ਵਾਲੇ ਹੋਣ, ਮੈਨੂੰ ਪਲੀਜ਼ ਉਹਨਾਂ ਦਾ ਕੰਟੈਕਟ ਦਿਓ। ਫਿਰ ਜੁਲਾਈ ਦੇ ਵਿੱਚ, ਜੁਲਾਈ ਮਿਡ ਤੋਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ। 5-7 ਬੰਦਿਆਂ ਨਾਲ ਮੈਂ ਚਾਹੁੰਦਾ ਜਨਵਰੀ ਫਰਵਰੀ ਤੱਕ 3-3 4-4 ਇੰਟਰਵਿਊਆਂ ਕੀਤੀ ਜਾਣ, ਕਿਸੇ ਸੋਲਿਊਸ਼ਨ 'ਤੇ ਆਪਾਂ ਆਈਏ। ਇਨ ਜਨਰਲ ਜਦ ਆਪਾਂ ਗੱਲ ਕਰਦੇ ਵੀ ਮੁਸ਼ਕਿਲਾਂ, ਹੁਣ ਪ੍ਰਗਟ ਸਿੰਘ ਉਹਨਾਂ ਦੀਆਂ ਬਹੁਤ ਵੀਡੀਓਜ਼ ਆਪਾਂ ਵੇਖੀਆਂ, ਸੱਚਾਈ ਦੀ ਕੋਈ ਤੋੜ ਨਹੀਂ। ਦੋਨੇ ਪਾਰਟੀਆਂ ਤੋਂ ਇੱਕ ਕੰਸਟੀਚੁਐਂਸੀ 'ਚੋਂ ਜਿੱਤਣਾ ਬੰਦੇ ਦਾ ਸਤਿਕਾਰ ਹੈ। ਸੋ ਇਹ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਵੀ ਦੇਖੀ ਤਾਂ ਸਹੀ ਵੀ ਮੁਸ਼ਕਿਲ ਕਿਹਦੀ ਹੈ। ਰਾਜਨੀਤਿਕ ਤੰਤਰ ਦੀ ਮੁਸ਼ਕਿਲ ਹੈ, ਬੰਦਿਆਂ ਦੀ ਮੁਸ਼ਕਿਲ ਹੈ, ਚੁਣਨ ਵਾਲਿਆਂ ਦੀ ਮੁਸ਼ਕਿਲ ਹੈ। ਫਿਰ ਸੁਲਝੂ ਕਿਵੇਂ ਜੇ ਹੁਣ 80% ਉਹ ਆ ਗਏ ਜਿਨ੍ਹਾਂ ਦੀ ਕਮਰੋੜ ਇਹ ਹੈ ਨਹੀਂ, ਜਿਹੜੇ ਪੰਚੀ ਤੋਂ ਲੈ ਕੇ ਕੈਬਨਿਟ ਤੱਕ ਪਹੁੰਚੇ 45 ਸਾਲਾਂ 'ਚ ਮਿੱਝ ਨਿਕਲ ਗਈ। ਉਹ ਕਹਿੰਦੇ ਵੀ ਹੁਣ ਮਸਾਂ ਸੂਤ ਆਇਆ, ਖਿੱਚ ਲਾ ਹੁਣ ਮਸਾਂ ਦੇਸੀ ਘਿਓ ਦਾ ਜਿਹੜਾ ਤੌੜੀ ਹੱਥ 'ਚ ਆਈ ਹੈ, ਹੁਣ ਠੰਡਾ ਕਰ ਲੈ, ਖਾ ਲਾ ਜਿਹੜਾ ਖਾਉਂਦਾ, ਨਹੀਂ ਸਿਰ 'ਤੇ ਡੋਲ ਲੈ। ਸੋ ਇਹ ਇੱਧਰ ਨੂੰ ਆਪਾਂ ਚੱਲਾਂਗੇ। ਹਾਂਜੀ ਕੰਗ ਸਾਹਿਬ, ਹਰਪਾਲ ਸਿੰਘ ਜੀ। ਹੈਲੋ ਜੀ, ਮੇਰਾ ਬਲੂਟੂਥ ਆਵਾਜ਼ ਆਉਂਦੀ ਜੀ ਮੇਰੀ? ਕੋਈ ਨਾ ਜੀ, ਆਉਂਦੀ ਆ, ਮੈਂ ਸਿੱਧਾ ਹੀ ਚੱਕ ਲਿਆ, ਮੈਨੂੰ ਪਤਾ ਸੀ ਨੰਬਰ ਘਰ ਦਾ ਹੀ ਆ। ਹਾਂਜੀ ਦੱਸੋ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਦੇਖੋ ਜੀ, ਆ ਤੁਹਾਡਾ ਇੰਨਾ ਵਧੀਆ ਉਪਰਾਲਾ, ਮੈਨੂੰ ਬੜਾ ਚੰਗਾ ਲੱਗਾ। ਦੇਖੋ ਬੰਦਿਆਂ ਨਾਲ ਬੰਦੇ ਚਾਹੀਦੇ, ਪਾਰਟੀਆਂ ਕੀ ਕਰ ਰਹੀਆਂ, ਪਾਰਟੀਆਂ ਦਾ ਨਹੀਂ ਲੋਕ। ਮੈਂ ਕਹਿੰਦਾ ਆ ਤੁਹਾਡਾ ਉਪਰਾਲਾ ਨੰਬਰ 1 ਹੈ। ਦੇਖੋ ਇਹ ਪ੍ਰਗਟ ਸਿੰਘ ਕਿੰਨਾ ਸੁਹਿਰਦ ਬੰਦਾ, ਔਰ ਇਹਨੂੰ ਮਿਨਿਸਟਰੀ ਮਿਲਣੀ ਚਾਹੀਦੀ ਸੀ ਸਪੋਰਟਸ ਦੀ। ਦੇਖੋ ਉਹਨੇ ਕੈਪਟਨ ਨੇ ਲਾਗੇ ਨਹੀਂ ਆਉਣ ਦਿੱਤਾ ਕਿ ਸਪੋਰਟਸ ਮਿਨਿਸਟਰ ਕਿਹਨਾਂ ਨੂੰ ਬਣਾ ਰਿਹਾ ਜਿਹਨੇ ਕੋਈ ਹੱਕ ਹੀ ਨਹੀਂ ਚੱਕੀ ਜਾਂ ਕਿਸੇ ਨੇ ਫੁੱਟਬਾਲ ਨਹੀਂ ਖੇਡਿਆ। ਕਿ ਮਤਲਬ ਸੁਹਿਰਦ ਬੰਦਿਆਂ ਨੂੰ ਇਹ ਕੋਈ ਬਾਦਲ ਹੋਇਆ ਜਾਂ ਇਹ ਹੋਇਆ, ਇਹ ਲਾਗੇ ਨਹੀਂ ਆਉਣ ਦੇਣਾ ਚਾਹੁੰਦੇ। ਆਈ ਡੋਂਟ ਨੋ ਇਹ ਕੀ ਸਾਡੇ ਪੰਜਾਬ ਦੀ ਤਰਾਸਦੀ ਆ। ਦੇਖੋ ਇਹ ਪੜ੍ਹੇ ਲਿਖੇ ਬੰਦੇ ਸੀ, ਸਿੱਧੂ ਇਹ ਹੋਇਆ, ਘੱਟੋ ਘੱਟ ਇਹ ਨਾ, ਚਲੋ ਸਿੱਧੂ ਦਾ ਨਾਂ ਇਹਦਾ ਤਾਂ ਲੈ ਲਓ, ਪਦਮ ਸ਼੍ਰੀ ਆ, ਇਹਨੂੰ ਤਾਂ ਰਾਈਟ ਵੇ ਸਪੋਰਟਸ ਦਾ ਮਿਨਿਸਟਰ ਬਣਾਉਣਾ ਚਾਹੀਦਾ ਹੈ। ਦੇਖੋ ਇਹਨੂੰ ਖੰਗਰ ਦਿੱਤਾ ਲੱਗੇ। ਕਰਾਂਗੇ ਬਾਈ ਜੀ ਗੱਲ। ਕੰਗ ਸਾਹਿਬ ਮੇਰੇ ਕੋਲ ਥੋੜਾ ਜਿਹਾ ਸਮਾਂ ਘੱਟ ਆ ਅੱਜ। ਕਾਲਰਸ ਮੈਂ ਬੇਨਤੀ ਕਰਾਂ ਜੀ, ਹੈ ਨਹੀਂ ਸਮਾਂ ਮੇਰੇ ਕੋਲ, ਪਲੀਜ਼ ਆਪਾਂ ਕੱਲ ਗੱਲ ਕਰਾਂਗੇ ਇਸ ਵਿਸ਼ੇ ਤੇ। ਮੈਂ ਪਹਿਲਾਂ ਮੇਰਾ ਮਨ ਆ ਵੀ ਉਹਨਾਂ ਨਾਲ ਇੰਟਰਵਿਊ ਕਰ ਲਵਾਂ ਤੇ ਫਿਰ ਤੁਹਾਡੇ ਸਵਾਲ ਤੁਸੀਂ ਸਿੱਧੇ ਉਹਨਾਂ ਨੂੰ ਪੁੱਛਿਓ, ਮੈਂ ਵਿੱਚ ਨਹੀਂ ਹੋਣਾ, ਸਿੱਧੇ ਸਵਾਲ ਤੁਹਾਨੂੰ ਤੁਸੀਂ ਪੁੱਛਿਓ। ਕੋਸ਼ਿਸ਼ ਕਰਦੇ ਹਾਂ ਜੀ ਪੂਰੀ ਤੁਹਾਡੇ ਹਾਣ ਦਾ ਹੋ ਕੇ ਪ੍ਰੋਗਰਾਮ ਤੁਹਾਡੇ ਸਨਮੁਖ ਕਰਾਂ, ਤੇ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫੀ। ਕੱਲ ਨੂੰ ਫੇਰ ਮੁੜਾਂਗੇ ਤੇ ਵੀਰਵਾਰ ਨੂੰ ਪਹਿਲੀ ਕੜੀ ਤੁਹਾਡੇ ਸਨਮੁਖ ਮੈਂ ਰੈਜ਼ੀਡੈਂਸ਼ੀਅਲ ਸਕੂਲ ਲਈ ਨਹੀਂ, ਸਵਦੇਸ਼ੀ ਲੋਕਾਂ ਦਾ ਕੈਨੇਡਾ ਦਾ ਜਿਹੜਾ ਸਫ਼ਰ ਹੈ, ਇਹ ਵੀ 5-4 ਹਫ਼ਤੇ ਦੇ ਵਿੱਚ ਪੂਰਾ 1 to 1 ਕਰਕੇ ਤੁਹਾਨੂੰ ਸਮਝਾਵਾਂਗਾ ਵੀ ਹੋਇਆ ਕੀ ਸੀ ਅਸਲ। ਰੱਬ ਰਾਖਾ।